बचन भयो, शब्द गुर श्रवण है सुनियो। देखते अमृत होयो, नाम सतगुर मुख भणियो। लोहों होयो लाल, नदर सतगुर जद धारै। पाहण माणक करे, ज्ञान गुर कहयो विचार। काठों श्रीखंड सतगुर कियो, दुख दरिद्र तिनके गए। सतगुरु चरण जिन परसिया, से पाश परेत सुर नर भये। धन वाहिगुरु जी, चित सिमरन करो नैन अविलोकनो। श्रवण बानी सुजस पूर राखो, मानसो मधुकर करो। चरण हृदय धरो, रसन अमृत राम नाम भाखो। मेरी प्रीत गोबिंद स्यों जिन कटै, मैं तो मोल महंगी लई जी सटै रहा। साध संगत बिना भाव नहीं उपजै, भाव बिन भगत नहीं हुए तेरी। कह रविदास एक बेनती हर स्यों, पैज राखो राजा राम मेरी। कह रविदास एक बेनती हर स्यों, पैज राखो राजा राम मेरी। परम सत्कारयोग धन धन सतगुरु गुरु ग्रंथ साहब सच्चे पातशाह महाराज दातार सतगुरु जी दे सजे हुए पावन दरबार दियां हाजरियां भर रहे गुरु प्यारे गुरु सवारे सत संगी जनों, अकाल पुरख वाहिगुरु जी ने अपार बख्शिश कृपा की है। सत संगत रूप विच गुरु चरणा विच सज के आप सरबत संगत ने गुरु दरबार विच बैठ के गुरु सवारियां पासों सतगुरां दी अमृतमई पावन बाणी दा कीर्तन बड़े प्यार बड़ी एकाग्रता दे नाल श्रवण कीता है। आओ कुछ समय वास्ते सतगुरु जी दी पावन बाणी दी विचार नाल अपनियां मन बिरतियां नूं एकाग्र करन दा यतन करिए। सतगुरां दी पावन बाणी दी विचार आरंभ करन तो पहला जो कि गुरमत दा मुढ़ला असूल है, आपस विच सांझ बनाउण दा यतन करदे होए कलगीधर साहिब कमाल गुरु गोबिंद सिंह साहब महाराज जी की बख्शिश की हुई फतेह बुलंद आवाज विच सांझी करो। सारे आखो जी वाहिगुरु जी का खालसा वाहिगुरु जी की फतेह। भगत रविदास जी का उच्चारण किया हुआ पावन शब्द राग धनासरी दे विचों
ਦਾਸ ਨੇ ਆਪ ਸਰਬੱਤ ਸੰਗਤ ਦੇ ਨਾਲ ਪੜ੍ਹਦਿਆਂ ਹੋਇਆਂ ਸਾਂਝਾ ਕੀਤਾ ਹੈ। ਭਗਤ ਜੀ ਜਦੋਂ ਧਰਮ ਦੀ ਦੁਨੀਆ ਦੇ ਅੰਦਰ ਧਰਮ ਨੂੰ ਜੀਵਨ ਵਿੱਚ ਜੀਂਦਿਆਂ ਹੋਇਆਂ ਹੰਡਾਉਂਦਿਆਂ ਹੋਇਆਂ ਰੱਬ ਦਾ ਪਿਆਰ ਵਾਲਾ ਆਪਣੇ ਜੀਵਨ ਦਾ, ਆਪਣੀ ਆਤਮਾ ਦੀ ਪਵਿੱਤਰਤਾ ਦਾ, ਆਪਣੇ ਹਿਰਦੇ ਦਾ ਅਤੇ ਆਪਣੇ ਵਿਹਾਰ ਦਾ ਉਵੇਂ ਹੀ ਧਿਆਨ ਰੱਖਦਾ ਹੈ ਜਿਵੇਂ ਅਸੀਂ ਜੀਵ ਘਰ ਦੇ ਮੋਹ ਵਿੱਚ ਪਏ ਹੋਏ ਆਪਣੇ ਘਰ ਦਾ, ਘਰ ਦੀ ਸਾਫ਼ ਸਫਾਈ ਦਾ, ਘਰ ਦੀ ਦੇਖ ਰੇਖ ਕਰਦੇ ਹਾਂ। ਜਿਵੇਂ ਕੋਈ ਬਿਜ਼ਨਸਮੈਨ ਆਪਣੇ ਬਿਜ਼ਨਸ ਦੀ ਦੇਖਭਾਲ ਕਰਦਾ ਹੈ, ਕੀ ਖੱਟਿਆ ਹੈ, ਕੀ ਗਵਾਇਆ ਹੈ, ਕੀ ਪਾਇਆ ਹੈ, ਕੀ ਇਹ ਵਿਚਾਰ ਕਰਨ ਤੋਂ ਬਿਨਾਂ ਉਹ ਬਿਜ਼ਨਸ ਵਿੱਚ ਅੱਗੇ ਵੱਧ ਸਕਦਾ? ਕਦੇ ਨਹੀਂ। ਕੋਈ ਆਦਮੀ ਦੁਕਾਨ ਕਰਦਾ ਹੈ, ਸਟੋਰ ਦਾ ਮਾਲਕ ਹੈ, ਤੇ ਜੇ ਉਹ ਆਪਣੀ ਕਾਊਂਟਿੰਗ ਨਹੀਂ ਕਰਦਾ, ਹਿਸਾਬ ਕਿਤਾਬ ਨਹੀਂ ਰੱਖਦਾ, ਤਾਂ ਸੁਭਾਵਕ ਹੈ ਉਹਨੂੰ ਕਿਵੇਂ ਪਤਾ ਲੱਗੇਗਾ ਕਿ ਉਸਨੇ ਅੱਗੇ ਨਾਲੋਂ ਕਿੰਨੀ ਤਰੱਕੀ ਕੀਤੀ ਹੈ ਜਾਂ ਕਿੰਨੇ ਕੁ ਪਿੱਛੇ ਚਲਾ ਗਿਆ ਹੈ। ਤਾਂ ਉਹ ਕੀ ਕਰਦਾ ਹੈ, ਉਹ ਆਪਣੇ ਜੋ ਉਸਨੇ ਕਮਾਇਆ ਹੈ, ਜੋ ਉਸਨੇ ਖਰਚਿਆ ਹੈ, ਉਹਨਾਂ ਦੋਵਾਂ ਚੀਜ਼ਾਂ ਦਾ ਹਿਸਾਬ ਕਿਤਾਬ ਬਰਾਬਰ ਰੱਖਦਾ ਹੈ। ਉਹਨੂੰ ਤਾਂ ਹੀ ਇਸ ਗੱਲ ਦਾ ਪਤਾ ਚੱਲਦਾ, ਇਲਮ ਹੁੰਦਾ ਹੈ ਕਿ ਮੈਂ ਅੱਗੇ ਨਾਲੋਂ ਤਰੱਕੀ ਕਰ ਰਿਹਾ ਹਾਂ। ਇਹ ਸਾਡੀਆਂ ਆਮ ਜੀਵਨ ਦੀਆਂ ਰੋਜ਼ਾਨਾ ਦੀਆਂ ਗੱਲਾਂ ਹਨ। ਅਸੀਂ ਆਪਣੇ ਮਹੀਨੇ ਦਾ ਬਜਟ ਦੇਖਦੇ ਹਾਂ, ਅੱਗੇ ਨਾਲੋਂ ਸਾਨੂੰ ਕਿੰਨਾ ਫਰਕ ਪਿਆ ਹੈ, ਕਿੰਨਾ ਖਰਚਾ ਵਧਿਆ ਹੈ, ਕਿੰਨੀ ਮਹਿੰਗਾਈ ਵਧੀ ਹੈ, ਕਿੰਨਾ ਕੁ ਲਾਭ ਹੋ ਰਿਹਾ ਹੈ, ਕੀ ਬਚਤ ਹੋ ਰਹੀ ਹੈ। ਇਹ ਮਨੁੱਖ ਆਮ ਤੌਰ ਉੱਤੇ ਆਪਣੇ ਜੀਵਨ ਦੇ ਵਿੱਚ ਰੋਜ਼ਾਨਾ ਇਹ ਘਟਨਾਵਾਂ, ਇਹ ਗੱਲਾਂ ਵਾਪਰਦੀਆਂ ਨੇ। ਇੰਨਾ ਕੁ ਧਿਆਨ ਅਸੀਂ ਜਿਹੜੀ ਚੀਜ਼ ਨਾਲ ਜੁੜੇ ਹੁੰਦੇ ਆ ਰੱਖਦੇ ਹਾਂ। ਪਰ ਸਤਿਗੁਰੂ ਦੇ ਪਿਆਰ ਵਾਲਿਓ, ਖਿਆਲ ਕਰਨਾ, ਜੇ ਮਨੁੱਖ ਕਿਸੇ ਚੀਜ਼ ਦਾ ਖਿਆਲ ਨਹੀਂ ਰੱਖਦਾ ਆਪਣੇ ਜੀਵਨ ਅੰਦਰ, ਤੇ ਉਹ ਹੈ ਆਪਣੇ ਵਿਹਾਰ ਦਾ, ਕਿ ਮੈਂ ਕਿਸ ਨਾਲ ਕਿੰਨਾ ਕੁ ਗਲਤ ਵਿਹਾਰ ਕੀਤਾ ਹੈ ਤੇ ਕਿੰਨਾ ਕੁ ਕਿਸੇ ਨਾਲ ਸਹੀ ਵਿਹਾਰ ਕੀਤਾ ਹੈ। ਜੇ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦਿਆਂ ਮਨੁੱਖ ਇਹ ਵੀ ਧਿਆਨ ਰੱਖਣਾ ਸ਼ੁਰੂ ਕਰ ਦੇਵੇ, ਤਾਂ ਤੁਸੀਂ ਸਮਝੋਗੇ ਦੁਕਾਨ ਕਰਦਿਆਂ, ਬਿਜ਼ਨਸ ਕਰਦਿਆਂ, ਕਿਰਤਕਾਰ ਕਰਦਿਆਂ, ਨੌਕਰੀ ਪੇਸ਼ਾ ਕਰਦਿਆਂ ਵੀ ਇਹਦੇ 'ਚ ਕਿੰਨਾ ਸੁਧਾਰ ਧਰਮ ਕਮਾਉਣ ਵਾਲੇ ਪਾਸੇ ਵੀ ਆ ਸਕਦਾ ਹੈ। ਜੇ ਨਹੀਂ ਆਇਆ ਨਾ, ਤਾਂ ਉਸ ਦਾ ਕਾਰਨ ਇਹ ਹੈ ਕਿ ਮਨੁੱਖ ਨੇ ਕਦੇ ਆਪਣੇ ਵਿਹਾਰ ਨੂੰ ਪਰਖਣ ਦੀ, ਵੀ ਮੈਂ ਹੁਣ ਤੱਕ ਕਿੰਨੀ ਕੁ ਚੰਗਿਆਈ ਵਰਤੀ ਆ ਤੇ ਕਿੰਨਾ ਕੁ ਬੁਰਾ ਬਣ ਕੇ ਸੰਸਾਰ ਵਿੱਚ ਵਿਚਰਿਆ ਹਾਂ, ਕਦੇ ਇਸ ਗੱਲ ਦੀ ਵਿਚਾਰ ਕਰਨ ਦਾ ਇਸਨੇ ਸਮਾਂ ਨਹੀਂ ਕੱਢਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਇਹਦੀ ਵਿਚਾਰ ਕਰ ਲੈਣਾ ਹੀ ਆਪੇ ਨੂੰ ਖੋਜ ਲੈਣਾ ਹੈ। ਤੇ ਇਸ ਵਾਸਤੇ ਸਾਡੀ ਸਭ ਤੋਂ ਵੱਡੀ ਮਦਦ ਜਿਹੜੀ ਚੀਜ਼ ਨੇ ਕਰਨੀ ਸੀ ਨਾ, ਉਹ ਹੈ ਗੁਰਬਾਣੀ। ਸਾਨੂੰ ਆਪਣੇ ਆਪ ਨੂੰ ਪਰਖਣ ਵਾਸਤੇ, ਆਪਣੇ ਆਪ ਨੂੰ ਵੇਖਣ ਵਾਸਤੇ ਕਿ ਅਸੀਂ ਕਿਸ ਤਰ੍ਹਾਂ ਦੇ ਹਾਂ, ਕਿ ਸਾਡੇ ਵਿਹਾਰ 'ਚ ਅੱਗੇ ਨਾਲੋਂ ਕੋਈ ਤਬਦੀਲੀ ਆਈ। ਉਮਰ ਆਪਣੇ ਹਿਸਾਬ ਨਾਲ ਬੀਤਦੀ ਜਾ ਰਹੀ ਹੈ ਕਿ ਵਿਹਾਰ ਵਿੱਚ ਵੀ ਕੋਈ ਫਰਕ ਪਿਆ, ਵਿਹਾਰ ਕਰਕੇ ਵੀ ਮੈਂ ਵੱਡਾ ਹੋਇਆ ਕਿ ਵਿਹਾਰ ਕਰਕੇ ਛੋਟਾ ਹੀ ਹਾਂ। ਦੇਖੋ ਕਿਤਨੀ ਅਜੀਬ ਗੱਲ ਹੈ, ਮਨੁੱਖ ਉਮਰ ਕਰਕੇ ਵੱਡਾ ਹੋਣਾ ਲੋਚਦਾ ਵੀ ਮੇਰੀ ਉਮਰ ਵੱਧ ਜਾਏ, ਪਰ ਵਿਹਾਰ ਕਰਕੇ ਕਈ ਵਾਰ ਸਾਰੀ ਜ਼ਿੰਦਗੀ ਛੋਟਾ ਹੀ ਰਹਿ ਜਾਂਦਾ। ਕੋਈ ਜੀਵਨ ਦੇ ਵਿੱਚ, ਸੁਭਾਅ ਵਿੱਚ ਤਬਦੀਲੀ ਨਹੀਂ ਆਈ, ਕੋਈ ਪਰਿਵਰਤਨ ਨਹੀਂ ਆਇਆ ਵਿਹਾਰ ਦੇ ਵਿੱਚ, ਮਨੁੱਖ ਦੀ ਕਰਨੀ ਦੇ ਵਿੱਚ ਕੋਈ ਫਰਕ ਨਹੀਂ ਪਿਆ। ਮਨ ਕਰਕੇ ਛੋਟਾ ਹੈ, ਤੰਗ ਦਿਲ ਹੈ, ਸੁਭਾਅ ਕਰਕੇ ਕੋਈ ਪਰਿਵਰਤਨ ਨਹੀਂ, ਬੜਾ ਛੋਟਾ ਹੈ। ਗੁਰਦੇਵ ਕਹਿੰਦੇ ਨੇ, ਦੁਨੀਆ ਵਿੱਚ ਵਡਿਆਈ ਚਾਹਣ ਵਾਲਿਆ, ਜਰਾ ਆਪਣੇ ਅੰਦਰ ਝਾਤ ਮਾਰ ਕੇ ਵੇਖੇਗਾ ਨਾ, ਤੇ ਤੈਨੂੰ ਇਹ ਗੱਲ ਸਮਝ ਆ ਜਾਏਗੀ ਕਿ ਮੈਂ ਤਾਂ ਬਹੁਤ ਨਿਗੁਣੀ ਤੇ ਛੋਟੀ ਚੀਜ਼ ਆ ਤੇ ਮੈਨੂੰ ਤਾਂ ਆਪਣਾ ਜੀਵਨ ਸਹੀ ਢੰਗ ਨਾਲ ਵਰਤਣਾ ਵੀ ਨਹੀਂ ਆਇਆ। ਬਾਕੀ ਸਾਰੀਆਂ ਚੀਜ਼ਾਂ ਦੇ ਹਿਸਾਬ ਕਿਤਾਬ ਰੱਖੇ ਨੇ, ਜੇ ਨਹੀਂ ਰੱਖਿਆ ਤੇ ਆਪਣੇ ਵਿਹਾਰ ਦਾ ਹਿਸਾਬ ਕਿਤਾਬ ਅੱਜ ਤੱਕ ਨਹੀਂ ਰੱਖਿਆ। ਹਾਂ, ਇੱਕ ਚਤੁਰਾਈ ਮਨੁੱਖ ਨੇ ਆਪਣੇ ਜੀਵਨ ਅੰਦਰ ਬਹੁਤ ਕੀਤੀ ਹੈ। ਕਿਸੇ ਨੂੰ ਕੁਝ ਦਿੱਤਾ ਹੈ ਨਾ, ਤੇ ਉਹਦਾ ਚੇਤਾ ਉਮਰ ਭਰ ਨਹੀਂ ਭੁਲਾਇਆ, ਅਗਲੀਆਂ ਪੀੜ੍ਹੀਆਂ ਨੂੰ ਵੀ ਦੱਸਦਾ ਹੈ ਕਿ ਮੈਂ ਫਲਾਣੇ ਨਾਲ ਆ ਗੁਣ ਕੀਤਾ, ਭਲਾ ਕੀਤਾ ਸੀ। ਪਰ ਕਦੇ ਬੰਦਾ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਜਾ ਕੇ ਤੇ ਗੱਲਬਾਤ ਕਰਦੇ ਆ, ਕਹਿੰਦਾ ਮੇਰੇ ਕੋਲੋਂ ਫਲਾਨੀ ਜਗ੍ਹਾ ਫਲਾਨੀ ਗਲਤੀ ਵੀ ਹੋਈ ਸੀ, ਮੈਂ ਫਲਾਣੇ ਕੋਲੋਂ ਖੋਇਆ ਵੀ ਸੀ, ਫਲਾਣੇ ਦਾ ਹੱਕ ਵੀ ਮਾਰਿਆ ਸੀ, ਮੇਰੇ ਕੋਲੋਂ ਆ ਭੁੱਲ ਵੀ ਹੋਈ ਸੀ। ਨਹੀਂ, ਉਹਨਾਂ ਨੂੰ ਗਿਣਤੀ ਦੇ ਦਾਇਰੇ 'ਚ ਹੀ ਨਹੀਂ ਲਿਆਉਂਦਾ। ਗੁਰਦੇਵ ਨੇ ਪਾਵਨ ਬਾਣੀ ਦੇ ਵਿੱਚ ਇੱਕ ਬੜਾ ਕੀਮਤੀ ਬਚਨ ਆਖਿਆ, ਕਹਿਣ ਲੱਗੇ, ਦੁਨੀਆ ਦੇ ਅੰਦਰ ਬੰਦਾ ਆਪਣੀ ਚੰਗਿਆਈ ਦੇ ਲੇਖੇ ਗਣਾਉਂਦਾ ਹੈ ਵੀ ਮੈਂ ਆਹ ਚੰਗਾ ਕੀਤਾ ਹੈ, ਜੋ ਮਾੜਾ ਕੀਤਾ ਹੈ, ਜੋ ਮਾੜਾ ਵਿਹਾਰ ਹੈ, ਉਹਦੀ ਕਦੇ ਗਿਣਤੀ ਨਹੀਂ ਕਰਦਾ।
ਉਹਨੂੰ ਚੇਤਾ ਭੁਲਾ ਦਿੰਦਾ ਹੈ ਆਪ ਵੀ, ਤੇ ਚਾਹੁੰਦਾ ਵੀ ਦੂਜਾ ਵੀ ਉਹਦਾ ਜ਼ਿਕਰ ਨਾ ਕਰੇ। ਪਰ ਖਿਆਲ ਕਰਨਾ, ਮੇਰੇ ਗੁਰਦੇਵ ਕਹਿੰਦੇ ਕਿਤੇ ਇਹ ਆਦਤ ਇਸ ਬਣੇ ਸੁਭਾਅ ਦਾ ਕਰਕੇ ਨਾ, ਕਿਤੇ ਗੁਰੂ ਦੇ ਸਾਹਮਣੇ, ਰੱਬ ਦੇ ਸਾਹਮਣੇ ਵੀ ਇਹ ਦਮ ਗਜਾ ਨਾ ਮਾਰ ਬੈਠੀ ਵੀ ਵਾਹਿਗੁਰੂ ਗਿਣ ਲਓ ਮੇਰੀਆਂ ਚੰਗਿਆਈਆਂ ਕਿੰਨੀਆਂ ਨੇ, ਬੁਰਾਈਆਂ ਕਿੰਨੀਆਂ ਨੇ। ਉੱਤੇ ਸ਼ਬਦ ਵੇਖੋ ਕਿੰਨਾ ਪਿਆਰਾ ਮਹਾਰਾਜ ਨੇ ਵਰਤਿਆ। ਕਹਿਣ ਲੱਗੇ ਲੇਖੈ ਕਤੈ ਨਾ ਛੁਟੀਐ ਖਿਨ ਖਿਨ ਭੁੱਲਣ ਹਾਰ। ਕਹਿਣ ਲੱਗੇ ਜੇ ਤੂੰ ਮੇਰਾ ਲੇਖਾ ਕਰਨ ਬਹਿ ਜਾਏ ਨਾ, ਹਿਸਾਬ ਕਿਤਾਬ ਕਰਨ ਬੈਠੇ, ਤਾਂ ਮੈਂ ਛੁੱਟ ਨਹੀਂ ਸਕਣਾ। ਇਸ ਕਰਕੇ ਮੇਰਾ ਬੜਾ ਸਿੱਧਾ ਜਿਹਾ ਹਿਸਾਬ ਮੈਂ ਬੇਨਤੀ ਕਰ ਸਕਦਾ ਵੀ ਮਹਾਰਾਜ ਐਸੀ ਦਇਆ ਕਰੋ, ਲੇਖੇ 'ਚ ਨਾ ਪੈਣਾ, ਮੇਰੀਆਂ ਚੰਗਿਆਈਆਂ ਤੇ ਬੁਰਾਈਆਂ ਦੇ ਲੇਖੇ 'ਚ ਨਾ ਪੈ ਜਾਣਾ। ਮੈਂ ਕਿੰਨਾ ਜੀਵਨ ਵਿੱਚ ਗੁਣ ਕਮਾਏ ਨੇ, ਕਿੰਨੇ ਔਗੁਣ ਕਮਾਏ ਨੇ, ਕਿਰਪਾ ਕਰਿਓ ਇਹਦਾ ਲੇਖਾ ਨਾ ਕਰਿਓ, ਕਿਉਂਕਿ ਇਹਦੇ 'ਚ ਮੈਨੂੰ ਘੱਟ ਹੈ। ਲੇਖਾ ਕਤਾ ਨਾ ਛੁੱਟੀ ਹੈ ਖਿਨ ਖਿਨ ਭੁੱਲਣ ਹਾਰ। ਅਰਦਾਸ ਕਰ ਬਖਸ਼ਣ ਹਾਰ, ਬਖਸ਼ ਲੈ ਨਾਨਕ ਪਾਰ ਉਤਾਰ। ਕਹਿਣ ਲੱਗੇ ਬਸ ਨਿਮਾਣਾ ਹੋ ਕੇ ਝੁਕ ਜਾ ਕਿ ਹੇ ਵਾਹਿਗੁਰੂ ਮੈਂ ਤਾਂ ਖਿਨ ਖਿਨ ਭੁੱਲਣ ਹਾਰ ਆ, ਮੇਰਾ ਲੇਖਾ ਕਦੇ ਨਾ ਕਰੇ। ਤੇ ਇਹ ਗੱਲ ਕੇਵਲ ਰੱਬ ਨੂੰ ਜ਼ੁਬਾਨੀ ਨਹੀਂ ਆਖਣੀ, ਇਹਨੂੰ ਵਿਹਾਰ 'ਚ ਲਿਆਉਣਾ ਹੈ। ਅਸੀਂ ਆਪਣੀ ਚੰਗਿਆਈ ਦਾ ਲੇਖਾ ਤੇ ਕੀਤਾ, ਆਪਣੀ ਬੁਰਾਈ ਦਾ ਲੇਖਾ ਕਦੇ ਨਹੀਂ ਕੀਤਾ। ਔਰ ਮੈਂ ਬੇਨਤੀ ਕਰਾਂ, ਜਦੋਂ ਮਨੁੱਖ ਆਪਣੀ ਬੁਰਾਈ ਨੂੰ ਵੇਖ ਕੇ ਉਹਦਾ ਲੇਖਾ ਕਰਨਾ ਸ਼ੁਰੂ ਕਰ ਦਿੰਦਾ ਹੈ ਨਾ, ਉਹ ਚੰਗੇ ਪਾਸੇ ਵੱਲ ਤੁਰਨਾ ਸ਼ੁਰੂ ਕਰ ਦਿੰਦਾ ਹੈ। ਇਹ ਸਫ਼ਰ ਤੇ ਉਹਨਾਂ ਚਿਰ ਨਹੀਂ ਹੋਣਾ ਜਿੰਨਾ ਚਿਰ ਅਸੀਂ ਆਪਣੇ ਅੰਦਰ ਦੇ ਔਗਣਾ ਵੱਲ ਝਾਤ ਨਾ ਪਾ ਲਈਏ। ਖੈਰ ਮੈਂ ਬੇਨਤੀ ਕਰ ਰਿਹਾ ਸਾਂ, ਭਗਤ ਰਵਿਦਾਸ ਜੀ ਨੇ ਵੀ ਆਪਣੇ ਜੀਵਨ ਦਾ ਪੂਰਾ ਹਿਸਾਬ ਕਿਤਾਬ ਰੱਖਿਆ ਤੇ ਉਹਨਾਂ ਨੂੰ ਵੀ ਇੱਕ ਖਦਸ਼ਾ ਹੈ ਜਿਸ ਵਾਸਤੇ ਉਹ ਧਿਆਨ ਰੱਖਦੇ ਨੇ। ਅਸੀਂ ਧਿਆਨ ਕਿਉਂ ਰੱਖਦੇ ਹਾਂ ਵੀ ਅੱਗੇ ਨਾਲੋਂ ਘਾਟਾ ਤੇ ਨਹੀਂ ਪੈ ਰਿਹਾ। ਇਹ ਨਾ ਹੋਵੇ ਦਿਵਾਲੀਆ ਨਿਕਲ ਜਾਏ ਤਦੋਂ ਹੀ ਅੱਖਾਂ ਖੋਲਣ ਵੀ ਘਾਟਾ ਪੈ ਗਿਆ। ਨਹੀਂ, ਪਹਿਲਾਂ ਹੀ ਆਪਾਂ ਹਿਸਾਬ ਕਿਤਾਬ ਪੂਰਾ ਰੱਖੀਏ। ਜੇ ਥੋੜਾ ਬਹੁਤ ਘਾਟਾ ਪੈਂਦਾ ਆਪਾਂ ਨੂੰ ਨਜ਼ਰ ਆਉਂਦਾ ਤੇ ਆਪਾਂ ਕੋਈ ਹੋਰ ਯਤਨ ਕਰਾਂਗੇ, ਕੋਈ ਹੋਰ ਉਪਰਾਲਾ ਕਰਾਂਗੇ, ਕੋਈ ਹੋਰ ਤਰੀਕਾ ਵਰਤਾਂਗੇ ਤਾਂ ਕਿ ਵਪਾਰ, ਬਿਜ਼ਨਸ, ਦੁਕਾਨ ਅੱਗੇ ਵਧੇ, ਪਿੱਛੇ ਨਾ ਆਏ। ਭਗਤ ਜੀ ਕਹਿੰਦੇ ਮੈਂ ਆਪਣੇ ਧਰਮੀ ਜੀਵਨ ਦਾ ਵੀ ਪੂਰਾ ਹਿਸਾਬ ਕਿਤਾਬ ਰੱਖਿਆ ਤੇ ਮੇਰੇ ਅੰਦਰ ਵੀ ਇੱਕ ਚਿੰਤਾ ਹੈ। ਹਿਸਾਬ ਕਿਤਾਬ ਮੈਂ ਕਿਉਂ ਰੱਖਿਆ? ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ। ਮੈਂ ਇਸ ਕਰਕੇ ਰੱਖਿਆ ਹੈ ਵੀ ਆਹ ਸਾਰਾ ਕੁਝ ਕਰਦਿਆਂ ਕਤਰਦਿਆਂ ਹੋਇਆਂ ਕਿਤੇ ਮੇਰੇ ਅੰਦਰ ਜਿਹੜਾ ਪਿਆਰ ਹੈ ਵਾਹਿਗੁਰੂ ਦਾ, ਉਹਦਾ ਗ੍ਰਾਫ ਨੀਵਾ ਤੇ ਨਹੀਂ ਹੋ ਰਿਹਾ, ਕਿਤੇ ਘਟ ਤੇ ਨਹੀਂ ਰਿਹਾ। ਮੈਂ ਇਸ ਪਾਸੇ ਵੀ ਪੂਰਾ ਧਿਆਨ ਰੱਖਣਾ। ਆਪਣੀ ਕਿਰਤ ਮੈਂ ਕਰ ਰਿਹਾ ਆਪਣੇ ਹੱਥਾਂ ਦੇ ਨਾਲ, ਮੈਂ ਦੁਨੀਆ ਦੇ ਨਾਲ ਵਿਹਾਰ ਵੀ ਚੰਗਾ ਕਰ ਰਿਹਾ। ਮੈਂ ਇੱਕ ਸੰਸਾਰਕ ਤੌਰ ਦੇ ਉੱਤੇ ਨਿਕੰਮਾ ਨਹੀਂ, ਆਮ ਤੌਰ ਤੇ ਮੈਂ ਬੇਨਤੀ ਕਰਾਂ, ਅਸੀਂ ਭਗਤ ਸਾਹਿਬਾਨਾਂ ਦਾ ਨਾ ਆਪਣੇ ਦਿਮਾਗ ਵਿੱਚ ਤਸਵੀਰ ਹੀ ਇਹੋ ਜਿਹੀ ਬਣਾ ਲਈ ਹੈ ਵੀ ਖੌਰੇ ਉਹਨਾਂ ਨੂੰ ਕੋਈ ਦੁਨੀਆ ਦਾ ਕੰਮ ਕਰਨਾ ਹੀ ਨਹੀਂ ਸੀ ਆਉਂਦਾ। ਉਹ ਵਿਹਲੇ ਰਹਿੰਦੇ ਹੋਣਗੇ ਕਿਸੇ ਜੰਗਲ ਪਹਾੜ, ਕਿਸੇ ਗੁਫਾ, ਕਿਸੇ ਭੋਰੇ 'ਚ ਬਹਿ ਕੇ ਰਾਮ ਰਾਮ ਕਰਦੇ ਰਹੇ, ਮਾਲਾ ਫੇਰਦੇ ਰਹੇ ਹੋਣਗੇ ਤੇ ਰੱਬ ਦੀਆਂ ਹੀ ਗੱਲਾਂ ਕੀਤੀਆਂ ਨੇ ਉਹਨਾਂ ਨੇ ਆਪਣੇ ਸਾਰੇ ਜੀਵਨ ਅੰਦਰ। ਹੋਰ ਕੋਈ ਵਿਹਾਰ ਦੀ ਤਾਂ ਗੱਲ ਉਹਨਾਂ ਕੀਤੀ ਨਹੀਂ। ਅਸੀਂ ਪ੍ਰਚਾਰਨ ਵਾਲਿਆਂ ਨੇ ਵੀ ਉਹਨਾਂ ਨੂੰ ਐਵੇਂ ਹੀ ਪ੍ਰਚਾਰਿਆ ਤੇ ਸਾਡੇ ਦਿਮਾਗ ਵਿੱਚ ਨਕਸ਼ਾ ਵੀ ਐਸਾ ਹੀ ਬਣ ਗਿਆ ਹੈ। ਕਦੇ ਖਿਆਲ ਕਰਨਾ, ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਪੜ੍ਹਦੇ ਆ ਨਾ, ਉਹ ਸੰਸਾਰਕ ਤੌਰ ਉੱਤੇ ਵੀ ਨਿਪੁੰਨ ਸੰਸਾਰੀ ਸਨ ਤੇ ਧਾਰਮਿਕ ਦੁਨੀਆ ਦੇ ਅੰਦਰ ਵੀ ਨਿਪੁੰਨ ਧਰਮੀ ਸਨ। ਉਹਨਾਂ ਨੇ ਸੰਸਾਰ ਵਿੱਚ ਜੀਂਦਿਆਂ ਧਰਮੀ ਬਣ ਕੇ ਜੀਵਨ ਜੀਵਿਆ ਹੈ। ਇਸ ਕਰਕੇ ਉਹਨਾਂ ਨੂੰ ਪਰਫੈਕਟ ਸੰਸਾਰੀ ਆਖਿਆ ਜਾ ਸਕਦਾ ਹੈ। ਉਹਨਾਂ ਦੀ ਕਿਰਤ ਵਿੱਚ ਪਾਪ ਨਹੀਂ ਆਇਆ, ਉਹਨਾਂ ਦੀ ਰਸਨਾ ਤੇ ਝੂਠ ਨਹੀਂ ਆਇਆ। ਉਹਨਾਂ ਨੇ ਕਦੇ ਆਪਣੀ ਧੌਣ ਝੁਕਾ ਕੇ ਨਾ ਕਿਸੇ ਦੀ ਗੁਲਾਮੀ ਕਬੂਲੀ ਤੇ ਨਾ ਕਿਸੇ ਨੂੰ ਗੁਲਾਮ ਬਣਾਇਆ। ਨਾ ਉਹਨਾਂ ਦੇ ਜੀਵਨ ਅੰਦਰ ਧੱਕਾ ਸੀ, ਜ਼ੁਲਮ ਸੀ ਤੇ ਨਾ ਹੀ ਉਹ ਧੱਕਾ ਤੇ ਜ਼ੁਲਮ ਬਰਦਾਸ਼ਤ ਕਰਦੇ ਸਨ। ਉਹ ਇੱਕ ਐਸਾ ਸਮਾਜ ਬਣਾਉਣਾ ਚਾਹੁੰਦੇ ਸਨ ਜਿੱਥੇ ਹਰ ਇੱਕ ਮਨੁੱਖ ਇੰਨੇ ਸੋਹਣੇ ਢੰਗ ਨਾਲ ਜੀਵਨ ਜੀਵੇ। ਕਹਿਣ ਤੋਂ ਭਾਵ ਹੈ ਵੀ ਉਹ ਨਿਪੁੰਨ ਸੰਸਾਰੀ ਵੀ ਸਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ, ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਕਦੇ ਉਹਨਾਂ ਦੇ ਜੀਵਨ ਵੱਲ ਝਾਤ ਮਾਰ ਕੇ ਵੇਖੀਏ। ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਜਦੋਂ ਉਦਾਹਰਨਾਂ ਦਿੰਦੇ ਨੇ ਨਾ, ਤੇ ਖੱਡੀ ਚਲਾਉਣ ਦੀਆਂ ਉਦਾਹਰਨਾਂ ਦਿੰਦੇ ਨੇ, ਕਿਉਂਕਿ ਉਹਨਾਂ ਦਾ ਪੇਸ਼ਾ ਹੈ, ਉਹਨਾਂ ਦੀ ਕਿਰਤ ਹੈ। ਭਗਤ ਰਵਿਦਾਸ ਜੀ ਜਦੋਂ ਆਪਣੀ ਬਾਣੀ 'ਚ ਉਦਾਹਰਨਾਂ ਦਿੰਦੇ ਨੇ, ਚਮੜੇ ਦੀਆਂ ਉਦਾਹਰਨਾਂ ਦਿੰਦੇ ਨੇ, ਮਰੇ ਹੋਏ ਪਸ਼ੂਆਂ ਦੀ ਖੱਲ ਲਾਉਣ ਦੀਆਂ ਉਦਾਹਰਨਾਂ ਵੀ ਦਿੰਦੇ ਨੇ, ਕਿਉਂਕਿ ਉਹਨਾਂ ਦੀ ਕਿਰਤ ਹੈ। ਭਗਤ ਧੰਨਾ ਜੀ ਜਦੋਂ ਆਪਣੀ ਬਾਣੀ 'ਚ ਉਦਾਹਰਣ ਦਿੰਦੇ ਨੇ, ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਾਂ, ਬੜੀਆਂ ਪਿਆਰੇ ਸ਼ਬਦ ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਵਰਤੇ, ਕਿਉਂਕਿ ਉਹਨਾਂ ਦੀ ਕਿਰਤ ਹੈ। ਖਿਆਲ ਕਰਨਾ, ਹਰ ਇੱਕ ਭਗਤ ਸਾਹਿਬਾਨ ਨੇ ਆਪਣਾ ਜਿਹੜਾ ਕਿੱਤਾ ਸੀ ਨਾ, ਉਹਦੀਆਂ ਉਦਾਹਰਨਾਂ ਲੈ ਕੇ
ਆਪਣੀ ਬਾਣੀ ਦੇ ਵਿੱਚ ਸਾਨੂੰ ਸੁਨੇਹਾ ਦਿੱਤਾ, ਸਾਨੂੰ ਮੈਸੇਜ ਦਿੱਤਾ, ਸਾਨੂੰ ਉਪਦੇਸ਼ ਦਿੱਤਾ, ਕਿਉਂਕਿ ਉਹ ਆਪਣੀ ਆਪਣੀ ਕਿਰਤ ਵਿੱਚ ਪੂਰੇ ਨਿਪੁੰਨ ਹਨ, ਉਹ ਕਿਰਤਕਾਰ ਕਰਦੇ ਨੇ। ਸਾਨੂੰ ਕੇਵਲ ਇੰਨੀ ਪੰਕਤੀ ਸੁਣਾਈ ਗਈ ਭਗਤ ਕਬੀਰ ਸਾਹਿਬ ਜੀ ਦੀ, ਕਿ ਭਗਤ ਕਬੀਰ ਸਾਹਿਬ ਜੀ ਦੀ ਮਾਤਾ ਆਖਦੀ ਹੈ ਕਿ ਮੇਰਾ ਪੁੱਤ ਤਾਂ ਨਿਕੰਮਾ ਹੈ, ਇਹਨੂੰ ਤਾਂ ਕੋਈ ਸੋਝੀ ਨਹੀਂ। ਤਨਨਾ ਬੁਨਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਹੈ ਸਰੀਰ। ਵੀ ਇਹ ਤਾਂ ਹੁਣ ਤਨਨਾ ਬੁਨਨਾ ਛੱਡ ਚੁੱਕਿਆ, ਖੱਡੀ ਦੀ ਇਸ ਨੂੰ ਸਾਰ ਨਹੀਂ ਰਹੀ, ਕੱਪੜਾ ਬੁਣਨਾ ਛੱਡ ਦਿੱਤਾ, ਬਸ ਰੱਬ ਰੱਬ ਕਰਦਾ ਰਹਿੰਦਾ। ਸਾਨੂੰ ਇਹ ਸਾਖੀਆਂ ਭਗਤ ਮਾਲਾ ਦੀਆਂ ਲਿਖ ਲਿਖ ਕੇ ਪ੍ਰਚਾਰੀਆਂ ਤੇ ਸੁਣਾਈਆਂ ਤੇ ਅਸੀਂ ਪੜ੍ਹੀਆਂ ਤੇ ਸਾਡੇ ਦਿਮਾਗ ਵਿੱਚ ਇਹ ਗੱਲ ਟਿਕ ਗਈ। ਪਰ ਨਹੀਂ ਗੁਰੂ ਪਿਆਰ ਵਾਲਿਓ, ਭਗਤ ਰਵਿਦਾਸ ਨੇ ਕੋਈ ਖੱਡੀ ਵਾਲਾ ਤਨਣਾ ਬੁਣਨਾ ਨਹੀਂ ਛੱਡਿਆ। ਪਤਾ ਕਿਹੜਾ ਤਨਣਾ ਬੁਣਨਾ ਛੱਡਿਆ? ਤਨਣਾ ਬੁਣਨਾ ਦਾ ਅਰਥ ਹੈ ਜੋੜ ਤੋੜ ਕਰਨਾ। ਆ ਜਿਹੜੇ ਅਸੀਂ ਜੋੜ ਤੋੜ ਕਰਦੇ ਰਹਿੰਦੇ ਨਾ ਹਰ ਵੇਲੇ ਹਰ ਘੜੀ, ਜਿੱਥੇ ਵੀ ਬੈਠੇ ਹੋ ਤੇ ਆਪਣਾ ਹੀ ਜੋੜ ਤੋੜ ਸਾਡਾ ਹੁੰਦਾ। ਇਹ ਜੋੜ ਤੋੜ ਛੱਡਿਆ ਕਬੀਰ ਸਾਹਿਬ ਨੇ। ਕੀ ਲੈਣਾ ਇਸ ਚੀਜ਼ ਦੇ ਵਿੱਚੋਂ? ਵਾਧੂ ਦੀ ਸਿਰ ਖਪਾਈ, ਆਪਣੇ ਆਪ ਨੂੰ ਹੀ ਹਰ ਥਾਂ ਤੇ ਚਮਕਾਉਣ ਵਾਸਤੇ ਬੰਦਾ ਕਿੰਨੇ ਜੋੜ ਤੋੜ ਕਰਦਾ। ਮਾਫ ਕਰਨਾ, ਗੁਰਦੁਆਰੇ ਆਉਂਦਾ ਉੱਥੇ ਵੀ ਜੋੜ ਤੋੜ ਹੈ, ਕਿਸੇ ਦੀ ਵਿਆਹ ਪਾਰਟੀ 'ਚ ਚਲੇ ਜਾਏ ਉੱਥੇ ਵੀ ਜੋੜ ਤੋੜ ਹੈ, ਕਿਤੇ ਕੋਈ ਚਲਾਣਾ ਕਰ ਗਿਆ ਉੱਥੇ ਵੀ ਆਪਣੇ ਹੀ ਜੋੜ ਤੋੜ 'ਚ ਬੰਦਾ ਲੱਗਿਆ। ਕਦੇ ਪਾਕ ਹਿਰਦਾ ਰੱਖ ਕੇ, ਕਦੇ ਸਪਸ਼ਟ ਹੋ ਕੇ ਬੰਦਾ ਦੁਨੀਆ 'ਚ ਵਿਚਰਿਆ ਹੋਵੇ। ਕਦੇ ਐਸਾ ਬਹੁਤ ਘੱਟ ਹੁੰਦਾ ਕਿ ਬੰਦਾ ਨਿਰਛਲ ਹੋ ਕੇ, ਨਿਸ਼ਕਪਟ ਹੋ ਕੇ, ਕੋਈ ਕਪਟ ਨਹੀਂ, ਕੋਈ ਛਲ ਨਹੀਂ, ਕੋਈ ਆਪੇ ਨੂੰ ਚਮਕਾਉਣ ਦੀ ਭਾਵਨਾ ਨਹੀਂ, ਬੰਦਾ ਐ ਸਾਫ ਸੁਥਰੀ ਭਾਵਨਾ ਨਾਲ ਕਿਸੇ ਦੇ ਦੁੱਖ 'ਚ ਸ਼ਰੀਕ ਹੋ ਗਿਆ, ਕਿਸੇ ਦੇ ਸੁੱਖ ਵੇਲੇ ਉਸ ਬੰਦੇ ਦੇ ਸੁੱਖ ਵਿੱਚ ਸ਼ਰੀਕ ਹੋਇਆ, ਸ਼ਾਮਲ ਹੋਇਆ। ਘੱਟ ਹੁੰਦਾ ਹੈ ਨਾ। ਅਸੀਂ ਆਪਣੇ ਆਪਣੇ ਜੀਵਨ ਨੂੰ ਵੇਖਣਾ, ਅਸੀਂ ਹਰ ਵੇਲੇ ਆਪਣੇ ਜੋੜ ਤੋੜ ਵਿੱਚ ਹਾਂ। ਇਹ ਜੋੜ ਤੋੜ ਕਬੀਰ ਸਾਹਿਬ ਕਹਿੰਦੇ ਮੈਂ ਛੱਡ ਦਿੱਤਾ, ਮੈਨੂੰ ਇਹੋ ਜਿਹੇ ਤਾਣਿਆਂ ਬਾਣਿਆਂ ਚੁਲਝਣ ਦਾ ਸ਼ੌਂਕ ਨਹੀਂ। ਤਨਨਾ ਬੁਨਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਹੈ ਸਰੀਰ। ਮੈਂ ਤਾਂ ਬੜਾ ਸਪਸ਼ਟ ਜੇ ਜੀਵਨ ਦਾ ਬੰਦਾ, ਨਾ ਮੈਂ ਛਲ ਕਰਾਂ, ਨਾ ਕਪਟ ਕਰਾਂ, ਨਾ ਹੀ ਮੈਨੂੰ ਆਪਣੀਆਂ ਉਲਝਣਾਂ ਤੇ ਜੋੜ ਤੋੜ ਨਾਲ ਕਿਸੇ ਦੀਆਂ ਨਾਲ ਕੋਈ ਮਤਲਬ ਹੈ। ਇਹ ਹੈ ਸੁਚੱਜਾ ਤੇ ਸੁਖੀ ਜੀਵਨ। ਸਾਨੂੰ ਦੁਖੀ ਕੋਈ ਨਹੀਂ ਕਰਦਾ, ਅਸੀਂ ਖੁਦ ਹੁੰਦੇ ਆ। ਸਾਡੇ ਕਰਮ ਸਾਡੇ ਦੁੱਖਾਂ ਦਾ ਕਾਰਨ ਨੇ। ਅਸੀਂ ਜਿਹੜਾ ਜਾਲ ਬੁਣਦੇ ਆ ਨਾ ਉਹਦੇ ਵਿੱਚ ਅਸੀਂ ਉਲਝਦੇ ਆ ਤੇ ਸਾਰੀ ਉਮਰ ਉਲਝੇ ਰਹਿੰਦੇ ਆ ਆਪਣੇ ਬੁਣੇ ਹੋਏ ਜਾਲ ਦੇ ਵਿੱਚ। ਫਿਰ ਦੋਸ਼ ਅਸੀਂ ਦੂਸਰੇ ਦਾ ਕੱਢਦੇ ਆ ਵੀ ਫਲਾਣੇ ਨੇ ਕਰ ਦਿੱਤਾ, ਦੂਸਰੇ ਨੇ ਕਰ ਦਿੱਤਾ, ਉਹਦੀ ਵਜ੍ਹਾ ਕਰਕੇ ਇਵੇਂ ਹੋਇਆ, ਉਹਦੀ ਵਜ੍ਹਾ ਕਰਕੇ ਇਵੇਂ ਹੋਇਆ। ਜਦੋਂ ਅਖੌਤੀ ਸਿਆਣਿਆਂ ਕੋਲ ਕੋਈ ਜਾਂਦਾ ਹੈ ਨਾ ਤਾਂ ਉਹ ਕਦੇ ਨਹੀਂ ਕਹਿੰਦੇ ਵੀ ਤੇਰਾ ਕਸੂਰ ਹੈ। ਉਹ ਕਦੇ ਨਹੀਂ ਆਖਦੇ ਤੇਰੀਆਂ ਗਲਤੀਆਂ ਕਰਕੇ ਤੂੰ ਦੁਖੀ ਹੋ ਰਿਹਾ ਹੈ, ਤੇਰੇ ਵਿਹਾਰ 'ਚ ਖਰਾਬੀ ਹੈ, ਤੇਰੀ ਸੋਚ 'ਚ ਖਰਾਬੀ ਹੈ, ਤੇਰਾ ਸੋਚਣ ਦਾ ਢੰਗ ਗਲਤ ਹੈ, ਤੇਰੇ ਗਲਤ ਵਿਚਾਰ ਤੈਨੂੰ ਦੁਖੀ ਕਰਦੇ ਨੇ। ਨਹੀਂ, ਉਹਨਾਂ ਨੂੰ ਪਤਾ ਹੈ ਵੀ ਹਰ ਬੰਦਾ ਸਮਾਜ ਵਿੱਚ ਈਰਖਾ ਨਾਲ ਭਰਿਆ ਹੈ। ਤੇ ਈਰਖਾ ਕਿਹਦੇ ਨਾਲ ਹੈ ਜੀ? ਦੂਸਰੇ ਨਾਲ। ਈਰਖਾ ਕਿਹਦੇ ਨਾਲ ਹੈ? ਦੂਸਰੇ ਨਾਲ। ਇਸ ਕਰਕੇ ਉਹ ਗੱਲ ਹੀ ਦੂਸਰੇ ਤੋਂ ਸ਼ੁਰੂ ਕਰਦੇ ਵੀ ਤੇਰੇ ਗੁਆਂਢੀ ਨੇ ਕੁਝ ਕੀਤਾ, ਤੇਰੀ ਨੂੰਹ ਨੂੰ ਆਖਣਾ ਸੱਸ ਨੇ ਕੁਝ ਕੀਤਾ, ਸੱਸ ਨੂੰ ਆਖਣਾ ਨੂੰਹ ਨੇ ਕੁਝ ਕੀਤਾ, ਦਰਾਣੀ ਨੂੰ ਆਖਣਾ ਜਠਾਣੀ ਨੇ ਕੁਝ ਕੀਤਾ, ਜਠਾਣੀ ਨੂੰ ਆਖਿਆ ਦਰਾਣੀ ਨੇ। ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡੀ ਕਮਜ਼ੋਰੀ ਦਾ, ਵੀ ਕੋਈ ਬੰਦਾ ਆਪਣੇ ਆਪ ਨੂੰ ਗਲਤ ਮੰਨਣ ਲਈ ਤਿਆਰ ਨਹੀਂ। ਹਮੇਸ਼ਾ ਈਰਖਾ ਨਾਲ ਭਰਿਆ ਦੂਸਰੇ ਦਾ ਔਗਣ ਕੱਢਦਾ ਹੈ, ਦੋਸ਼ ਕੱਢਦਾ। ਇਸ ਕਰਕੇ ਉਹ ਕਦੇ ਨਹੀਂ ਕਹਿਣਗੇ ਵੀ ਤੁਹਾਡੇ 'ਚ ਖਰਾਬੀ ਹੈ। ਆਪਣੀ ਸੋਚ ਠੀਕ ਕਰੋ, ਚੰਗੇ ਵਿਚਾਰ ਅਪਣਾਓ, ਚੰਗਾ ਜੀਵਨ ਜੀਵੋ, ਮਨ ਨੂੰ ਸਾਫ਼ ਰੱਖੋ, ਈਰਖਾ ਨਾ ਕਰੋ। ਉਹਨਾਂ ਨੂੰ ਕੀ ਲੋੜ ਹੈ ਜੀ ਇਸ ਮੁਸੀਬਤ ਵਿੱਚ ਪੈਣ ਦੀ? ਉਹਨਾਂ ਦੇ ਗਾਹਕ ਟੁੱਟ ਜਾਣਗੇ, ਉਹਨਾਂ ਨੂੰ ਤਾਂ ਗਾਹਕ ਚਾਹੀਦੇ ਨੇ। ਇਸ ਕਰਕੇ ਉਹ ਸਾਡੀ ਕਮਜ਼ੋਰੀ ਨੂੰ ਤਾੜ ਲੈਂਦੇ ਨੇ ਵੀ ਬੰਦਾ ਕਿਹੜਾ ਹੈ ਜਿਹੜਾ ਈਰਖਾ ਨਹੀਂ ਕਰਦਾ ਦੂਸਰੇ ਨਾਲ, ਕਿਹੜਾ ਬੰਦਾ ਹੈ ਜਿਹੜਾ ਆਪਣੀ ਗਲਤੀ ਨੂੰ ਮੰਨਣ ਲਈ ਰਾਜ਼ੀ ਹੈ। ਇਸ ਕਰਕੇ ਉਹ ਗੱਲ ਦੂਸਰੇ ਤੋਂ ਸ਼ੁਰੂ ਕਰਦੇ ਨੇ, ਦੂਸਰੇ ਪਰਸਨ ਤੋਂ, ਦੂਸਰੇ ਵਿਅਕਤੀ ਤੋਂ, ਚਾਹੇ ਉਹ ਘਰ ਦਾ ਹੋਵੇ, ਚਾਹੇ ਉਹ ਗੁਆਂਢੀ ਹੋਵੇ, ਚਾਹੇ ਉਹ ਦੂਰ ਦਾ ਹੋਵੇ। ਇਹ ਕਮਜ਼ੋਰੀ ਹੈ ਸਾਡੇ ਜੀਵਨ ਦੀ। ਸਾਡਾ ਉਹਨਾਂ ਨੇ ਮਨੋਵਿਗਿਆਨ ਬੜੀ ਚੰਗੀ ਤਰ੍ਹਾਂ ਸਾਡੇ ਮਨ ਨੂੰ ਪੜ੍ਹਿਆ। ਉਹ ਜਾਣਦੇ ਨੇ ਇਸ ਗੱਲ ਨੂੰ। ਐਵੇਂ ਥੋੜਾ ਦੁਕਾਨ ਖੋਲ ਕੇ ਬਹਿ ਗਏ। ਬੰਦਾ ਦੁਕਾਨ ਖੋਲਣ ਤੋਂ ਪਹਿਲਾਂ ਸੋਚਦਾ ਹੈ ਵੀ ਕੀ ਜਿਹੜੀਆਂ ਚੀਜ਼ਾਂ ਮੈਂ ਆਪਣੀ ਦੁਕਾਨ 'ਚ ਰੱਖਣੀਆਂ ਨੇ, ਇਸ ਏਰੀਏ 'ਚ ਉਹਦੇ ਗਾਹਕ ਵੀ ਹੈਗੇ ਨੇ ਕਿ ਨਹੀਂ ਹੈਗੇ। ਦੁਕਾਨ ਖੋਲਣ ਤੋਂ ਪਹਿਲਾਂ ਸੋਚਦਾ ਹੈ ਨਾ ਜੀ ਬੰਦਾ। ਤੇ ਅਖੌਤੀ ਸਿਆਣੇ ਵੀ ਸੋਚਦੇ ਨੇ ਵੀ ਕਿੱਥੇ ਕਿ ਸਾਡੇ ਗਾਹਕ ਕਿਸ ਢੰਗ ਦੇ ਹੋਣਗੇ ਤੇ ਉਹਨਾਂ ਦੀਆਂ ਕੀ ਪ੍ਰੋਬਲਮ ਹੋਣਗੀਆਂ। ਬੜੀ ਸੋਚ ਵਿਚਾਰ ਤੋਂ ਬਾਅਦ ਉਹ ਉਸ ਜਗ੍ਹਾ ਤੇ ਆਪਣੀ ਦੁਕਾਨ ਰੱਖਦੇ ਨੇ। ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਪੜ੍ਹਦੇ ਨੇ, ਤੁਹਾਨੂੰ ਪੁੱਛਦੇ ਨੇ। ਤੇ ਸਾਡੀਆਂ ਹੀ ਕਮਜ਼ੋਰੀਆਂ ਜਿਨ੍ਹਾਂ ਦਾ ਉਹ ਨਜਾਇਜ਼ ਪੈਦਾ ਲੈ ਕੇ ਸਾਨੂੰ ਉਲਝਾਈ ਜਾ ਰਹੇ ਨੇ। ਸਤਿਗੁਰੂ ਦੇ ਪਿਆਰ ਵਾਲਿਓ, ਸਿਆਣੇ ਤਾਂ ਮੈਂ ਸਮਝਦਾ ਉਹ ਵਾਕਿਆ ਹੀ ਆਪੇ ਨੇ। ਅਸੀਂ ਸ਼ਬਦ ਧਰਿਆ ਨਾ ਵੀ ਅਸੀਂ ਸਿਆਣੇ ਕੋਲ ਗਏ,
ਸਿਆਣੇ ਉਹ ਆਪੇ ਹੀ ਨੇ ਜਿਨ੍ਹਾਂ ਦਾ ਇੱਕ ਸੇਬ 5100 ਰੁਪਏ 'ਚ ਵਿਕ ਜਾਏ। ਤੁਸੀਂ ਆਪ ਸੋਚੋ, ਉਹ ਵੱਡੇ ਸਟੋਰਾਂ ਦੇ ਮਾਲਕਾਂ ਨਾਲੋਂ ਵੀ ਜ਼ਿਆਦਾ ਸਿਆਣੇ ਨਾ ਹੋਏ, ਜਿਨ੍ਹਾਂ ਦੀ ਸਵਾਹ ਦੀ ਕੁੜੀ ਵੀ 2100 ਰੁਪਏ 'ਚ ਵਿਕ ਜਾਣੀ ਹੈ ਤੇ ਸਾਰੇ ਟੱਬਰ ਨੇ ਨਾਲੇ ਉਹ ਸਵਾਹ ਘੋਲ ਪੀਣੀ ਹੈ, ਨਾਲੇ ਸਿਰ 'ਚ ਪਾਉਣੀ ਹੈ। ਸਿਆਣਾ ਕੌਣ ਹੋਇਆ ਜੀ? ਤੁਸੀਂ ਆਪ ਸੋਚੋ। ਜਿਹਦੀ ਸਵਾਹ ਵਿਕਦੀ ਉਹ ਸਿਆਣਾ ਹੀ ਹੈ। ਜਿਹਦੀਆਂ ਲਾਚੀਆਂ ਵਿਕਦੀਆਂ ਨੇ, ਜਿਸ ਨੇ 10 ਗ੍ਰਾਮ ਇਲਾਚੀਆਂ ਜਿਹੜੀਆਂ ਨੇ ਉਹ 700-800 ਰੁਪਏ 'ਚ ਵੇਚ ਜਾਣੀਆਂ, ਉਹ ਸਿਆਣਾ ਹੈ ਕਿ ਅਸੀਂ ਸਿਆਣੇ ਆ? ਉਹ ਸਿਆਣਾ ਹੈ। ਕਮਲੇ ਤਾਂ ਅਸੀਂ ਆ ਜਿਹੜੇ ਉਹਨਾਂ ਕੋਲ ਜਾਂਦੇ ਆ, ਉਹ ਵਾਕਈ ਸਿਆਣਾ ਹੈ। ਹੁਣ ਜ਼ਰਾ ਸੋਚਣਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਜਿਹੜਾ ਜੀਵਨ ਦਿੰਦੇ ਨੇ, ਕਿ ਅਸੀਂ ਕਦੇ ਉਸ ਦੀ ਵਿਚਾਰ ਕੀਤੀ? ਅਸੀਂ ਉਲਝੇ ਹੀ ਤਾਂ ਹਾਂ ਕਿਉਂਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਆਪਣੇ ਜੀਵਨ ਨਾਲ ਜੋੜਨ ਦਾ ਯਤਨ ਨਹੀਂ ਕੀਤਾ, ਕਹਾਣੀਆਂ 'ਚ ਉਲਝਾ ਲਿਆ। ਕਬੀਰ ਸਾਹਿਬ ਕਹਿੰਦੇ ਮੈਨੂੰ ਜੋੜ ਤੋੜ ਨਹੀਂ ਆਉਂਦਾ, ਮੈਂ ਇਹਨਾਂ ਉਲਝਣਾ 'ਚ ਨਹੀਂ ਪੈਂਦਾ। ਤਾਂ ਹੀ ਗੁਰਦੇਵ ਜੀ ਨੇ ਆਪਣੇ ਪਾਵਨ ਸ਼ਬਦ ਵਿੱਚ ਆਖਿਆ, ਤਨ ਨਾ ਬੁਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਹਜ਼ੂਰ ਕਹਿਣ ਲੱਗੇ ਆ ਜੋੜ ਤੋੜ ਛੱਡ ਕੇ ਨਾ ਦੁਨੀਆ ਵਾਲੇ, ਕਬੀਰ ਨੇ ਵਾਹਿਗੁਰੂ ਦੇ ਚਰਨਾਂ ਨਾਲ ਪਿਆਰ ਪਾ ਲਿਆ। ਤਨ ਨਾ ਬੁਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਕਬੀਰ ਸਾਹਿਬ ਨੇ। ਹੁਣ ਅੱਗੇ ਸ਼ਬਦ ਪੜੋ, ਬੜੇ ਪਿਆਰੇ ਬੋਲ ਜਿਹੜੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਬਦ ਵਿੱਚ ਵਰਤੇ। ਸਾਰੇ ਭਗਤਾਂ ਦਾ ਜ਼ਿਕਰ ਕਰਕੇ ਉਹਨਾਂ ਨੇ ਉਹਨਾਂ ਦੀ ਕਿਰਤ ਦਾ ਵੀ ਥੋੜਾ ਜ਼ਿਕਰ ਕੀਤਾ, ਉਹਨਾਂ ਨੇ ਕੀ ਛੱਡਿਆ ਤੇ ਕਿਵੇਂ ਸਾਂਝ ਪਾਈ ਹੈ ਸੱਚ ਨਾਲ, ਇਹਦਾ ਵੀ ਜ਼ਿਕਰ ਗੁਰੂ ਅਰਜਨ ਸਾਹਿਬ ਨੇ। ਬੜੇ ਪਿਆਰਾ ਸ਼ਬਦ ਹੈ, ਕਿਤੇ ਵਿਚਾਰ ਕਰਾਂਗੇ ਆਪਾਂ ਸੰਗਤੀ ਰੂਪ ਵਿੱਚ। ਗੁਰਦੇਵ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕਬੀਰ ਨੇ ਜੋੜ ਤੋੜ ਛੱਡ ਦਿੱਤੇ। ਅਸੀਂ ਕਬੀਰ ਦੀ ਕਿਰਤ ਵੱਲ ਹੀ ਧਿਆਨ ਕਰਦੇ ਰਹੇ ਤੇ ਖੌਰੇ ਕਬੀਰ ਸਾਹਿਬ ਨੇ ਖੱਡੀ ਚਲਾਉਣੀ ਛੱਡ ਦਿੱਤੀ ਹੋਵੇ। ਕਬੀਰ ਸਾਹਿਬ ਨੂੰ ਕੰਮ ਕਰਨਾ ਨਹੀਂ ਆਉਂਦਾ ਸੀ। ਕਬੀਰ ਸਾਹਿਬ ਸਮਾਧੀ ਲਾ ਕੇ ਬਹਿ ਗਏ ਹੋਣਗੇ, ਕੀ ਪਰਿਵਾਰ ਮੰਗ ਕੇ ਖਾਂਦਾ ਹੋਏਗਾ? ਜ਼ਰਾ ਸੋਚੋ, ਪਰਿਵਾਰ ਰੋਟੀ ਕਿੱਥੋਂ ਖਾਂਦਾ ਸੀ? ਕੀ ਕਬੀਰ ਸਾਹਿਬ ਮੱਥੇ ਟਿਕਾਉਣ ਲੱਗ ਪਏ ਸਨ ਵੀ ਲੋਕਾਂ ਦੀ ਆਈ ਦੌਲਤ ਦੇ ਨਾਲ, ਲੋਕਾਂ ਦੇ ਭੇਟਾ ਕੀਤੇ ਅਨਾਜ ਦੇ ਨਾਲ ਉਹਨਾਂ ਦੇ ਬੱਚੇ ਢਿੱਡ ਭਰਦੇ ਸਨ? ਕੀ ਕਬੀਰ ਸਾਹਿਬ ਐਸੇ ਹੋਣਗੇ? ਨਹੀਂ, ਕਬੀਰ ਸਾਹਿਬ ਤਾਂ ਆਪਣੀ ਕਿਰਤ ਕਰਨ ਵਾਲੇ ਨੇ, ਕੋਈ ਪੂਜਾ ਕਰਵਾਉਣ ਵਾਲੇ ਅਜੋਕੇ ਸਾਧਾ ਮਾਊ ਨਹੀਂ ਹਨ। ਕਬੀਰ ਸਾਹਿਬ ਆਪਣੀ ਕਿਰਤਕਾਰ ਕਰਦਿਆਂ ਨਿਪੁੰਨ ਸੰਸਾਰੀ ਤੇ ਗ੍ਰਸਤੀ ਨੇ ਤੇ ਨਿਪੁੰਨ ਧਰਮੀ ਨੇ। ਇਹੀ ਉਹਨਾਂ ਦੀ ਖਾਸੀਅਤ ਹੈ ਕਿ ਉਹਨਾਂ ਨੂੰ ਗ੍ਰਸਤ 'ਚ ਰਹਿ ਕੇ ਵੀ ਧਰਮੀ ਬਣਨਾ ਹੁੰਦਾ, ਉਹਨਾਂ ਨੂੰ ਸੰਸਾਰ 'ਚ ਵਿਚਰਦਿਆਂ ਧਰਮੀ ਬਣਨਾ ਹੁੰਦਾ ਹੈ। ਨਹੀਂ ਤਾਂ ਅੱਜ ਤੱਕ ਸਾਨੂੰ ਇਹ ਪਾਠ ਧਰਮ ਦੀ ਦੁਨੀਆ 'ਚ ਪੜ੍ਹਾਇਆ ਜਾਂਦਾ ਰਿਹਾ ਮਤਾਂ ਮਤਾਂਦਰਾਂ ਵੱਲੋਂ, ਜਾਂ ਗ੍ਰਸਤ ਚੁਣ ਲਓ ਜਾਂ ਭਗਤੀ ਚੁਣ ਲਓ। ਇੱਕ ਚੀਜ਼ ਚੁਣ ਸਕਦੇ ਆ ਤੁਸੀਂ, ਜਾਂ ਤਾਂ ਰੱਬ ਦਾ ਰਾਹ ਚੁਣੋ ਤੇ ਜਾਂ ਫਿਰ ਸੰਸਾਰੀ ਬਣ ਕੇ ਰਹੋ। ਦੋਵੇਂ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ। ਇਹ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਤੇ ਉਪਦੇਸ਼ ਹੈ, ਜਿੱਥੇ ਸਾਨੂੰ ਇਹ ਸਿਧਾਂਤ ਦ੍ਰਿੜ ਕਰਵਾਇਆ ਗਿਆ ਕਿ ਨਹੀਂ, ਗ੍ਰਸਤ ਵਿੱਚ ਰਹਿੰਦੇ ਆ, ਸੰਸਾਰ ਵਿੱਚ ਰਹਿੰਦੇ ਆ ਵੀ ਅਸੀਂ ਭਗਤੀ ਕਰ ਸਕਦੇ ਹਾਂ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ। ਜੋਗ ਨਾ ਭਗਵੀਂ ਕਪੜੀ ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਦਾ ਅਰਥ ਮਿਲਾਪ। ਨਾਨਕ ਘਰ ਬੈਠਿਆ ਜੋਗ ਪਾਈਏ ਸਤਿਗੁਰ ਕੈ ਉਪਦੇਸ਼। ਬਸ਼ਰ ਤੇ ਤੇਰੇ ਕੋਲ ਸ਼ਰਤ ਇਹ ਹੈ, ਤੇਰੇ ਕੋਲ ਗੁਰੂ ਦਾ ਉਪਦੇਸ਼ ਹੋਵੇ, ਗੁਰੂ ਦੀ ਮੱਤ ਹੋਵੇ। ਤੂੰ ਘਰ ਬੈਠਾ ਵੀ ਜੋਗ ਪਾ ਸਕਦਾ, ਘਰ ਬੈਠਾ ਵੀ ਭਗਤੀ ਕਰ ਸਕਦਾ, ਕਿਰਤਕਾਰ ਕਰਦਿਆਂ ਵੀ ਧਰਮ ਕਮਾ ਸਕਦਾ, ਬਸ਼ਰਤੇ ਕਿ ਅਸੀਂ ਉਸ ਧਰਮ ਨੂੰ ਸਮਝੀਏ ਜਿਹੜਾ ਦੁਕਾਨ ਤੇ ਵੀ ਕਮਾਇਆ ਜਾਂਦਾ ਹੈ। ਭੂਰਿਆਂ ਵਾਲੇ ਧਰਮ ਦੀ ਵਿਆਖਿਆ ਬਹੁਤ ਹੋਈ ਹੈ, ਹੁੰਦੀ ਰਹਿਣੀ ਹੈ, ਪਰ ਅਸੀਂ ਗ੍ਰਸਤੀ ਹਾਂ, ਸੰਸਾਰੀ ਹਾਂ। ਅਸੀਂ ਗੁਰੂ ਕੋਲੋਂ ਉਹ ਜਾਚ ਕਿਉਂ ਨਹੀਂ ਸਿੱਖਦੇ ਵੀ ਮਹਾਰਾਜ ਉਹ ਧਰਮ ਦੀ ਗੱਲ ਤੁਸੀਂ ਸਾਨੂੰ ਦੱਸ ਰਹੇ ਹੋ, ਅਸੀਂ ਤਾਂ ਹਨੇਰੇ 'ਚ ਹੀ ਰਹੇ, ਆਓ ਕਿਰਪਾ ਕਰੋ ਸਾਨੂੰ ਉਹ ਧਰਮ ਦੱਸੋ ਜਿਹੜਾ ਅਸੀਂ ਦੁਕਾਨ ਤੇ ਵੀ ਬਹਿ ਕੇ ਕਮਾ ਸਕੀਏ, ਜਿਹੜਾ ਅਸੀਂ ਨੌਕਰੀ ਪੇਸ਼ਾ ਕਰਦਿਆਂ ਕਮਾ ਸਕੀਏ, ਜਿਹੜਾ ਅਸੀਂ ਬੱਚਿਆਂ ਪਰਿਵਾਰ ਵਿੱਚ ਰਹਿ ਕੇ ਕਮਾ ਸਕੀਏ, ਜਿਹੜਾ ਅਸੀਂ ਸੰਸਾਰ ਦੇ ਜੀਵਾਂ ਵਾਂਗ ਜੀਵਨ ਹੰਢਾਉਂਦਿਆਂ ਹੋਇਆਂ ਕਮਾ ਸਕੀਏ। ਮਹਾਰਾਜ ਸਾਨੂੰ ਤਾਂ ਐਵੇਂ ਭੂਰਿਆਂ ਦੀਆਂ ਗੱਲਾਂ ਸੁਣਾ ਕੇ ਉਲਝਾ ਦਿੱਤਾ ਗਿਆ ਹੈ। ਤੁਸੀਂ ਕਿਰਪਾ ਕਰੋ, ਜਿਹੜਾ ਧਰਮ ਸਾਡੇ ਕੰਮ ਆਉਣਾ ਸੀ ਨਾ ਗੁਰੂ ਪਿਆਰਿਓ, ਉਹ ਅਸੀਂ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਉਸ ਧਰਮ ਦੀਆਂ ਕਹਾਣੀਆਂ ਅਲਫ ਲੈਲਾ ਦੇ ਕਿੱਸਿਆਂ ਵਾਂਗ ਸੁਣਦੇ ਰਹੇ, ਜਿਹਦਾ ਸਾਡੇ ਜੀਵਨ 'ਚ ਕੋਈ ਮਹੱਤਵ ਨਹੀਂ ਸੀ। ਜੇ ਸਾਨੂੰ ਇੰਨਾ ਹੀ ਪਿਆਰ ਹੈ ਇਹਨਾਂ ਕਹਾਣੀਆਂ ਨਾਲ, ਮਾਫ ਕਰਨਾ, ਤੇ ਜਿਨ੍ਹਾਂ ਨੂੰ ਹੇਜ ਹੈ ਇਹੋ ਜਿਹੀਆਂ ਕਹਾਣੀਆਂ ਦੇ ਨਾਲ, ਉਹ ਫਿਰ ਭੂਰਿਆਂ 'ਚ ਬਹਿ ਕਿਉਂ ਨਹੀਂ ਜਾਂਦੇ? ਮੰਨਣ ਦਾ ਮਤਲਬ ਤਾਂ ਇਹ ਹੈ ਨਾ ਵੀ ਕਮਾ ਲਿਆ ਜਾਏ, ਤੇ ਫਿਰ ਕਮਾਓ। ਘਰ ਛੱਡ ਕੇ, ਪਰਿਵਾਰ ਛੱਡ ਕੇ ਫਿਰ ਭੂਰਿਆਂ 'ਚ ਬਹਿ ਜਾਈਏ, ਐਵੇਂ ਸੁਣਨ ਦਾ ਕੀ ਫਾਇਦਾ ਹੋਇਆ? ਜਿਹੜੀ ਗੱਲ ਕਮਾਈ ਨਹੀਂ ਜਾਣੀ ਉਹਦਾ ਫਾਇਦਾ ਕੀ ਹੈ?
ਜੇ ਵਾਕਿਆ ਹੀ ਭੋਰੇ 'ਚ ਬਹਿ ਕੇ ਹੀ ਰੱਬ ਮਿਲਦਾ ਸੀ ਤਾਂ ਫਿਰ ਅਸੀਂ ਸਾਰਿਆਂ ਨੂੰ ਬਹਿ ਨਹੀਂ ਸੀ ਜਾਣਾ ਚਾਹੀਦਾ, ਇਹ ਕੰਮ ਸਾਨੂੰ ਪਹਿਲਾਂ ਕਰਨਾ ਚਾਹੀਦਾ ਸੀ। ਪਰ ਨਹੀਂ, ਅਸੀਂ ਕੀਤਾ ਕਿਉਂ ਨਾ? ਐਸੀਆਂ ਕਹਾਣੀਆਂ ਨਾਲ ਅਸੀਂ ਹੇਜ ਪਿਆਰ ਤੇ ਜਤਾ ਰਹੇ ਹਾਂ ਅੱਜ ਵੀ, ਤੇ ਕਰਦੇ ਕਿਉਂ ਨਹੀਂ? ਫਿਰ ਕਰਨਾ ਵੀ ਤੇ ਚਾਹੀਦਾ ਹੈ ਨਾ। ਅਸੀਂ ਇਹ ਕਹਾਣੀ ਸੁਣਾਉਣੀ, ਸਾਡੇ ਬਾਬਾ ਜੀ ਨੇ, ਫਿਰ ਬਾਬਾ ਜੀ ਦੇ ਅਨੁਸਾਰੀ ਚੱਲੋ ਨਾ, ਫਿਰ ਉਹਨਾਂ ਵਾਂਗ ਘਰ ਵੀ ਛੱਡੋ, ਪਰਿਵਾਰ ਵੀ ਛੱਡੋ। ਫਿਰ ਮੰਨਿਆ ਕਿਉਂ ਨਹੀਂ? ਜੇ ਵਾਕਈ ਉਹ ਭਗਤੀ ਸੀ ਜਿਹੜੀ ਉਹਨਾਂ ਕੀਤੀ ਹੈ, ਤੇ ਤੂੰ ਮੱਥਾ ਟੇਕਣ ਤੱਕ ਹੀ ਉਹਨੂੰ ਸੀਮਤ ਕਿਉਂ ਹੈ? ਤੂੰ ਉਹਨੂੰ ਮੰਨ ਵੀ, ਫਿਰ ਜਿਵੇਂ ਉਹਨੇ ਕੀਤਾ ਹੋਵੇ ਤੂੰ ਵੀ ਕਰ। ਆਖਰ ਚੰਗੇ ਬੰਦਿਆਂ ਦੇ ਪਿੱਛੇ ਚੱਲਣਾ ਹੀ ਚਾਹੀਦਾ, ਪਰ ਨਹੀਂ ਕੀਤਾ, ਕਿਉਂਕਿ ਅਸੀਂ ਮਨ ਕਰਕੇ ਆਤਮਾ ਸਾਡੀ ਪ੍ਰਵਾਨ ਨਹੀਂ ਕਰਦੀ ਵੀ ਨਹੀਂ ਕਿਤੇ ਖਰਾਬੀ ਹੈ। ਜਿਹੜੀ ਉਹ ਗੁਰਮਤ ਖਿੱਚ ਪਾਉਂਦੀ ਹੈ ਨਾ, ਜਿਹੜੀ ਕਿਤੇ ਅਸੀਂ ਸੁਣੀ ਹੈ ਵੀ ਕਿਤੇ ਰੋਂਗ ਹੈ ਗੱਲ, ਗਲਤ ਹੈ ਗੱਲ, ਉਹਦੀ ਵਜ੍ਹਾ ਕਰਕੇ ਅਸੀਂ ਰੁਕੇ ਹੋਏ ਹਾਂ। ਤੇ ਸੋਚਿਓ, ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਧਰਮ ਦੱਸਦੇ ਨੇ ਨਾ, ਗੁਰੂ ਗ੍ਰੰਥ ਸਾਹਿਬ ਦਾ ਧਰਮ ਘਰ ਨੂੰ ਛੱਡ ਕੇ ਸ਼ੁਰੂ ਨਹੀਂ ਹੁੰਦਾ, ਘਰ 'ਚ ਰਹਿ ਕੇ ਸ਼ੁਰੂ ਹੁੰਦਾ। ਗੁਰੂ ਗ੍ਰੰਥ ਸਾਹਿਬ ਦਾ ਧਰਮ ਘਰ 'ਚ ਰਹਿੰਦਿਆਂ ਕਮਾਇਆ ਜਾਂਦਾ ਹੈ। ਉਹ ਭਗਤੀ, ਉਹ ਸਾਧਨਾ ਸਾਡੀ ਕਿਰਤ ਵਿੱਚ ਹੀ ਵਸੀ ਹੋਈ ਹੋਵੇ, ਜਿਸ ਦੀ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੀ ਮੁਬਾਰਕ ਬਾਣੀ ਵਿੱਚ ਕਰਦੇ ਹਨ, ਉਹ ਬਾਹਰ ਨਹੀਂ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਇਹ ਪਾਠ ਪੜਾਉਂਦੇ ਨੇ, ਸਤਿਗੁਰ ਕੀ ਐਸੀ ਵਡਿਆਈ। ਇਹ ਗੁਰੂ ਦੀ ਵਡਿਆਈ, ਗੁਰੂ ਦਾ ਵੱਡਾਪਣ ਹੈ। ਕੀ ਵਡਿਆਈ ਹੈ? ਪੁੱਤਰ ਕਲਤਰ ਵਿਚੇ ਗਤ ਪਾਈ। ਘਰ ਪਰਿਵਾਰ, ਗ੍ਰਸਥ, ਸਮਾਜ, ਦੁਨੀਆ, ਕਿਰਤਕਾਰ, ਇਹਦੇ 'ਚ ਰਹਿੰਦਿਆਂ ਹੋਇਆ ਵੀ ਅਸੀਂ ਉੱਚੀ ਆਤਮਿਕ ਅਵਸਥਾ ਤੱਕ ਪਹੁੰਚ ਸਕਦੇ ਹਾਂ। ਇਹ ਗੁਰਮਤ ਦਾ ਸੰਦੇਸ਼ ਹੈ, ਇਹ ਗੁਰਮਤ ਦਾ ਮਾਰਗ ਹੈ ਜਿਹੜਾ ਸਤਿਗੁਰੂ ਦ੍ਰਿੜ ਕਰਵਾ ਰਹੇ। ਮੈਂ ਜ਼ਿਕਰ ਕਰ ਲਿਆ ਸਾਂ, ਭਗਤ ਕਬੀਰ ਸਾਹਿਬ ਕੀਰਤੀ ਹਨ, ਧਰਮੀ ਹਨ। ਅਸੀਂ ਉਹਨਾਂ ਦੇ ਨਾਲ ਐਸੀਆਂ ਕਥਾ ਕਹਾਣੀਆਂ ਇੱਕ ਨਹੀਂ ਕਈਆਂ ਨਾਲ ਜੋੜੀਆਂ ਨੇ। ਅਸੀਂ ਗੁਰੂ ਨਾਨਕ ਸਾਹਿਬ ਨੂੰ ਵੀ ਇਸ ਢੰਗ ਦਾ ਹੀ ਸਮਝਣ ਦਾ ਯਤਨ ਕੀਤਾ ਹੈ। ਸਾਡਾ ਐਂਗਲ ਗਲਤ ਰਿਹਾ ਹੈ। ਉਹਨਾਂ ਨੂੰ ਮੱਝਾਂ ਵੀ ਚਾਰਨੀਆਂ ਨਹੀਂ ਸੁਣਾਈਆਂ, ਉਹਨਾਂ ਨੂੰ ਆਪਣੀ ਕਿਰਤਕਾਰ ਵਪਾਰ ਕਰਨ ਪਿਤਾ ਜੀ ਨੇ ਭੇਜਿਆ, ਉਹ ਵੀ ਨਾ ਉਹ ਕਰ ਸਕੇ। ਜਦੋਂ ਸੌਦਾ ਕਰਨ ਬੈਠੇ ਉੱਥੇ ਵੀ ਘਾਟਾ ਖਾ ਕੇ ਆਏ। ਇਹ ਕਹਾਣੀ ਅਸੀਂ ਸੁਣਾਈ ਤਾਂ ਅਸੀਂ ਇਹ ਸੋਚਿਆ ਵੀ ਅਸੀਂ ਕਿਹਦੇ 'ਚ ਗਲਤੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਐਸੀ ਮਹਾਨ ਆਤਮਾ, ਦੁਨੀਆ ਨੂੰ ਸੇਧਾਂ ਦੇਣ ਵਾਲੇ, ਸਾਨੂੰ ਜ਼ਿੰਮੇਵਾਰੀਆਂ ਦਾ ਪਾਠ ਪੜਾਉਣ ਵਾਲੇ ਗੁਰਦੇਵ ਧੰਨ ਗੁਰੂ ਨਾਨਕ ਮਹਾਰਾਜ ਨਾਲ ਇਹ ਗੱਲਾਂ ਜੋੜਦੇ ਹਾਂ। ਸਾਡੇ ਦਿਮਾਗ ਅੰਦਰ ਜ਼ਰਾ ਜਿਹੀ ਹਲਚਲ ਨਾ ਮੱਚੀ ਵੀ ਅਸੀਂ ਐਸੇ ਪਰਫੈਕਟ ਸ਼ਖਸੀਅਤ ਦੀ ਗੱਲ ਕਰ ਰਹੇ ਹਾਂ, ਜਿਹੜਾ ਜਿਸ ਕਾਰਜ ਨੂੰ ਹੱਥ ਪਾਉਂਦਾ ਸਿਰੇ ਚੜਾ ਕੇ ਛੱਡਦਾ, ਤੇ ਉਹਦਾ ਕੰਮ ਪਰਫੈਕਟ ਹੁੰਦਾ ਹੈ, ਅਧੂਰਾ ਨਹੀਂ ਹੁੰਦਾ। ਅਸੀਂ ਅਧੂਰੇ ਲੋਕ ਅਧੂਰੇ ਕੰਮ ਕਰਦੇ ਹਾਂ। ਗੁਰੂ ਨਾਨਕ ਤਾਂ ਪੂਰੇ ਨੇ, ਉਹ ਅਧੂਰਾ ਕਾਰਜ ਨਹੀਂ ਕਰਦੇ। ਅਸੀਂ ਸੋਚਿਆ ਉਹ ਮੱਝਾਂ ਚਾਰਨ ਗਏ, ਉੱਥੇ ਵੀ ਨੁਕਸਾਨ ਹੀ ਕੀਤਾ, ਕੋਈ ਚੰਗਾ ਕੰਮ ਨਹੀਂ ਕੀਤਾ। ਜੀ ਉਹ ਸੌਦਾ ਕਰਨ ਗਏ, ਉੱਥੇ ਵੀ ਉਹਨਾਂ ਨੇ ਕੋਈ ਪਰਫੈਕਟ ਵਪਾਰੀ ਬਣ ਕੇ ਜ਼ਿੰਮੇਵਾਰੀ ਨਾ ਨਿਭਾਈ। ਮੋਦੀ ਖਾਨੇ ਦੀ ਨੌਕਰੀ ਤੇ ਲਵਾਇਆ, ਉੱਥੇ ਵੀ ਘਾਟਾ ਖਾਦਾ। ਐਵੇਂ ਵੰਡੀ ਜਾਂਦੇ ਸਨ, ਐਵੇਂ ਸਾਰਾ ਕੁਝ ਐਵੇਂ ਵੰਡ ਕੇ ਉਹਨਾਂ ਨੇ ਵਿਹਲੜਾਂ ਦੀ ਜਮਾਤ ਪੈਦਾ ਕਰਨੀ ਸੀ। ਅਸੀਂ ਕਦੇ ਸੋਚਿਆ ਨਹੀਂ। 13-13 ਦਾ ਮਤਲਬ ਇਹ ਸੀ ਪੂਰਾ ਹਿਸਾਬ ਕਿਤਾਬ। ਪਹਿਲੇ ਜਿਹੜੇ ਮੋਦੀ ਆਉਂਦੇ ਸਨ, ਉਹ ਜਦੋਂ ਖਰੀਦਦੇ ਸਨ ਤਾਂ ਤੋਲ ਦਾ ਵੱਡਾ ਰੱਖ ਕੇ ਤੋਲਦੇ ਸਨ ਵੀ ਜਿਹੜੇ ਦਾਣੇ ਵੱਧ ਤੋਲਣਗੇ ਨਾ, ਉਹ ਸਾਡੀ ਉੱਪਰਲੀ ਕਮਾਈ ਹੈ। ਤੇ ਜਦੋਂ ਤੋਲ ਕੇ ਦਿੰਦੇ ਸਨ, ਉਦੋਂ ਘੱਟ ਵੱਟਿਆਂ ਨਾਲ ਤੋਲ ਕੇ ਦਿੰਦੇ ਸਨ। ਫਰਕ ਇਹ ਸੀ, ਤੋਲ ਵਿੱਚ ਇਹ ਫਰਕ ਪੈਂਦਾ ਵੀ ਜਦੋਂ ਖਰੀਦਣਾ ਲਵੋ ਵੱਧ ਤੇ ਰੇਟ ਘੱਟ ਦਿਓ, ਤੇ ਜਦੋਂ ਵੇਚਣਾ ਰੇਟ ਵੱਧ ਲਾਓ ਤੇ ਚੀਜ਼ ਥੋੜੀ ਦਿਓ। ਇਹਦੇ 'ਚ ਫਾਇਦਾ ਹੋ ਗਿਆ, ਨਫਾ ਹੋ ਗਿਆ। ਧੰਨ ਗੁਰੂ ਨਾਨਕ ਸਾਹਿਬ ਐਸੇ ਮੋਦੀ ਆਏ ਨੇ, ਕਿਸੇ ਨੂੰ ਇਤਰਾਜ਼ ਨਹੀਂ, ਨਾ ਵੇਚਣ ਵਾਲੇ ਨੂੰ ਇਤਰਾਜ਼ ਹੈ, ਨਾ ਖਰੀਦਣ ਵਾਲੇ ਨੂੰ ਇਤਰਾਜ਼ ਹੈ। ਫਿਰ ਆਪਣੀ ਕਿਰਤ ਕਰਦੇ ਆ, ਜੋ ਧਨ, ਜੋ ਦੌਲਤ, ਜੋ ਪੈਸਾ ਉਹਨਾਂ ਨੂੰ ਮਿਲਦਾ ਹੈ, ਉਹਦੇ ਵਿੱਚ ਉਹ ਕਿਸੇ ਗਰੀਬ ਦਾ ਭਲਾ ਕਰਦੇ, ਕਿਸੇ ਲੋੜਵੰਦ ਦੀ ਮਦਦ ਕਰਦੇ। ਲੋਕ ਆਖਦੇ ਉਹ ਸਾਡਾ ਮੋਦੀ ਤੇ ਰੱਬ ਹੈ, ਸਾਡੇ ਮੋਦੀ ਦੇ ਹੱਥ ਵਿੱਚ ਬਰਕਤ ਹੈ। ਅੱਗੇ ਅਸੀਂ ਲੈ ਕੇ ਆਉਂਦੇ ਸਾਂ, ਮੁੱਲ ਪੂਰਾ ਦਿੰਦੇ ਸਾਂ, ਮਿਲਦਾ ਕੱਖ ਨਹੀਂ ਸੀ। ਵੇਚ ਕੇ ਆਉਂਦੇ ਸਾਂ, ਪ੍ਰਾਪਤੀ ਕੋਈ ਨਹੀਂ ਸੀ ਹੁੰਦੀ। ਸਾਡੇ ਮੋਦੀ ਦੇ ਹੱਥ ਵਿੱਚ ਵੇਖੋ ਬਰਕਤ ਕਿੰਨੀ ਹੈ। ਅੱਖਾਂ ਬੰਦ ਕਰਕੇ ਤੁਸੀਂ ਉਹਦੇ ਸਾਹਮਣੇ ਖਲੋ ਜਾਓ, ਤੁਹਾਡੇ ਤੋਲ 'ਚ ਘਾਟਾ ਨਹੀਂ ਪੈਂਦਾ। ਇੱਕ ਪਰਫੈਕਟ ਕਿਰਤੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਇਹ ਸਿਖਾਇਆ ਸਾਨੂੰ ਗੁਰੂ ਨਾਨਕ ਸਾਹਿਬ ਨੇ ਵੀ ਤੇਰੇ ਹੱਥ ਇਨਸਾਫ ਦੀ ਤਕੜੀ ਫੜਦਿਆਂ ਕਦੇ ਗਲਤੀ ਨਾ ਕਰਨ। ਜੇ ਤੇਰੇ ਅੰਦਰ ਧਰਮ ਹੋਇਆ, ਤੇਰੇ ਹੱਥ ਪਰਾਈ ਕਿਰਤ ਉੱਤੇ ਡਾਕਾ ਨਹੀਂ ਮਾਰਨਗੇ। ਜੇ ਤੇਰੇ ਅੰਦਰ ਧਰਮ ਹੋਇਆ, ਤੇਰੀ ਨਜ਼ਰ ਭੇਦ ਭਾਵ ਤੋਂ ਇੰਨੀ ਉੱਚੀ ਉੱਠ ਖਲੋਏਗੀ, ਘਰ ਵਿੱਚ ਰਹਿੰਦਿਆਂ ਵੀ ਭੇਦ ਭਾਵ ਨਹੀਂ ਹੋਵੇਗਾ। ਮਾਫ ਕਰਨਾ,
ਜਦੋਂ ਅਸੀਂ ਪਰਿਵਾਰਕ ਕਲੇਸ਼ਾਂ ਦੀ ਗੱਲ ਕਰਦੇ ਹਾਂ, ਕਿਉਂ ਪੈਂਦਾ ਪਰਿਵਾਰਕ ਕਲੇਸ਼? ਕਿਉਂਕਿ ਅਸੀਂ ਇੱਕ ਜਿਹਾ ਜਦੋਂ ਦੂਸਰੇ ਨੂੰ ਨਹੀਂ ਸਮਝਦੇ, ਆਪਣੇ ਵਰਗਾ ਜਦੋਂ ਦੂਸਰੇ ਨੂੰ ਨਹੀਂ ਜਾਣਦੇ, ਉੱਥੇ ਹੀ ਕਲੇਸ਼ ਹੈ। ਕਾਰਨ ਮੁੱਢਲੇ ਸਾਨੂੰ ਸਮਝਣੇ ਪੈਣ। ਤੇ ਜੇ ਅਸੀਂ ਮੁਆਫ ਕਰਨਾ, ਇਹ ਗੱਲਾਂ ਗੁਰਦੁਆਰੇ ਚੋਂ ਨਹੀਂ ਸਿੱਖਣੀਆਂ ਤੇ ਫਿਰ ਸਿਆਣਿਆਂ ਦੀ ਹਾਜ਼ਰੀ ਭਰਨੀ ਮਜਬੂਰੀ ਬਣ ਜਾਣੀ ਆ। ਉਹ ਸਾਡੀ ਮਰਜ਼ੀ ਆ, ਅਸੀਂ ਭਰਨੀ ਆ ਤਾਂ ਭਰੀ ਜਾਈ। ਗੁਰਦੁਆਰੇ ਵੀ ਆਈ ਗਏ, ਸਿਆਣਿਆਂ ਕੋਲੋਂ ਵੀ ਲੁੱਟ ਕਰਵਾਈ ਗਏ, ਫਿਰ ਲਾਭ ਕੀ ਨਿਕਲਿਆ? ਪਾਠ ਕੀਤੇ ਦਾ ਕੋਈ ਲਾਭ ਤੇ ਹੋਣਾ ਚਾਹੀਦਾ ਨਾ ਜੀਵਨ ਅੰਦਰ। ਸੰਗਤ ਵਿੱਚ ਆਏ ਆ, ਕੋਈ ਲਾਭ ਤਾਂ ਆਤਮਿਕ ਤੌਰ ਤੇ ਮਾਨਸਿਕ ਤੌਰ ਤੇ ਪ੍ਰਾਪਤ ਹੋਵੇ ਕਿ ਜੇ ਬਾਹਰ ਵੀ ਅਖੌਤੀ ਸਿਆਣਿਆਂ ਨੇ ਗੁਰੂ ਵਾਂਗ ਹੀ ਸਾਨੂੰ ਸਾਡੇ ਕੋਲੋਂ ਮੱਥੇ ਟਿਕਾਉਣੇ ਨੇ ਤੇ ਮੁਆਫ ਕਰਨਾ। ਸਿੰਘ ਸ਼ਰਨ ਕਤ ਜਾਈਏ ਜੋ ਜੰਬੂਕ ਗਰਾਸਾ। ਜੇ ਗਿੱਦੜਾਂ ਦੇ ਸ਼ਿਕਾਰ ਹੀ ਹੋਣਾ ਤੇ ਸ਼ੇਰ ਦੀ ਸ਼ਰਨ ਚ ਬਹਿਣ ਦਾ ਫਾਇਦਾ ਕੀ ਹੋਇਆ? ਲਾਭ ਕੀ ਹੋਇਆ? ਲਾਭ ਤਾਂ ਮਿਲਣਾ ਚਾਹੀਦਾ ਹੈ। ਇਸ ਕਰਕੇ ਸਤਿਗੁਰੂ ਦੇ ਪਿਆਰ ਵਾਲਿਓ, ਜੇ ਗੁਰਪੂਰਾ ਮੇਰਾ ਗੁਰਪੂਰਾ ਪੂਰੇ ਗੁਰੂ ਦੀ ਸ਼ਰਨ ਚ ਆਏ ਆ ਤੇ ਅਧੂਰਿਆਂ ਦੀ ਲੋੜ ਮੁੱਕ ਜਾਣੀ ਚਾਹੀਦੀ ਹੈ। ਇਸ ਰੂਪ ਨਾਲ ਜਦੋਂ ਬਾਣੀ ਪੜ੍ਹਨੀ ਸ਼ੁਰੂ ਕਰਾਂਗੇ, ਇਸ ਢੰਗ ਨਾਲ ਜਦੋਂ ਹਜ਼ੂਰ ਦੀ ਮੁਬਾਰਕ ਬਾਣੀ ਦੇ ਸਾਹਮਣੇ ਆਪਣਾ ਸਿਰ ਝੁਕਾ ਕੇ ਆਖਾਂਗੇ ਸਤਿਗੁਰੂ ਇਹ ਮੱਤ ਤਾਂ ਹੁਣ ਤੱਕ ਕਚਰੇ ਨਾਲ ਭਰੀ ਰਹੀ ਹੈ, ਆਪਣੀ ਸ਼ੁਭ ਮੱਤ ਦੇ ਕੇ ਨਿਵਾਜੋ, ਉਦੋਂ ਸਤਿਗੁਰੂ ਕਿਰਪਾ ਕਰਕੇ ਨਾ ਅਧੂਰਿਆਂ ਤੋਂ ਖਹਿੜਾ ਛੁਡਾ ਲੈਣਗੇ ਸਾਡਾ। ਕੋਸ਼ਿਸ਼ ਸਾਨੂੰ ਕਰਨੀ ਪੈਣੀ, ਪਹਿਲਾ ਕਦਮ ਸਾਨੂੰ ਪੁੱਟਣਾ ਪੈਣਾ। ਗੁਰੂ ਨੂੰ ਲੱਭਣ ਦੀ ਲੋੜ ਨਹੀਂ, ਗੁਰੂ ਤਾਂ ਸਾਹਮਣੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪਣੇ ਆਪ ਨੂੰ ਲੱਭੀਏ। ਸਿੱਖ ਗਵਾਚ ਗਿਆ ਅੱਜ ਕਿਤੇ, ਗੁਰੂ ਨਹੀਂ ਗਵਾਚਿਆ। ਗੁਰੂ ਤੇ ਉਸੇ ਤਰ੍ਹਾਂ ਹੀ ਹੈ, ਉਹੀ ਆਵਾਜ਼ ਹੈ ਗੁਰੂ ਦੀ। ਕੋਈ ਮੁਸਲਮਾਨ ਫਕੀਰ ਸ਼ਰਧਾਲੂ ਦਰਬਾਰ ਸਾਹਿਬ ਵਿੱਚ ਆਉਂਦਾ ਹੈ, ਕੀਰਤਨ ਸੁਣਦਾ ਹੈ, ਪਰਿਕਰਮਾ 'ਚ ਬੈਠਾ ਹੋਇਆ ਹੈ, ਬੜੇ ਪਿਆਰ ਨਾਲ ਉਹ ਕੀਰਤਨ ਸੁਣਦਾ ਰਿਹਾ। ਉਹਦੇ ਮਨ ਨੂੰ ਉਹ ਗੱਲ ਅਸਰ ਕਰਦੀ ਰਹੀ ਜੋ ਸੁਣਦਾ ਰਿਹਾ। ਵੈਸੇ ਸਰੋਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ 5 ਪ੍ਰਕਾਰ ਦਾ ਸਰੋਤਾ ਹੁੰਦਾ ਹੈ, 5 ਪ੍ਰਕਾਰ ਦਾ, ਕਿਉਂਕਿ ਉਹਨਾਂ ਦਾ ਤਜਰਬਾ ਸੀ, ਕਵੀ ਜਨ ਸਨ। ਉਹਨਾਂ ਨੇ ਕਿਤੇ ਵੇਖਿਆ, ਜਿਸ ਵੇਲੇ ਸੰਗਤ ਹੋ ਰਹੀ ਸੀ, ਸਤ ਸੰਗਤ ਦਾ ਮਾਹੌਲ ਸੀਗਾ, ਉੱਥੇ ਉਹਨਾਂ ਵੇਖਿਆ ਵੀ ਸਰੋਤੇ ਸਾਰੇ ਨੇ, ਸੰਗਤ ਆਈ ਹੈ। ਉਹਨਾਂ 'ਚ ਉਹਨਾਂ ਨੇ ਚੋਣ ਕੀਤੀ ਵੀ ਕਿੰਨੇ ਕੁ ਕਿਸਮ ਦੇ ਸਰੋਤੇ ਬੈਠੇ ਹੁੰਦੇ ਨੇ, ਸੁਣਨ ਵਾਲਿਆਂ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ। ਉਹਨਾਂ ਜ਼ਿਕਰ ਕੀਤਾ, ਕਹਿਣ ਲੱਗੇ ਸਰੋਤਾ ਜਗ ਮੈਂ 5 ਪ੍ਰਕਾਰਾ, ਕਹਿਣ ਲੱਗੇ 5 ਕਿਸਮ ਦਾ ਸਰੋਤਾ ਹੁੰਦਾ। ਸੋ ਹਮ ਤੁਮ ਸੋ ਕਰੋ ਚਾਰਾ, ਵੀ ਜੋ ਮੈਂ ਤਜਰਬਾ ਕੀਤਾ ਮੈਂ ਤੁਹਾਨੂੰ ਦੱਸਦਾ ਕਿਹੜੇ ਕਿਹੜੇ ਹੁੰਦੇ ਨੇ। ਕਹਿੰਦੇ ਰਾਗ ਰਾਗ ਨਹੀਂ ਸਮਝ ਹੈ ਇੱਕ ਸਰੋਤਾ ਹੁੰਦਾ ਜਿਹਨੂੰ ਰਾਗ ਦੀ ਇਕੱਲੇ ਦੀ ਸਮਝ ਹੁੰਦੀ, ਵੀ ਉਹ ਸੋਚਦਾ ਕਿਹੜਾ ਰਾਗ ਗਾ ਰਿਹਾ, ਕਿਹੜੀ ਟਿਊਨ ਤੇ ਗਾ ਰਿਹਾ। ਗਾਉਣ ਵਾਲਾ, ਬਾਣੀ ਦਾ ਕੀਰਤਨ ਹੋ ਰਿਹਾ, ਉਹ ਕੇਵਲ ਰਾਗ ਤੱਕ ਸੀਮਤ ਹੈ ਉਹਦੀ ਸੋਚ। ਉਹ ਵੇਖਦਾ ਵੀ ਕਿਹੜਾ ਰਾਗ ਗਾਇਆ ਜਾ ਰਿਹਾ। ਰਾਗ ਰਾਗ ਨਹੀਂ ਸਮਝ ਹੈ ਦੂਜਾ ਸੁਰ ਸਿਓ ਲਖਿਆ ਵਿਵੇਕਾ। ਦੂਜਾ ਉਹ ਹੈ ਜਿਹੜਾ ਇਹ ਵੇਖਦਾ ਵੀ ਸੁਰ ਕਿਹੜੀ ਲਾਈ ਜਾ ਰਹੀ ਹੈ, 7 ਸੁਰਾਂ ਚੋਂ ਕਿਹੜੀ ਕਿਹੜੀ ਸੁਰ ਤੇ ਗਾ ਰਿਹਾ। ਉਹਦਾ ਧਿਆਨ ਕੇਵਲ ਸੁਰ ਤੱਕ। ਪਹਿਲੇ ਦਾ ਧਿਆਨ ਰਾਗ ਤੱਕ, ਦੂਜੇ ਦਾ ਧਿਆਨ ਕੇਵਲ ਸੁਰ ਤੱਕ। ਤੀਜਾ ਤਾਲ ਸਿਓ ਹਿਤ, ਤੀਜਾ ਇਹ ਜਿਹੜਾ ਤਬਲੇ ਦੇ ਤਾਲ ਨਾਲ ਸਿਰ ਮਾਰਨ ਵਾਲਾ, ਇਧਰ ਨੂੰ ਸਿਰ ਮਾਰਿਆ, ਇਧਰ ਨੂੰ ਮਾਰਿਆ, ਹੱਥ ਪੈਰ ਹਿਲਾਏ, ਕੁਝ ਆਨੰਦ ਆਇਆ ਵੀ ਸਾਜ਼ਾਂ ਦੇ ਨਾਲ ਉਹ ਫਿਜ਼ੀਕਲੀ ਹਿਲ ਰਿਹਾ। ਤੀਜਾ ਤਾਲ ਸਿਓ ਹਿਤ, ਪਿਆਰ ਰੱਖਦਾ। ਚਤੁਰਥ ਬਾਦਤ ਤੇ ਰਸ ਲੈ, ਕਹਿਣ ਲੱਗੇ ਜਿਹੜਾ ਚੌਥਾ ਹੈ ਉਹ ਕੇਵਲ ਆਵਾਜ਼ ਵੇਖਦਾ, ਕਿੰਨੀ ਪਿਆਰੀ ਆਵਾਜ਼ ਹੈ, ਕਿੰਨੀ ਸੋਹਣੀ ਆਵਾਜ਼। ਉਹਦੀ ਜਿਵੇਂ ਪਹਿਲਾ ਰਾਗ ਨਾਲ, ਦੂਜਾ ਸੁਰ ਨਾਲ, ਤੀਜਾ ਤਾਲ ਨਾਲ, ਚੌਥਾ ਆਵਾਜ਼ ਨਾਦ ਨਾਲ ਜੁੜਿਆ। ਅਸਲ ਗੱਲ ਕੀ ਹੈ? ਕਹਿਣ ਲੱਗੇ ਇਹ ਚੌਥਾ ਸਰੋਤਾ ਹੈ ਜਿਹੜਾ ਆਵਾਜ਼ ਸੁਣਦਾ ਤੇ ਖੁਸ਼ ਹੋ ਜਾਂਦਾ। ਬੜੀ ਮਿੱਠੀ ਆਵਾਜ਼ ਹੈ। ਅਸੀਂ ਕਦੇ ਇਹ ਨਹੀਂ ਕਹਿੰਦੇ, ਮੈਂ ਬਹੁਤੀ ਵਾਰੇ ਵੇਖਿਆ ਭਾਈ ਸਾਹਿਬ ਤੁਸੀਂ ਬੜਾ ਚੰਗਾ ਕੀਤਾ, ਆਹ ਸ਼ਬਦ ਅਸੀਂ ਪਹਿਲਾਂ ਨਹੀਂ ਸੀ ਸੁਣਿਆ, ਤੁਸੀਂ ਸਾਨੂੰ ਸੁਣਾਇਆ। ਨਹੀਂ ਭਾਈ ਸਾਹਿਬ, ਬੜੀ ਕਮਾਲ ਦੀ ਆਵਾਜ਼ ਹੈ ਤੁਹਾਡੀ, ਤੁਸੀਂ ਆਵਾਜ਼ ਹੀ ਸੁਣੀ ਹੈ, ਸ਼ਬਦ ਨਹੀਂ ਸੁਣਿਆ। ਅਸੀਂ ਗਾਇਕਾਂ ਵਾਂਗੂ ਅੱਜ ਫਰਮਾਇਸ਼ਾਂ ਵੀ ਕਰ ਲੈ ਵੀ ਸਾਡੇ ਘਰੇ ਨਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਸ਼ਬਦ ਪੜਿਓ। ਕਿਉਂ ਪੜਿਓ ਬਈ? ਬਾਕੀ ਵੀ ਤਾਂ ਸ਼ਬਦ ਹੀ ਨੇ। ਜਿਹੜੇ ਭਾਈ ਸਾਹਿਬ ਸ਼ਬਦ ਪੜਨ ਦਾ ਸੋਚ ਕੇ ਆਏ ਨੇ ਵੀ ਮੈਂ ਆਹ ਸ਼ਬਦ ਗਾਇਨ ਕਰਨੇ ਨੇ ਸੰਗਤ ਵਿੱਚ, ਉਹਨਾਂ ਨੂੰ ਕਰਨ ਦਿਓ। ਉਹਦੇ 'ਚ ਵੀ, ਉਹਦੇ ਦਿਮਾਗ 'ਚ ਵੀ ਅਸੀਂ ਇੰਟਰਫੇਅਰ ਕਰਨਾ ਚਾਹੁੰਦੇ ਵੀ ਇਹਦੇ ਦਿਮਾਗ ਵਿੱਚ ਵੀ ਸਾਡੀ ਸੋਚ ਚੱਲੇ। ਜਿਹੜਾ ਸ਼ਬਦ ਮੈਂ ਆਖਾਂ ਉਹ ਪੜੇ। ਮਾਫ ਕਰਨਾ ਐਸਾ ਵਾਪਰਦਾ ਕੀਰਤਨੀਏ ਸਿੱਖਾਂ ਨਾਲ ਕਿ ਉਹ ਗਾਇਕ ਨੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਆਏ ਨੇ ਕਿ ਬਾਣੀ ਸੁਣਾਉਣ ਆਏ ਨੇ? ਅਸੀਂ ਕਦੇ ਸੋਚੇ? ਉਹ ਕੋਈ ਫਰਮਾਇਸ਼ ਪੂਰੀ ਕਰਨ ਨਹੀਂ ਆਏ ਤੁਹਾਡੀ ਵੀ ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹ ਸੁਣੋ, ਬਾਕੀ ਸ਼ਬਦ ਵੀ ਉਵੇਂ ਦੇ ਨੇ। ਹਾਂ ਭਾਈ ਸਾਹਿਬ, ਲੱਖ ਖੁਸ਼ੀਆਂ ਵਾਲਾ ਸ਼ਬਦ ਜੇ ਸੋਚ ਕੇ ਆਏ ਨੇ, ਪੜ ਰਹੇ ਨੇ ਤੇ ਗਰਜ਼ ਕੋਈ ਨਹੀਂ, ਪਰ ਤੁਸੀਂ
डिस्टर्ब करके उन्होंने आखो भी नहीं वो शब्द पढ़ो। क्यों पढ़ो? क्योंकि वो दो शब्दों का जिक्र आता, लख खुशियां पातशाह। असीं तो इन्ना की सुनना है, अब पूरी पंक्ति भी नहीं सुननी भी। जे गुरु ने कंडीशन रखी है, शर्त रखी है, तू समझी मैं लखां खुशियां ते लखां पातशाहियां दा मालिक बन गया जे सतगुर नदर करे। जेकर गुरु की नदर का मैं पात्र बन गया तो समझ लखां खुशियां ते पातशाहियां भी उस नदर की बराबरी नहीं कर सकदियां। भाव तो यह सी, वो नदर वाली गल ते असीं थोड़ा जिहा सिर घट मारना है ते लख खुशियां पातशाहियां दो शब्दां ते सिर ज्यादा मारना है, क्योंकि सानू लगता है साडे घरे खुशी का प्रोग्राम है। भाई साहब वो जिहे शब्द पढ़ जिहदे च खुशी का ही जिक्र हो। माफ करना, ऐसा किहड़ा शब्द है गुरु ग्रंथ साहब च जिहदे च गुरु गमी दिंदा है, दुख दिंदा है? सारे शब्दों च खुशी दे रहा, वो असीं तां केवल शब्द वेख रहे। गुरु जो बख्शिश दे रहा है ना शब्द राही, खुशी वाली दे रहा। माफ करना, जदों ब्याह का आनंद कारज होना है बच्चे का बच्ची का, उदों तुसीं श्री अखंड पाठ साहब प्रारंभ कराउंदे हो, सहज पाठ करते हो, ताकि उदों रामकली सद छड्ड जांदे हो, विचों अलाणियां छड्ड जांदे हो। रहन न पावे सुर नर देवा, पंक्तियां नहीं पढ़ते पाठी सही, पढ़ते लेना फिर भरम काहदा। माफ करना, शायद इस करके तो नहीं भी सासी कदे अखंड पाठ सुनना ही नहीं होंदा, इस करके सानू पता नहीं भी भाई साहब रामकली सद भी पढ़ते हैं अखंड पाठ साहब दे विच। भाई साहब ये भी पढ़ते हैं, रहन न पावे सुर नर देवा, ऊट सिधारे कर मोल जन सेवा, जीवत पेखे जिनी हर हर ते आया, साध संग तिनी दर्शन पाया, बादशाह शाह व्यापारी मरना, जो दिसै सो कल है करना। शायद इस करके सानू पता नहीं भी असीं सुनते नहीं। भाई साहब कल्ले ही कर रहे होंगे ने, तुसीं भोग पा दिओ, कह दिओ भी गुरमुखां नूं सारा ही फल दे दिओ, डालना बदले सारा फल गुरमुखां दी झोली पा दो। भावें इन्हां नहीं सुनिया कोई गल नहीं, पर असीं करन वाले जो कह रहे हैं महाराज, असीं पाठ करन वाले जो फरमाइश कर रहे हैं भी फल उन्हां नूं दे दिओ, असीं लैना ही नहीं, जदों ते उन्हां नूं ही देना पएगा, किते तां दिओगे ही ना। ये साडी सोच बन गई, साइकी बन गई। किन्ना चंगा हुंदा जिस बच्चे ते बच्ची का आनंद कारज है उन्होंने बिठा के धन गुरु ग्रंथ साहब महाराज की बाणी चो दसिया जाता भी आ गृहस्थ धर्म के असूल ने गुरबाणी मुताबक। चार लावां का मतलब भाव यह है, जिहड़ियां लावां भाई साहब ने पढ़ दियां ने ना, ते तुसां परिक्रमा करनी है। धन गुरु रामदास साहब सच्चे पिता जी उन्हां लावां दे विच आ सिੱਖਿਆ ਤੁਹਾਨੂੰ गृहस्थी जीवन लई दे रहे हैं। चंगा हुंदा सस दे नूंह होण वाली नूंह नूं पहले ही बिठा लिया जाता, जे तो अज राजी हो तो आनंद कारज किया जाए, जे कल नूं गुरु रामदास साहब महाराज दियां लावां पढ़ के ते आनंद साहब पढ़ के ते वधाइयां दे के कल नूं इहो ठईया ठप्परा रखा है तो हुणे ही सोच लो। जे तुहाडी पसंद नहीं रलदी सारे परिवार की, सोचो हुणे ही, पहला वस्त सियाण के तां कीचै, पर नहीं लोड़ नहीं है। असीं तां मौके ते गाने बन के सारे आउणा भी असीं सारे विआह वाले हैं। पहलों कौन लोड़ समझदा जी गुरु रामदास साहब की, पहलों तो लोड़ नहीं ना समझी असीं, उत्थे आके भी साडे कोल टाइम की बहुत घाट पै जाती है। असीं समझदे हां घड़ियां रुक जाण, असीं समझदे हां सारा समा तो असीं होरना कामां ते खर्च कर लिया, हुण सतगुरु जी तुहाडे लई मसां ही अद्धा घंटा बचिया है, किसी तरह चार लावां पूरियां हो जाण, बाकी काम रह जाण तां रह जाण। ऐसा ही वापरदा है ना जी साडे नाल। क्यों असीं कदे लोड़ समझी भी पहला बच्चे बच्ची नूं असीं धन गुरु रामदास साहब महाराज की सिੱਖਿਆ दृढ़ कराई। पंथक सिख रहत मर्यादा विच जदों तुसीं आनंद कारी का चैप्टर खोलोगे ना, वेखो कितनियां प्यारियां सिੱਖਿਆਵਾਂ ਉਹਦੇ ਵਿੱਚ ਦਿੱਤੀਆਂ ने। कुछ लिखिया है कि बच्चे बच्ची नूं गुरमत दा ਇਹ गुरमत विच गृहस्थ दा की सिद्धांत है, की फर्ज ने, ये दृढ़ करवाए जाण। पर कौन कराए जी, करवावे कौन ते कौन सुने? कि भाई साहब कल्ले ही दृढ़ कराउंदे रहण। माफ करना, साडे ताड़ी एक हथ न दो हत्थां नाल वजी। असीं भी सोचिया भी छेती छेती काम निबेड़िए, सवेर दे ढीक रहे हैं, हुण शाम तक दीवान सजाई बैठीए। साडी भी कोशिश हुंदी छेती छेती पढ़दे हो, छेती छेती शब्द मुकम्मल करके वधाइयां दे के अरदासा करके इन्हां नूं तुरो, क्योंकि सानू भी खज्जल तां बहुत कीता हुंदा है ना संगत ने। परिवार वाले सवेर का 10 बजे का समा दिता, 1 बजे पहुँच रहे, 3 घंटे 4 घंटे असीं एवें वेट कर रहे हैं। हर गुरुद्वारे आने वाला सानू इवें ही लगता है भी बराती है, क्योंकि साडी उड़ीक ने साडी सोच इहो जी बढ़ा दी है। आम बंदा सधारण गुरुद्वारे आ रहा, सानू लगता है कुड़ी वालियां वल्लों है, मुंडे वालियां वल्लों है। कारण की
क्योंकि 4 घंटे की वेट ने, उड़ीक ने साडे दिमाग को डैमेज कर दिता है। उड़ीक ने साडे अंदर सोचां दे घोड़े दड़ा दिते हैं। असीं अपनी नज़र नाल वेखिया ते जिस वेले वो आए उन्हें आख्या जी असीं तां अगे बड़े लेट हाँ, बहुता समा ना लाओ। तो असीं तां पहले ही राजी सां भी समा आपां लाउणा कोई नहीं। जे स्पीकर ते घरे सुनाईयां जांदियां ते असीं उत्थे ही काम पूरा कर देंदे, रेडियो ते आनंद कारज कर देंदे, क्योंकि असीं ते पहले ही तैयार बैठे सी। उन्होंने भी साडी बिल्कुल साडा मन खुश करने वाली गल की कि छेती कर दिओ। असीं भी तैयार सां, वो भी तैयार सन। गुरु रामदास साहब जी की गल कौन सुनता जी? कौन सुनता धन गुरु नानक साहब जी दीयां बातां? कौन सुनता कि गुरु हरगोबिंद साहब महाराज ने जिस वेले अपनी प्यारी धी नूं सहुरे घर तोरना सी ते किड्डी उत्तम गल आखी सी? कौन सुने जी? नहीं सुनता कोई। कौन सुनता है माता सुलखनी दीयां गल्लां? उस महान औरत ने धन सतगुरु गुरु नानक साहब सच्चे पातशाह महाराज के दर की किवें सेवा की, एक परफेक्ट पत्नी बन के। कौन सुने बेबे नानकी के जीवन दियां वो बुझारतां नूं? कौन समझे? क्योंकि इन्ना समा ना सुनाउण वाले कोल है ते ना सुनने वाले कोल है। जदों सुनना सी उदों से असीं रैंक सैरेमनी कर रहे सां, उदों असीं जयमाला पा रहे सां, उदों साडे लहंगे ते शेरवानियां ही सूतर नहीं सी आउंदे। मुश्किल है ना जी, वो गल तां रुड़ गई, वो गृहस्थ की गल रुड़ गई। हुण अदालतां दे चक्कर कट रहे ने परिवार, कुछ अदालतां च बैठे ने तलाक लैण लई, केस चल रहे ने, ते कुछ बैठे ने बाबियां दे कोल, कोई सस किते बैठी है, नूह किते बैठी है, पति किते बैठा है, पत्नी किते बैठी। कसूर किहदा है? किहदा कसूर है? साडा अपना है। लोग पुछदे ने, ओ भलिओ आनंद कारज दीयां डींगां मारन वालिओ, दसो जिहड़े अग दे दुआले 7 फेरे लैंदे सन उन्हां च की कमी सी? जे इहो कुछ ही करना सी ते परे छाप उड़ाउंदे उंगल च ते काम निबेड़दे। तुसीं 4 लावां दे इस चक्कर विच पए ते काम तां तुहाडे भी उहो ਜਿਹੇ दे जिहो ਜਿਹੇ बाकियां दे। तुसीं की कमाया? उधर काजी साहब ने आख्या कबूल है, कबूल है, कबूल कबूल है जी, काम निबड़ गया। वो तुसीं उहो ही कर लैंदे, छेती निबड़ जांदा। जे तुहाडा भी इहो ही हाल होना सी, तुसीं की सिੱਖਿਆ अपने गुरु कोलों? गृहस्थ मार्ग का कोई उसूल सिੱਖਿਆ? कोई घर परिवार में एडजस्टमेंट करने वाली कोई बिरती गुरु के कोलों सीख के आए हो? तुहाडा गुरु की आखदा सी जिस वेले तुसीं आनंद कारज लई पहुंचे सो? नहीं, समा नहीं सी साडे कोल। माफ करना, जे गुरु लई साडे कोल समा नहीं ना, ते समझो असीं सुखां नूं घर आयां नूं धक्का दिता है। सुख दरवाजे ते खड़े आवाज़ां मारदे सन कि सानू अंदर लंघा लो, तुहाडा जीवन खुशहाल हो जाए। असीं दरवाजे बंद कर ले। नहीं, सानू सुख की लोड़ नहीं। असीं तां गाने बनण जोगे रह गए हैं। अगे तां कल्ला विआह वाला मुंडा बनदा सी जां कुड़ी दे बन, हुण तां सारे ही एक पासे तुर पए। सस ने भी बंधा है, मित्रां ने भी बंधा है, सारिਆਂ ने ही बंधा है। असीं सानू पता ही नहीं, असीं इन्हां फॉर्मैलिटियां 'च समा बर्बाद करी जांदे आ। असल गल नूं भी कदे समझण दा यतन करीए। बाल विआह हुंदे सन पुराने समयां 'च, छोटी उम्र विच परिवार वालियां ने जदों बच्चा वरिया जाना, बच्ची मंग लई जानी, मंगणी हो जानी, उस वेले ते गाना बन देना कि कोई रिश्तेदार होर रिश्ता लेके ना आए। बन्नी जा रहे हैं असीं अज, नहीं पता है सानू असलीयत, क्योंकि साडा सारा ध्यान इन्हां फॉर्मैलिटियां ते रहिंदा है, फर्ज पूर्तियां ते रहिंदा है। सो मैं बेनती कर रहा, शब्द के असल भाव नूं नहीं समझिया। कवि जी लिखदे, कहण लगे चतुर्थ चौथा श्रोता करदा इबादत ते रस ले, आवाज़ उत्ते सौंग उत्ते साउंड उत्ते अपना ध्यान केंद्र रखदा है। कहण लगे ये ने 4 किस्म के श्रोते, ते 5वां श्रोता सब तो उत्तम है। कहण लगे चतुर्थ बादत ते रस ले, पंचम अर्थ शब्द को चीना। 5वां श्रोता गुरु नूं बड़ा भाउंदा है, बड़ा चंगा लगदा है। वो किहड़ा श्रोता है? कहण लगे जो गाया जा रहा है ना गुरु का शब्द, उन्होंने अपने मन में वसाउण का यतन करता है। वो आखदा है भाई साहब बोल रहे ने, ये साधन है, वाजा वज रहे भी साधन है, राग भी साधन है, ताल भी साधन है। असल बात तो गुरु का शब्द है, असल बात गुरु का शब्द है। जे भला मैं कल्ला ही वाजा लैके बह जावा, कुछ बोला ना, उन्होंने तुसीं कीर्तन आखोगे? जे भला मैं कल्ला ही तबला कुटी जावा, तो तुसीं कीर्तन आखोगे? नहीं ना कह सकते। कीर्तन कदों है? जदों उस राग साज ताल नाल प्रभु की कीर्ति के बचन उचारे जान, गुरु का शब्द बोलिया जाए, उदों कीर्तन बनता है।
कीर्तन शब्द नाल बनना है, वाजा भी साधन है, तबला भी साधन है, गाउण वाला भी साधन है, ये सब साधन ने। असल मकसद की है गाउण का, भी जो शब्द पढ़ रहे ने उन्हां दे नाल पढ़न वाले दी बिरती भी ते सुनन वाले दी बिरती भी उहदा रस लवे। भाई साहब कहते पंजवां जिहड़ा श्रोता है ना उत्तम है। पंचम अर्थ शब्द को चीना तात परज समझे प्रवीणा। कहने लगे पहले चार श्रोतियां नालों सियाणा प्रवीण वधिया श्रोता है, क्योंकि वो तत्त नूं समझदा है, वो असल चीज ग्रहण कर रहा है संगत विच बैठ के। और जे श्रोता चार प्रकार पूछे भाई साहब जेडे पहले चार श्रोते उन्होंने की आखोगे फिर जे तत्त पंजवां ग्रहण कर रहे तो पहले चार की कर रहे? कहने लगे छीलर खान विखै हित धारी, जिवें जूस कढ़ के एक पी जाए तो बाकियां नूं छिल्लां दे दे भी तुसीं खा लो। बाकी चार श्रोते छिल्लां खा रहे ने, असल तत्त तां पंजवां ग्रहण कर रहे, क्योंकि उहदा ध्यान उहदी सुरत शब्द नाल जुड़ी हुई है। वो शब्द नूं पछाण रहा है कि शब्द गुरु साहब जी का जो पढ़िया जा रहा है वध तो वध मैनूं समझ पै जाए, वध तो वध इहदे नाल मेरे मन का लगाव ते प्यार बन जाए। कहने लगे ये श्रोते की बिरती है, ऐसा श्रोता चाहिए। श्रोता ऐसा बने जिहड़ा गाउंदा है वो भी खुद श्रोता बने, जिहड़े सुन रहे ने उन्हां ते बनना ही बनना है। सो सतगुरु के प्यार वाले ये संगत की महत्ता कि संगत में बैठ के साडा विहार जिहड़ा है ना वो किवें दा होना चाहिए, रिएक्शन साडा अपना अपने आप लिए किहो जिहा होना चाहिए। सानू प्राप्ति की जिहड़ी दात गुरु साहब देंदे ने भी ये प्राप्त तू करना है शब्द संगत में आके, वो असीं किस ढंग नाल करना है। किन्नियां उत्तम गल्लां साडे इतिहास विच दर्ज ने। गुरुदेव धन सतगुरु गुरु नानक साहब सच्चे पातशाह एक सफल गृहस्थी सफल परिवार सानू कहानी ये सुनाई भी वो तो 20 रुपये गवा के आए, पिता जी ने चपेड़ा मारियां कि तू ना तू मझां चार सकदा है चज नाल, ना तू खेती कर सकदा है चज नाल, अज तू इन्हें पैसे भी गवा के आ गया। नहीं, धन गुरु नानक साहब के परिवार ने सब तो पहला सिक्खी नूं प्यार किया। इतिहास नूं पढ़ के वेखो, उन्हां दे पिता ने महसूस किया मेरा बच्चा बहुत सियाणा ते अगे दी चीज है। माता ने महसूस किया, उन्हां दी भैण बेबे नानकी ने इस गल नूं महसूस किया। असीं आप ही इहो जिहे आप शब्द वरत रहे हैं अपणियां गल्लां दे विच कि सुनन वाले नूं लगे भी इन्हां दा गुरु भी गलतियां करदा सी, इन्हां दा गुरु भी गलतियां करदा सी। साडी भाषा च साडे सुनाउण च साडे दस्सण च इन्नियां कमियां नहीं। मेरा गुरु तां पूरा है, उन्हें भावें संसारिक जीवन हंडाया सरीरक तौर पर, भावें उन्होंने परिवारक जिम्मेवारियां निभाइयां ने, भावें दुनिया की किरत की है, ते भावें धर्म के राह पर चलदियां दुनिया नूं सच दृढ़ कराया। तुसीं उन्हां दे जीवन का हर पक्ष वेखो, किते अधूरापन, किते कमी, किते ऊणताई तुहानूं उन्हां दे जीवन विच नहीं मिलेगी। पूरा जीवन इसे नूं आख्या जाता। अधूरे तो असी जोदड़ी असी बेनती करनी सी महाराज साडा अधूरापन दूर करो, पर असी तो गुरु जी ऊणताइयां लभण तुर पए। साडी सोच तो गुरु जी कमियां लभण तुर पई। कदे असी उन्हां दी किरत च ऊणताई लभी, कदी उन्हां दे परिवारक माहौल च ऊणताई लभी, कदे उन्हां दे धार्मिक जीवन च ऊणताई लभी। तुसीं आप सोचो, जेड़े दीवे च गलती कर देण, सूरज नाल ही ऐसियां ऊणताइयां जोड़ देण, वो बंदे हनेरे चानण नूं माण सकदे ने, हनेरे चों बाहर आ सकदे ने नहीं। जिन्हां नूं अपने इलाज वाले डॉक्टर ते ही शक है, तुसीं उन्हां मरीज़ां दी हालत दा अंदाज़ा ला सकदे हो। आज डॉक्टर कोल ही असीं जांदे आ ना, तां असीं उहनूं इहो जिहा विश्वास करदे आ भी ये साडा रब है, ये सानूं ठीक करेगा ही करेगा। असीं उहदे सर्टिफिकेट नहीं वेखदे कि पढ़िया है कि अनपढ़ है, किन्ना सिक्खिया, किन्ना पहलां किन्ने मरीज़ ठीक हो के गए। असीं डॉक्टर कोलों दवाई लैणी है ते रब वर्गा विश्वास करना है, पर माफ़ करो साडा अपने गुरु ते किन्ना भरोसा है, किन्ना विश्वास है। गुरु की हजूरी च बह के असीं ऊणताइयां कढ़दे रहिंदे कि साडे गुरु चा भी कमी सी, आ भी ऊणताई सी, वो आ नहीं सी कर सके, आ नहीं सी कर सके। इस तरह दीयां गल्लां कि सानू गुरु के भरोसे ते तुरन दी जाच सिखाउणगियां कि साडे भरोसे नूं कच्चियां करनगियां। ये सोचण वाली गल है। धन गुरु रामदास साहब का वचन पढ़िए, राम हम सतगुर पार ब्रह्म कर माने। कहने लगे हे मेरे परमेश्वर, मैं अपने रब चों अपने गुरु चों रब वेखना। ते रब कमियां वाला होंदा है, रब च ऊणताई है, रब च कोई घाट है, कोई कमजोरी है, रब अधूरा है। राम हम सतगुर पार ब्रह्म कर माने। भट्टा ने आख्या गुरुदेव
ਤੁਹਾਡਾ ਜੀਵਨ ਤਾਂ ਉਸ ਨਿਰੰਕਾਰ ਦੇ ਗੁਣਾਂ ਨਾਲ ਇੰਨਾ ਪਰਿਪੂਰਨ ਹੈ, ਤੁਹਾਡੇ ਚ ਤੇ ਉਹਦੇ ਚ ਫਰਕ ਕੋਈ ਨਹੀਂ, ਭੇਦ ਕੋਈ ਨਹੀਂ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਤੋ ਇਹ ਅਸੀਂ ਬੜਾ ਤੋਲ ਕੇ ਬੋਲਣਾ ਸੀ, ਪਰ ਅਸੀਂ ਬੋਲ ਨਹੀਂ ਸਕੇ। ਸਾਡਾ ਆਪਣੇ ਆਪ ਤੇ ਕਾਬੂ ਨਹੀਂ ਰਿਹਾ, ਕਿਉਂਕਿ ਸਾਡਾ ਪੇਸ਼ਾ ਸੀ ਕਹਾਣੀਆਂ ਸੁਣਾਉਣਾ। ਸੰਗਤ ਨੂੰ ਵੀ ਇੱਕ ਚਸਕਾ ਜਿਹਾ ਸੀ, 20-25 ਸਾਲਾਂ ਚ ਲਾ ਲੈਂਦੇ ਆ, ਫਿਰ ਉਸ ਢੰਗ ਨਾਲ ਗੱਡੀ ਭੱਜੀ ਜਾਂਦੀ ਅੱਗੇ ਤੋਂ। ਲੋਕ ਉਹ ਕੁਝ ਸੁਣਦੇ ਨੇ, ਅਸੀਂ ਉਹ ਕੁਝ ਸੁਣਾਉਨੇ। ਕਮੀ ਤਾਂ ਸਾਡੇ ਤੋਂ ਸ਼ੁਰੂ ਹੋਈ ਹੈ। ਸੋ ਸਤਿਗੁਰੂ ਦੇ ਪਿਆਰ ਵਾਲਿਓ, ਗੁਰਦੇਵ ਜੀ ਨੇ ਪਾਵਨ ਬਾਣੀ ਚਾਕਿਆ, ਕਹਿਣ ਲੱਗੇ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮਤਾਂ ਕਿਤੇ ਮੇਰਾ ਪਿਆਰ ਆਪਣੇ ਮਾਲਕ ਨਾਲੋਂ ਘਟ ਜਾਏ। ਕੁਝ ਉਦਾਹਰਨਾਂ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਦਿੱਤੀਆਂ ਹਨ, ਪਿਆਰ ਦੀ ਅਵਸਥਾ ਨੂੰ ਪ੍ਰਗਟ ਕਰਨ ਵਾਲੀਆਂ। ਇੱਕ ਉਹਨਾਂ ਦੀ ਉਦਾਹਰਣ ਜਿਹੜੀ ਗੁਰਬਾਣੀ 'ਚ ਆਮ ਹੀ ਵਰਤੀ ਗਈ ਹੈ, ਮੱਛੀ ਦੀ ਪਾਣੀ ਵਿੱਚ ਰਹਿਣ ਦੀ ਉਦਾਹਰਣ ਹੈ। ਹਜ਼ੂਰ ਕਹਿਣ ਲੱਗੇ ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਕਹਿਣ ਲੱਗੇ ਜਿਵੇਂ ਪਾਣੀ ਤੋਂ ਬਿਨਾ ਮੱਛੀ ਜੀਵਨ ਨਹੀਂ ਪਾ ਸਕਦੀ, ਇਸੇ ਤਰ੍ਹਾਂ ਬੂੰਦ ਵਿਹੂਣਾ ਚਾਤਰਿਕੋ ਕਿਉਂ ਕਰ ਤ੍ਰਿਪਤਾਵੈ। ਕਹਿਣ ਲੱਗੇ ਬੂੰਦ ਤੋਂ ਚਾਤਰਿਕ ਪਪੀਹਾ ਜਿਹੜਾ ਸਵਾਤੀ ਬੂੰਦ ਤੋਂ ਵਾਂਝਾ ਜਿਵੇਂ ਜੀਵਨ ਨਹੀਂ ਜੀ ਸਕਦਾ। ਇਹ ਉਦਾਹਰਨਾਂ ਨੇ। ਹੁਣ ਪਸ਼ੂਆਂ ਦੀਆਂ ਉਦਾਹਰਨਾਂ ਨੇ ਵੇਖੋ। ਪਸ਼ੂਆਂ ਨੂੰ ਉਪਦੇਸ਼ ਦੇਣ ਲਈ ਕੋਈ ਗ੍ਰੰਥ ਕਿਸੇ ਮਹਾਪੁਰਖ ਨੇ ਨਹੀਂ ਲਿਖਿਆ, ਇਹ ਪਸ਼ੂ ਤੇਰੇ ਵਾਸਤੇ। ਮਾਫ ਕਰਨਾ ਮੈਂ ਸ਼ਬਦ ਵਰਤ ਰਿਹਾ, ਕਿਸੇ ਗਾਂ ਨੂੰ, ਮੱਝ ਨੂੰ, ਕੁੱਤੇ ਨੂੰ, ਕਿਸੇ ਚਿੜੀ ਨੂੰ ਸੰਬੋਧਨ ਕਰਨ ਲਈ ਕੋਈ ਗ੍ਰੰਥ ਲਿਖਿਆ ਦੁਨੀਆ 'ਚ? ਨਹੀਂ। ਪਰ ਵੇਖੋ ਕਿੰਨੀ ਕਮਾਲ ਦੀ ਬਾਤ ਹੈ, ਮਨੁੱਖ ਨੂੰ ਸੰਬੋਧਨ ਕਰਕੇ ਗ੍ਰੰਥ ਲਿਖਿਆ। ਕਿਸੇ ਪਸ਼ੂ ਨੂੰ ਸਮਝਾਉਂਦਿਆਂ ਬੰਦੇ ਦੀ ਉਦਾਹਰਣ ਦਿੱਤੀ ਹੋਵੇ ਕਿਸੇ ਨੇ ਵੀ ਬੰਦੇ ਤੋਂ ਸਿੱਖ, ਪਰ ਬੰਦੇ ਨੂੰ ਸਮਝਾਉਂਦਿਆਂ ਪਸ਼ੂ ਦੀ ਉਦਾਹਰਣ ਤਾਂ ਬੜੀ ਵਾਰ ਆਈ ਹੈ ਗੁਰੂ ਗ੍ਰੰਥ ਸਾਹਿਬ 'ਚ, ਬੜੀ ਵਾਰ ਆਈ ਹੈ। ਅਸੀਂ ਅੱਜ ਕਹਿਣ ਲੱਗ ਪਏ ਵੇਖੋ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਨਹੀਂ ਸੰਤ ਜੇ ਮੈਂ ਡੇਰਾ ਬਣਾ ਲਿਆ ਤੇ ਕੀ ਗਲਤ ਹੋ ਗਿਆ। ਤੇ ਜੇ ਗਾਂ ਨੂੰ ਪਤਾ ਲੱਗ ਜਾਏ ਵੀ ਮੇਰਾ ਵੀ ਨਾਂ ਗੁਰੂ ਗ੍ਰੰਥ ਸਾਹਿਬ 'ਚ ਆਇਆ ਤੂੰ ਵੀ ਡੇਰਾ ਖੋਲ ਲਵੇ, ਮੇਰਾ ਨਾਂ ਵੀ ਗੁਰੂ ਗ੍ਰੰਥ ਸਾਹਿਬ 'ਚ ਆਇਆ, ਢੇਕ ਦੁੱਧਾ ਤੇ ਬਾਹਰੀ ਕਿਤੇ ਨਾ ਆਵੇ ਕਾਂ, ਉਹ ਵੀ ਡੇਰਾ ਖੋਲ ਲੈ। ਫਿਰ ਤਾਂ ਕਿਸਾਨ ਦਾ ਜ਼ਿਕਰ ਵੀ ਆਇਆ, ਬਾਣੀਏ ਦਾ ਜ਼ਿਕਰ ਵੀ ਆਇਆ, ਵਪਾਰੀ ਦਾ ਵੀ ਆਇਆ, ਨੌਕਰ ਦਾ ਵੀ ਆਇਆ, ਕਿਹਦਾ ਜ਼ਿਕਰ ਨਹੀਂ ਆਇਆ? ਪਸ਼ੂਆਂ ਦੇ ਜ਼ਿਕਰ ਆਏ, ਪੰਛੀਆਂ ਦੇ ਆਏ, ਦਰਖਤਾਂ ਦੇ ਆਏ। ਉਹ ਗੱਲਾਂ ਤੇ ਸਮਝਾਉਣ ਲਈ ਸਨ। ਅਸੀਂ ਕੇਵਲ ਇਸ ਗੱਲ ਤੇ ਹੀ ਫੁੱਲ ਕੇ ਪਹਾੜ ਹੋ ਗਏ ਵੀ ਵੇਖੋ ਸਾਡਾ ਪਹਿਰਾਵਾ ਵੱਖਰਾ ਹੈ ਤੇ ਸਾਡਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਆਇਆ, ਸੰਤ ਬਾਰੇ ਆ ਲਿਖਿਆ ਤੇ ਮੈਂ ਹੀ ਉਹ ਸੰਤ ਹਾਂ। ਕਿਸ ਅਧਿਕਾਰ ਨਾਲ? ਕਿਸੇ ਨੇ ਅਸੀਂ ਨਹੀਂ ਪੁੱਛਿਆ ਕਿ ਸਤਿਕਾਰਯੋਗ ਭਾਈ ਸਾਹਿਬ ਜੀਓ ਕਿਹੜੇ ਅਧਿਕਾਰ ਨਾਲ ਤੁਸੀਂ ਆ ਸਾਰਾ ਕੁਝ ਰਚ ਕੇ ਬਹਿ ਗਏ? ਕੀ ਬਾਕੀ ਸਾਰੇ ਅਸੰਤ ਨੇ? ਤੁਸੀਂ ਇਕੱਲੇ ਸੰਤ ਹੋ, ਬਾਕੀ ਸਭ ਅਸੰਤ ਨੇ ਸੰਗਤ 'ਚ ਆਉਣ ਵਾਲੇ? ਹੋ ਸਕਦਾ ਹੈ ਕੋਈ ਆਪਣੇ ਖੇਤਾਂ 'ਚ ਹਲ ਚਲਾਉਂਦਾ, ਪਸ਼ੂਆਂ ਲਈ ਚਾਰਾ ਵੱਢਦਾ, ਪਸ਼ੂ ਚਾਰਦਾ, ਉਹ ਵੀ ਉਸ ਅਵਸਥਾ ਦਾ ਮਾਲਕ ਹੋਵੇ, ਉਹ ਵੀ ਉਹੋ ਜਿਹਾ ਜੀਵਨ ਜੀ ਰਿਹਾ ਹੋਵੇ ਜਿਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਤਤਾਈ ਦਾ ਜੀਵਨ ਕਹਿੰਦੇ ਨੇ। ਇਹ ਤਾਂ ਜੀਵਨ ਦਾ ਨਾਮ ਹੈ, ਅਵਸਥਾ ਦਾ ਸੂਚਕ ਹੈ ਸ਼ਬਦ। ਕਿ ਫਟਾ ਜਿਹੜਾ ਗਲ 'ਚ ਪਾ ਕੇ ਤੁਸੀਂ ਚਾਰ ਜਾਣੇ ਪੂਜਾ ਕਰਾਓ, ਬਾਕੀ ਸਾਰੇ ਮਗਰ ਜੈ ਜੈਕਾਰ ਕਰਨ ਵਾਸਤੇ ਨਾਰੇ ਲਾਉਂਦੇ ਜਾਣ, ਇਸ ਵਾਸਤੇ ਦਿੱਤਾ ਵੀ ਚਾਰ ਬੰਦੇ ਤੁਹਾਡੇ ਅਸੀਂ ਮਾਲਕ ਬਣਾ ਦਈਏ, ਤੁਸੀਂ ਸਾਰੀ ਉਮਰ ਉਹਨਾਂ ਦੀ ਗੁਲਾਮੀ ਕਰੋ। ਇਸ ਵਾਸਤੇ ਤਾਂ ਇਹ ਸ਼ਬਦ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਸਾਡੀ ਕਵੀ ਐਸੀ ਹੈ, ਸਾਨੂੰ ਪੰਕਤੀਆਂ ਇਹੋ ਜਿਹੀਆਂ ਪੜ੍ਹੀਆਂ ਵੀ ਸਾਨੂੰ ਪਹਿਲਾਂ ਹੀ ਸਾਡੇ ਪਸੀਨੇ ਛਡਾ ਦਿੱਤੇ। ਸੰਤ ਕੀ ਨਿੰਦਾ ਨਾਨਕਾ ਬਹੁਤ, ਸਾਡਾ ਮੂੰਹ ਬੰਦ ਕਰ ਲਈ ਨਾ ਪੰਕਤੀ ਵਰਤੀ। ਉਹ ਗੁਰੂ ਗ੍ਰੰਥ ਸਾਹਿਬ 'ਚੋਂ ਜਾਣ ਤਾਂ ਲਓ ਵੀ ਸੰਤ ਕੌਣ ਹੈ, ਜਾਣ ਤਾਂ ਲਈਏ। ਤੇ ਜੇ ਗਾਂ ਨੂੰ ਪਤਾ ਲੱਗ ਜਾਏ, ਚਿੜੀ ਨੂੰ ਪਤਾ ਲੱਗ ਜਾਏ, ਮੱਛੀ ਨੂੰ ਪਤਾ ਲੱਗ ਜਾਏ, ਪਪੀਏ ਨੂੰ ਪਤਾ ਲੱਗ ਜਾਏ, ਤੇ ਮੇਰਾ ਖਿਆਲ ਹੈ ਉਹ ਵੀ ਆਪਣਾ ਵੱਖਰਾ ਸੰਤ ਸਮਾਜ ਬਣਾ ਲੈਣ। ਸਾਡਾ ਤੇ ਨਾਂ ਹੈ ਜੀ, ਸਾਡੇ ਕੋਲ ਅਥਾਰਟੀ ਹੈ। ਤੁਹਾਡੇ ਗੁਰੂ ਗ੍ਰੰਥ ਸਾਹਿਬ 'ਚ ਤੁਹਾਡੇ ਮਹਾਂਪੁਰਖਾਂ ਨੇ ਸਾਡਾ ਨਾਂ ਵਰਤਿਆ, ਸਮਾਜ ਬਣ ਜਾਏ। ਰਿਕਸ਼ਿਆਂ ਵਾਲਿਆਂ ਦੀ ਯੂਨੀਅਨ ਸੁਣੀ ਸੀ, ਪਰ ਸੰਤਾਂ ਦੀ ਅੱਜ ਤੱਕ ਯੂਨੀਅਨ ਨਹੀਂ ਸੀ ਸੁਣੀ। ਇਹ ਵੀ ਯੂਨੀਅਨ ਬਣਾਉਣ ਦੀ ਲੋੜ ਹੈ। ਕਮਾਲ ਦੀ ਬਾਤ ਹੈ, ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੋਈ ਯੂਨੀਅਨ ਬਣਾ ਕੇ ਕੰਮ ਨਹੀਂ ਸੀ ਕੀਤਾ। ਬਾਣੀ ਲਿਆਂਦੀ ਉਹਨਾਂ ਭਗਤਾਂ ਦੀ, ਆਪ ਉਹਨਾਂ ਕੋਲ ਜਾ ਕੇ ਇਕੱਲੇ ਸਨ ਜਦੋਂ ਮਾਰਗ ਉੱਤੇ ਤੁਰੇ ਕਿ ਮੈਨੂੰ ਕੀ ਖਤਰਾ ਹੈ, ਹਮਰਾ ਧੜਾ ਹਰ ਰਹਿਆ ਸਮਾਈ। ਮੇਰਾ ਧੜਾ ਤਾਂ ਰੱਬ ਦਾ ਧੜਾ। ਸੁਲੀ ਖਾਨ ਆਇਆ, ਸੁਰਭੀ ਖਾਨ ਆਇਆ, ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੋਈ ਚਾਰਾ ਕਰੀਏ। ਹਜ਼ੂਰ ਨੇ ਆਖਿਆ ਕੀ ਚਾਰਾ ਕਰਨਾ?
ਚਾਰੇ ਦਾ ਮਤਲਬ ਤੁਹਾਡੇ ਤੋਂ ਇਹ ਹੀ ਹੈ ਵੀ ਕੋਈ ਜੋੜ ਤੋੜ ਕਰੀਏ। ਕਾਹਦੇ ਲਈ? ਅਸੀਂ ਕੋਈ ਗਲਤ ਕੰਮ ਕੀਤਾ, ਕੋਈ ਪਾਪ ਕੀਤਾ? ਧਰਮ ਦੇ ਰਾਹ ਤੇ ਚੱਲਦਿਆਂ ਇਹਨਾਂ ਜੋੜਾਂ ਤੋੜਾਂ ਦੀ ਲੋੜ ਨਹੀਂ। ਇੱਥੇ ਬੈਠਾ ਵੀ ਮੈਂ ਧਰਮ ਦੀ ਗਵਾਹੀ ਦੇਣਾ। ਜੇ ਮੈਨੂੰ ਕੋਈ ਚਰਾਏ 'ਚ ਖਿਲਾਰ ਕੇ ਆਕੇ ਨਾ ਕਿ ਇਹ ਗੱਲ ਸਹੀ ਹੈ ਕਿ ਗਲਤ ਹੈ, ਉੱਥੇ ਵੀ ਮੈਂ ਸੱਚ ਹੀ ਸੁਣਾਉਣਾ ਹੈ, ਕਿਉਂਕਿ ਮੇਰੀ ਰਸਨਾ ਤੇ ਧੰਨ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਕਾਹਦਾ ਜੋੜ ਤੋੜ ਕਰਾਂ? ਮੈਨੂੰ ਕੋਈ ਲੋੜ ਨਹੀਂ ਕਿਸੇ ਨਾਲ ਜੋੜ ਤੋੜ ਕਰਨ ਦੀ, ਕੋਈ ਲੋੜ ਨਹੀਂ ਮੈਨੂੰ ਕਿਸੇ ਧੜੇ 'ਚ ਪੈਣ ਦੀ। ਹਜ਼ੂਰ ਧੰਨ ਸਤਿਗੁਰੂ ਨੇ ਆਖਿਆ, हे ਅਕਾਲ ਪੁਰਖ ਵਾਹਿਗੁਰੂ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ। ਸਦਾ ਸਦਾ ਜਪ। ਅਸੀਂ ਰੱਬ ਦਾ ਬੰਦਾ ਤੇ ਸੁਨੇਹਾ ਦਿੰਦਾ ਸੰਸਾਰ ਨੂੰ, ਆਪਣੀ ਜੀਵਨ ਰਾਹੀਂ ਵੀ ਦਿੰਦਾ, ਆਪਣੀ ਜ਼ੁਬਾਨ ਰਾਹੀਂ ਵੀ ਦਿੰਦਾ। ਅਸੀਂ ਕੀ ਸੁਨੇਹਾ ਦਿੰਦੇ ਆ ਕਿ ਧੜੇ ਬਣਾ ਲਓ ਤੇ ਲੜੀ ਜਾਓ, ਆਪਸ ਵਿੱਚ ਲੜੀ ਜਾਓ। ਇਹ ਸੁਨੇਹਾ ਅਸੀਂ ਦੇ ਰਹੇ। ਸਤਿਗੁਰੂ ਦੇ ਪਿਆਰ ਵਾਲਿਓ, ਥੋੜਾ ਹੋਸ਼ ਕਰੀਏ, ਥੋੜਾ ਜਿਹਾ ਆਪਣੀ ਸੁਰਤ ਨੂੰ ਟਿਕਾਣੇ ਸਿਰ ਲਿਆਈਏ। ਜਿਹੜੀ ਇਹਨਾਂ ਲੋਕਾਂ ਨੇ ਸਾਡੀ ਸੁਰਤ ਮਾਰੀ ਹੋਈ ਹੈ ਨਾ, ਅੱਜ ਤੱਕ ਘੁਮਾਈ ਹੋਈ ਹੈ ਬੁਰੀ ਤਰ੍ਹਾਂ ਨਾਲ ਗੁਰਮਤ ਵਾਲੇ ਪਾਸੋਂ, ਥੋੜਾ ਉਹਨੂੰ ਟਿਕਾਣੇ ਸਿਰ ਲਿਆ ਕੇ ਸੋਚੀਏ। ਇਹਨਾਂ ਚੋਂ ਕਿਸੇ ਸਾਡੇ ਨਾਲ ਨਹੀਂ ਨਿਭਣਾ, ਕੋਈ ਸਾਡੇ ਦੁੱਖਾਂ ਦਾ ਸੁੱਖਾਂ ਦਾ ਮਿੱਤਰ ਜਾਂ ਸਾਥੀ ਨਹੀਂ। ਨਿਭਣ ਵਾਲਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਹੈ। ਉਸ ਉਪਦੇਸ਼ ਨਾਲ ਜੁੜਨ ਦਾ ਯਤਨ ਕਰੀਏ, ਭਰਮਾਂ ਤੋਂ ਉੱਚੇ ਉੱਠੀਏ, ਉੱਪਰ ਉੱਠਣ ਦੀ ਕੋਸ਼ਿਸ਼ ਕਰੀਏ ਇਹਨਾਂ ਜੋੜਾਂ ਤੋੜਾਂ ਤੋਂ। ਇਹ ਤਨਣਾ ਬੁਣਨਾ ਛੱਡ ਦਈਏ ਆਪਣੇ ਜੀਵਨ ਅੰਦਰ। ਇਸ ਤਨਣੇ ਬੁਣਨੇ ਤੋਂ ਉੱਪਰ ਉੱਠ ਜਾਈਏ। ਗੁਰਦੇਵ ਦਾਤਾ ਜੀ ਉਦਾਹਰਨ ਦਿੰਦੇ, ਕਹਿਣ ਲੱਗੇ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਮੱਛੀ ਨੂੰ ਕੋਈ ਆਖੇ ਤੈਨੂੰ ਮੈਂ ਦੁੱਧ ਦੇ ਟੱਬ ਵਿੱਚ ਛੱਡ ਦਿਆਂਗਾ, ਤੂੰ ਇਸ ਗੰਦੇ ਪਾਣੀ ਤੋਂ ਕੀ ਲੈਣਾ? ਮੱਛੀ ਜੀ ਸਕੇਗੀ? ਤੁਸੀਂ ਦੁੱਧ ਦੇ ਬਰਤਨ ਵਿੱਚ ਮੱਛੀ ਨੂੰ ਰੱਖ ਕੇ ਵੇਖ ਲਓ, ਜੀ ਸਕੇਗੀ? ਨਹੀਂ। ਉਹਦਾ ਜੀਵਨ ਪਾਣੀ ਵਿੱਚ ਹੈ, ਉਹ ਪਾਣੀ ਵਿੱਚ ਜੀਵਨ ਜਿਉਂਦੀ ਹੈ। ਮਾਫ ਕਰਨਾ, ਅੱਜ ਸਾਨੂੰ ਕੀ ਉਂਗਲੇ ਲਾ ਕੇ ਲੈ ਜਾਂਦਾ। ਉਹ ਵਡਭਾਗ ਸਿੰਘ ਦੇ ਡੇਰੇ ਬੜੀਆਂ ਖੁਸ਼ੀਆਂ ਮਿਲਦੀਆਂ, ਅਸੀਂ ਵਿਚਾਰ ਨਹੀਂ ਕਰਦੇ, ਕਿਉਂਕਿ ਸਾਡੇ 'ਚ ਪ੍ਰੀਤ ਦੀ ਘਾਟ ਹੈ, ਈਮਾਨ ਤੇ ਭਰੋਸੇ ਦੀ ਘਾਟ ਹੈ। ਅਸੀਂ ਉੱਥੇ ਵੀ ਹਾਜ਼ਰੀ ਭਾਰੀ ਆਉਂਦੇ, ਉੱਥੇ ਵੀ ਭਾਰ ਆਉਂਦੇ। ਅੱਜ ਅਸੀਂ ਪੰਥ ਨੂੰ ਫਕੀਰ ਦੀ ਗੋਦੜੀ ਬਣਾਇਆ, ਟਾਕੀਆਂ ਲਾ ਲਾ ਕੇ। ਪੰਥ ਤਾਂ ਉਹ ਹੈ ਜਿਹਦਾ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਉਹ ਪੰਥ ਹੈ। ਅੱਜ ਅਸੀਂ ਪੰਥ ਨੂੰ ਫਕੀਰ ਦੀ ਗੋਦੜੀ ਬਣਾਇਆ। ਅੱਧੀ ਕਟਾਕੀ ਵਡਭਾਗ ਸਿੰਘ ਦੀ ਲੱਗੀ ਹੈ ਇਸ ਚੋਲੇ ਨੂੰ, ਅੱਧੀ ਕਟਾਕੀ ਕਿਸੇ ਐਸੇ ਬਾਬੇ ਦੀ ਲੱਗੀ ਹੈ ਚਿਮਟਾ ਕਲਚਰ ਵਾਲੇ ਦੀ, ਅੱਧੀ ਕਟਾਕੀ ਰਾਧਾ ਸੁਆਮੀਆਂ ਨੇ ਲਾ ਰੱਖੀ ਹੈ ਆਪਣੀ। ਆਹ ਜੋੜ ਤੋੜ ਕਰਕੇ ਆਹ ਪੰਥ ਨੂੰ ਅਸੀਂ ਇੱਥੋਂ ਤੱਕ ਲਿਆਂਦਾ। ਜਦੋਂ ਕਲਗੀਧਰ ਸਾਹਿਬ ਨੇ ਆਖਿਆ ਸੀ ਨਾ, ਆਤਮਾ ਗ੍ਰੰਥ ਵਿੱਚ ਸਰੀਰ, ਪੰਥ ਵਿੱਚ, ਮਾਫ ਕਰਨਾ ਮੈਨੂੰ ਲੱਗਦਾ ਸਰੀਰ ਤੇ ਖਰੋਚਾਂ ਉਹਨਾਂ ਤੇ ਲੋਕ ਪੁੱਛਦੇ ਨੇ ਕੀ ਹੋਇਆ, ਕੋਈ ਹਾਦਸਾ ਵਾਪਰਿਆ? ਪੰਥ ਰੂਪੀ ਸਰੀਰ ਨੂੰ ਤੁਸੀਂ ਫਕੀਰ ਦੀ ਗੋਦੜੀ ਬਣਾਇਆ। ਇਹ ਗੁਨਾਹ ਅਸੀਂ 300 ਸਾਲ ਵਿੱਚ ਕੀਤਾ। 300 ਸਾਲ 'ਚ ਪ੍ਰਾਪਤੀ ਕੀਤੀ ਹੈ। 300 ਸਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਤਾ ਗੱਦੀ ਮਨਾਇਆ। ਦਾਸ ਨੇ ਉਸ ਵੇਲੇ ਲਿਖਿਆ ਵੀ ਸੀ ਕਈ ਜਗ੍ਹਾ ਤੇ ਔਰ ਬੋਲਿਆ ਵੀ ਸੀ। ਈਵਨ ਬੰਗਲਾ ਸਾਹਿਬ ਦੀ ਸਟੇਜ ਤੋਂ ਕਥਾ ਕਰਦਿਆਂ ਮੈਂ ਗੱਲ ਆਖੀ ਸੀ, ਮੈਂ ਕਿਹਾ ਤੁਸੀਂ 300 ਸਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਮਨਾ ਰਹੇ ਹੋ, ਬੜੀ ਖੁਸ਼ੀ ਦੀ ਗੱਲ ਹੈ। ਪਰ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਇੱਕ ਚੀਜ਼ ਤੁਸੀਂ ਮਿਸ ਕਰ ਰਹੇ ਹੋ ਵਿੱਚੋਂ। ਉਸੇ ਦਿਨ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਜ਼ਾਰਾ ਰੂਪ ਵਿੱਚ ਕਲਗੀਧਰ ਸਾਹਿਬ ਨੇ ਬਖਸ਼ੀ, ਜਿਨ੍ਹਾਂ ਦਾ ਅੱਜ ਤੁਸੀਂ 300 ਸਾਲਾ ਸ਼ਤਾਬਦੀ ਮਨਾ ਰਹੇ ਹੋ, ਉਸੇ ਹੀ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਕ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਸੀ ਪੰਥਕ ਰੂਪ ਵਿੱਚ। ਉਹ ਕੀ ਸੀ ਭਲਾ? ਸਰੀਰ ਪੰਥ ਵਿੱਚ, ਵੀ ਪੰਥ ਨੂੰ ਗ੍ਰੰਥ ਦੀ ਤਾਬਿਆ ਕੀਤਾ। ਸਾਡੀ ਜ਼ੁਬਾਨ ਸੜ ਜਾਏ, ਪ੍ਰਚਾਰਕਾਂ ਦੀ, ਜਥੇਦਾਰਾਂ ਦੀ, ਬਾਬਿਆਂ ਦੀ, ਜੇ ਕਿਸੇ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੋਵੇ। ਕਿਉਂ? ਬੰਦਾ ਜਦੋਂ ਕਮਜ਼ੋਰ ਹੋਵੇ ਤੇ ਘੱਟ ਹੀ ਆਪਣੀ ਗੱਲ ਕਰਦਾ ਹੈ। ਅਸੀਂ ਉਹ ਜ਼ਿੰਮੇਵਾਰੀ ਦਾ ਕੋਈ ਜ਼ਿਕਰ ਕੀਤਾ ਕਿ ਜਿੱਥੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਕੋਲ ਸੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਚਾਰ ਤੇ ਪ੍ਰਸਾਰ ਦੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੁਰੱਖਿਆ ਦੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਨ ਤੇ ਸ਼ਾਨ ਦੀ ਜ਼ਿੰਮੇਵਾਰੀ ਕਿਹਨੂੰ ਦਿੱਤੀ ਸੀ ਭਲਾ? ਪੰਥ ਨੂੰ ਦਿੱਤੀ ਸੀ ਨਾ। ਤੇ ਸਾਡੇ ਠੇਕੇਦਾਰਾਂ ਨੂੰ ਲੋੜ ਕੀ ਸੀ? ਉਹਨਾਂ ਨੂੰ ਤਾਂ ਪਤਾ ਸੀ ਕਿ ਅਸੀਂ 300 ਸਾਲਾਂ 'ਚ ਡੇਰੇ ਹੀ ਪੈਦਾ ਕੀਤੇ ਨੇ। 300 ਸਾਲਾਂ 'ਚ ਅਸੀਂ ਜੋ ਪੈਦਾ ਕੀਤਾ ਹੈ, ਜੇ ਅਸੀਂ ਆਪਣੀ ਜ਼ਿੰਮੇਵਾਰੀ ਦੀ ਗੱਲ ਕੀਤੀ, ਐਵੇਂ ਕੋਈ ਭਲਾ ਮਾਨਸ ਆ ਕੇ ਸਿਰ ਫਿਰਿਆ ਪੁੱਛ ਹੀ ਨਾ ਲਵੇ। ਦੱਸੋ ਜੀ, ਜੇ ਪੰਥ ਨੂੰ ਗੁਰੂ ਸਾਹਿਬ ਨੇ ਇੰਨਾ ਮਾਣ ਦਿੱਤਾ ਤੇ ਤੁਸੀਂ ਪੰਥ ਨੇ ਜ਼ਿੰਮੇਵਾਰੀ ਕਿਹੜੀ ਨਿਭਾਈ ਹੈ? ਅਸੀਂ ਜ਼ਿਕਰ ਹੀ ਨਹੀਂ ਕੀਤਾ। ਇਹਨੇ ਚਾਦਰਾਂ ਸੀ, ਕਿਸੇ ਨਹੀਂ ਕੀਤਾ। ਮਾਫ ਕਰਨਾ, ਕਿਸੇ ਗੁਰਦੁਆਰੇ ਦੀ ਕਮੇਟੀ ਨੇ ਇਸ ਗੱਲ ਦੇ ਉੱਤੇ ਜ਼ਿਕਰ ਨਹੀਂ ਕੀਤਾ।
कि आ भी एक काम सानू गुरु ने करन वाला। जिम्मेवारियां सी पदवियां ते सारे बहना चाहते, जिम्मेवारी कोई नहीं निभाना चाहते। प्रचारक चाहता मैनू सत्कार मिले, कमेटी चाहती है मैनू आदर मिले, जथेदार चाहता है लोग मेरी गल नूं इवें सुन जिवें रब दी गल है, साध चाहते ने सानू मत्थे टेकी जाण, सोने दियां मुंदरियां पाई जाण, साडे सिर ते छतर झुलण, बीबियां साडे पैर धो धो के पानी दे चुले पीती जाण, पर जिम्मेवारी सानू निभाउण लई कोई ना आखे। कमी किथे? गुरु ग्रंथ साहब तो गुरु ने इहदे च ना पहलों शक सी ना अज शक है, पर तुहाडी जिम्मेवारी दा पंथ जी की बणिया? तुसी तां एक वडभाग सिंह दे डेरे छड्ड आए कि साथों नहीं साह हुंदे, तुसी करो इन्हां दा कुछ, वंड दिता है पंथ। संगत थोड़ी थोड़ी करके ना असीं डेरियां नूं थोड़ी डेरियां नूं प्रोवाइड कर दित्ती है, इन्ने क तुसी सांभो, इन्ने क तुसी सांभो, इन्ने प्राहुणे घर च ज्यादा आ जाण ना ते कई बार गुआंढियां दे घरे उन्हां दा बिस्तरा ला देंगे कि इन्ने क प्राहुणे तुसी भी रख लोगे साडे, वो हालत है साडी। इहदा मतलब असीं संभाल नहीं सके। गुरु नानक दा मैसेज, कलगीधर साहब महाराज जी दियां सिक्ख्यावां ते उदेश असी अजे तक आप ही धारण नहीं कर सके, दूजियां नूं तां दसना बहुत कठिन बात सी। मेरी प्रीत गोबिंद सिंह जिन कट है। ध्यान रखिए, विचार करिए, जिवें बिजनेस के घाटे वाधे सोचते हैं ना, अपने कर्म नूं अपने जीवन नूं भी उस विहार ते सोच के वेखिए की खटिया अज तक ते की गवाया। ते प्रीत का भाव है किसी होर आसरे की लोड़ नहीं, तुसी उस प्यार विच, जिहनूं उदाहरण गुरु साहब ने मच्छी की पपीए की दिती है, बूंद भी होना चातर को क्यों कार तृप्ता है। हजूर आखदे भवर लोभी कुसुम बास का, कहने लगे भवरा जिहड़ा है ना उहदे अंदर लोभ है, प्यार है, चस्का है, रस है, उहनूं फुल दा रस मानण लई उहदे उत्ते आके बैठदा है, रोज बैठदा। एक दिन ऐसा मगन होया उहदे रस अंदर, सूरज अस्त हो गया, फुल ने पंखड़ियां बंद कर लिया, मरनी मर गया, पर अपने प्यार का सबूत दे गया भी मेरा प्यार इस मकरंद नाल, इस रस नाल, इस फुल नाल कितना है। भवर लोभी कुसुम बास का, मेर आप बंधावै नाद कुरंक है बेदिया। कहने लगे जो शिकारी ने हिरन का शिकार करना हुंदा है ना, तो वह एक खास किस्म का नाद वजाउंदे, जिन्हों कंडेड़े का राग कहते सन, खास किस्म की आवाज़ कढ़दा। ते हिरन जिन्हों उस आवाज़ नाल बड़ा मोह है, खास प्यार है, वो उधर नूं दौड़िया चलिया आउंदा। उन्होंने कई बार पता होंदा भी मेरे परिवार के बाकी जियां का भी किवें शिकार होया, ये नाद वजिया सी, उधर नूं गए सन, वापस जिउंदे नहीं सन आए। पर रस ऐसा है जी, ये जानदे होया भी वो उधर नूं दौड़िया। हजूर कहने लगे नाद कुरंक है बेदिया, विन दिता शिकारी ने उसनूं, सानों कोठता है, फिर भी सामने जाके खलोता है। नाद नूं सुनिया जरूर, उन्हें आख्या ठीक है, भावें ये शिकारी मेरा शिकार करेगा, पर एक पल का नाद तो सुनने वास्ते मिले है ना मैनूं, जिहड़ी मेरी रूह की खुराक है वो तो मैनूं मिली, भावें इहने मेरा शिकार किया। तो जे मैं लंबी जिंदगी जीवा, नाद सारी उम्र जिहड़ा मेरी रूह की खुराक है ये ना मैनूं सुनने वास्ते मिलिया, तो इस जिंदगी का फायदा कोई नहीं। नाद कुरंक है बेदिया, सनमुख उठता है। मैं तुहाडे बजुर्ग की एक साखी तुहाडे नाल सांझी करा, क्योंकि फिर कई बार कह देंगे ने भाई साहब साखी तो सुनाते नहीं, इधर उधर दीयां गल्लां मारते रहंदे ने। हुण साखियां नाल भी साडा खास मोह जिहा है। साखी का भाव हुंदा सिੱਖਿਆ देनी, सिੱਖਿਆ देनी। मैं ये तो सुनाउणी नहीं भी बेबे नानकी ने घर दे विच प्रशादा पाया सी तवे ते, फुलका फुल गया प्रशादा, ते बेबे नानकी जी याद करते हैं किते मेरा वीर आ जाए। तो गुरु नानक साहब नूं उत्थे पता लग्या भी प्रशादा मेरी भैन बेबे बना के बैठी है, तो मैं छकां, सारा काम छड्ड के प्रशादा छकण आ गया। एडे वड्डे महान त्यागी नूं असीं की बनाया। ते जेड़ी बेबे नानकी फिरंदे कोलों रबाब अपने पैसों नाल, अपने पैसे, अज रखड़ियां का समा होना है, रुत आनी है, कई भैणां ने कमाई करनी है, माफ करना, मैं शब्द वरतना पै रहा मजबूरी से, ते कईयां ने गुस्से होना है। कईयां दा प्यार उदों ही पता लग जाना है जदों भरा ने $5 कढ़ के दिते ना कि भैन अजे काम थोड़ा मठा है, कोई नहीं फेर सही, तो उदों तो नहीं कुछ करना, घरे जाके फिर लै $5 सरे मेरे वास्ते। ये प्यार है भैन का, कि तेरा प्यार भी इत्थे ही खड़ा है। जे भरा का प्यार इत्थे खड़ा है तो कईयां ने नाराज होना है, कईयां नूं खुशी होनी है ज्यादा मिल जाए, तो कई कुछ वापरना है इस समय के दौरान।
हर चीज़ का नैगेटिव पॉजिटिव दोवें चीज़ां होंदियां ने। खैर मैं जो बेनती कर रहा, जिस वेले हजूर ने अपने मन की गल बेबे नाल साझी की, वड्डी भैन नूं बेबे आखदे सन, आखिया भैन बेबे मैं हुण सोचदा भी रब की गल धर्म की गल साझी कर लई मैं इन्हां सफरां ते जावां। भैन बेबे नानकी पहली सिख सी, इतिहास में पहली सिख जिन्हें सिखी धारण की है। बेबे ने आख्या वीरा घर की जिम्मेवारी, बच्चों की जिम्मेवारी, माता पिता बिरध ने उन्हों की जिम्मेवारी। धन गुरु नानक साहब महाराज ने आख्या बेबे जे तू साथ देवें तो काम सौखा हो सकता है। मैं जानता मेरे फर्ज ने, पर आ जिहड़ा वड्डा एक फर्ज है ना, एक वड्डा परिवार है जिहड़ा रब दा, जे इहदी सेवा ना हो सकी तो मेरे मन में झुरा रहना भी मैं अपनी जिम्मेवारी निभाई क्यों ना। जे मैनू गल का पता सी मैं दूजिया नूं क्यों ना दसिया। असी घरे जाके तो दसदे भी लंगर च की बनिया, ये नहीं दसना भी आ शब्द पढ़े गए तो आ गल हुई। असी इन्ने क वंड छकण की भावना वाले, माफ करना। मैं अपनी गल जो दूजिया नूं ना दस सकिया, बेबे मेरे मन च मलाल रहना, मेरी जिम्मेवारी अधूरी रह जाएगी। तो बेबे नानकी ने आख्या कोई गल नहीं, तेरे पुत्रां नूं मैं पालांगी अपने पुत्र जान के, बिरध माता पिता की भी मैं सार लवांगी। पत्नी नाल सलाह की, पत्नी नाल सलाह की, बीबा आ मेरा कार्य है, आ मेरी सेवा है संसार के प्रति। उन्हें हाथ जोड़ के आख्या पति जी, हे गुरु नानक साहब जे तुहाडी ये सोच है ना तो मैं वड्डे भागां वाली हाँ जिहदा पति एडी वड्डी सोच का मालक है। एडी वड्डी तुसीं सेवा करो। जे आ परिवार की जिम्मेवारी का मसला ना होंदा मैं तुहाडी सेवा लई तुहाडे चरनां च मगर मगर तुर पैंदी। पर सतगुरु तुसीं चिंता ना करनी, तुहाडे माता पिता नूं मैं वो मान ते सत्कार देंगी, कोशिश करांगी पुत्र की लोड़ भी मैं पूरी कर दियां, बच्चों के लिए बाप की लोड़ भी मैं पूरी कर दें। ये है पति ते पत्नी का संबंध। ये है घर वाली आखदी है ब्यूटी पार्लर जाना है, घर वाला आखदा है गुरुद्वारे मत्था टेक चले, इन्ने च ही मसला बिगड़ जाता। साडा तो संबंध ही इत्थे एक खड़ा है। किसी ने सोचा भी ब्यूटी पार्लर जरूरी सी या गुरुद्वारा जरूरी सी, इत्थे आके बखेड़ा खड़ा हो गया। तू फलानी थां दे उत्ते मेरी नहीं सी मनी, हुण मैं तेरी क्यों मना। पर वेखो गुरु ना आही गल्लां करनियां सन आपां आनंदकारे ते, कोई सेरे नहीं सन सुनाने पुराने कवियां वां, आ गल्लां साझियां होणियां सन, नहीं हो सकियां, मजबूरी है साडी। सो सतगुरु गुरु नानक साहब बेबे नानकी कोल आए, चंगा बेबे मैं हुण इन्ने क समय नूं चले जाना ते मेरा मन करदा मैं एक रबाब बनवावां, तुसीं मैनूं पता दसोगे मैं कित्थों बनवावां। पहलां भी संबंध सी भाई फिरंदे दे नाल, वो साज बनाया करदा सी। बेबे नानकी ने अपने कोलों पैसे दिते, वीरा पैसे लै ते ये पैसिਆਂ ਦੇ ਨਾਲ फिरंदे नूं आखी मरदाने नूं भेजिया, जा मरदाने साज ते तू वजाउणा है, अपने मनपसंद का साज लै। गुरु नानक ने आख्या बेबे ना तू भी घर परिवार वाली है, मैं तेरे कोलों पैसे क्यों लवां, मैं अपनी किरत विचों पैसा बचाया, मैं उहदे नाल रबाब खरीदांगा। बेबे ने आख्या नहीं, मेरा जी करदा है इन्ने लंबे सफर ते तू चलिया, मेरा जी करदा है भरावा मैं तैनूं कोई इहो जी चीज़ लैके दियां जिहड़ी तेरे मनपसंद दी तेरे काम आए, सेवा दे विच मैं भी हिस्सा पावां। मैं समा ते नहीं कट सकदी भी तेरे नाल चलां, पर मैं सेवा च हिस्सा पावां। तो पहली रबाब जिहड़ी हजूर गुरु नानक साहब अपने सफरां ते लैके तुरे, बेबे नानकी दे जेब खर्च दे पैसिਆਂ दे विचों आई। इहनूं मुहब्बत कहंदे ने। कोई रखड़ी की लोड़ पई नहीं ना पई। आख्या जा भरावा जिन्नियां दा भला कर सकदा है, जिन्ने तेरे रस्ते च आउणगे वो बख्शिशां दे मालक हुंदे जाणगे। हे दाता जा, संसार का बड़ा वड्डा परिवार तेरी उडीक वास्ते है। ते जिस वेले धन गुरु नानक साहब ने आउणा, पहला बेबे नानकी दे घर जाना। ऐसी महान अजीम ये है भैन ते भरा दा प्यार, मुहब्बत। असी धागियां ते खलो गए। 18वीं सदी का जिक्र है। घर विच एक जवान लड़की है, एक माँ उसकी विहड़े दे विच एक मंजे के उत्ते बैठी है। घोड़ियां दीयां टापां दी आवाज़, घोड़ियां दी टाप की आवाज़ सुनाई दी। गली दे विचों कोई लंघ रहा, उहदी दस्तार बड़ी पाटी जही, तन का वेश भी बड़ा होर तरह का। वो वेखण नूं कई बार सूरमा लगता है, तो कई बार बड़ा कंगाल ते फकीर जिहा नजर आता।
ਉਹਦੀ ਘੋੜੇ ਤੇ ਕਾਠੀ ਵੀ ਚੱਜਦੀ ਨਹੀਂ ਤੇ ਲਗਾਮ ਵੀ ਰੱਸੀ ਦੀ ਪਾਈ ਤੇ ਕਿਰਪਾਨ ਦਾ ਮਿਆਨ ਟੁੱਟਾ, ਕਿਰਪਾਨ ਉਸਨੇ ਕਮਰ ਕੱਸੇ 'ਚ ਅੜਾਈ ਹੈ ਤੇ ਉਹਦੀ ਹਾਲਤ ਵੇਖ ਕੇ ਲੱਗਦਾ ਵੀ ਹਾਲਾਤਾਂ ਦਾ ਮਾਰਿਆ ਕੋਈ ਸ਼ਖਸ ਹੈ। ਉਹ ਗਲੀ ਦੇ ਵਿੱਚ ਆਇਆ ਤੇ ਬੂਹਾ ਵੱਜਾ ਸੀ। ਮਾਂ ਨੇ ਧੀ ਨੂੰ ਆਖਿਆ, ਨਹੀਂ ਧੀਏ ਜਾ ਦਰਵਾਜ਼ਾ ਖੋਲਿਆ। ਉਹਨੇ ਕੁੰਡਾ ਅੜਾਇਆ ਹੁੰਦਾ ਸੀ, ਕੁੰਡਾ ਖੋਲਿਆ ਤੇ ਦਰਵਾਜ਼ਾ ਪੂਰਾ ਖੋਲ ਦਿੱਤਾ। ਉਹ ਘੋੜੇ ਵਾਲਾ ਅੱਗੇ ਲੰਘ ਗਿਆ। ਖੈਰ ਮਾਂ ਨੇ ਕੋਈ ਗੱਲ ਨਾ ਕੀਤੀ, ਧੀ ਨੇ ਵੀ ਬਹੁਤਾ ਧਿਆਨ ਨਾ ਦਿੱਤਾ, ਘਰ ਦੇ ਕੰਮ ਵਿੱਚ ਰੁੱਝ ਗਈ। ਕੁਝ ਦਿਨ ਬੀਤੇ, ਘੋੜੇ ਦੀਆਂ ਟਾਪਾਂ ਦੀ ਆਵਾਜ਼ ਫੇਰ ਆਉਣ ਲੱਗ ਪਈ। ਅੱਜ ਇੱਕ ਬੜਾ ਸਜਿਆ ਧਜਿਆ ਸਿਪਾਹੀ, ਜਿਹਦੇ ਚਿੰਨ੍ਹ ਚੱਕਰ ਚੇਨ ਪਹਿਰਾਵਾ ਦੱਸ ਰਿਹਾ ਵੀ ਇਹ ਸਰਕਾਰੀ ਮੁਲਾਜ਼ਮ ਹੈ, ਉਹ ਘੋੜੇ ਤੇ ਸਵਾਰ ਹੋ ਕੇ ਜਾ ਰਿਹਾ ਗਲੀ ਦੇ ਵਿੱਚ ਤੇ ਦਰਵਾਜ਼ਾ ਖੁੱਲ੍ਹਾ ਹੈ ਸਬੱਬ ਨਾਲ। ਤੇ ਮਾਂ ਨੂੰ ਜਿਵੇਂ ਕੋਈ ਕਰੰਟ ਲੱਗਿਆ ਹੋਵੇ, ਜਿਵੇਂ ਕੋਈ ਬਿਪਤਾ ਵੇਖ ਲਈ ਹੋਵੇ। ਮਾਂ ਨੇ ਡਰਦੀ ਹੋਈ ਹਫਦੀ ਹੋਈ ਨੇ ਆਵਾਜ਼ ਦਿੱਤੀ, ਨਹੀਂ ਧੀਏ ਬਾਕੀ ਕੰਮ ਬਾਅਦ ਚ ਕਰੀ, ਜਾ ਦਰਵਾਜ਼ਾ ਬੰਦ ਕਰਕੇ ਆ। ਧੀ ਵੀ ਦੌੜੀ ਗਈ, ਪਤਾ ਨਹੀਂ ਕੀ ਗੱਲ ਹੋ ਗਈ, ਦਰਵਾਜ਼ਾ ਬੰਦ ਕੀਤਾ। ਅੱਜ ਧੀ ਦੇ ਮਨ ਵਿੱਚ ਇੱਕ ਸਵਾਲ ਆਇਆ। ਮਾਂ ਕੋਲ ਆਈ, ਕਹਿਣ ਲੱਗੀ, ਮਾਂ ਮੈਨੂੰ ਲੱਗਦਾ ਤੇਰਾ ਦਿਮਾਗ ਘੱਟ ਕੰਮ ਕਰਦਾ। ਮਾਂ ਕਹਿਣ ਲੱਗੀ, ਕਿਉਂ, ਤੈਨੂੰ ਕਿਵੇਂ ਲੱਗਿਆ? ਧੀ ਕਹਿਣ ਲੱਗੀ, ਮਾਂ ਉਸ ਦਿਨ ਜਿਹੜਾ ਘੋੜੇ ਤੇ ਜਾ ਰਿਹਾ ਸੀ ਨਾ, ਵੇਖਣ ਨੂੰ ਐਵੇਂ ਲੱਗਦਾ ਸੀ ਕੋਈ ਕੰਗਾਲ ਹੈ, ਵੇਖਣ ਨੂੰ ਐਵੇਂ ਲੱਗਦਾ ਸੀ ਉਹਦੀ ਹਾਲਤ ਵੀ ਭਗੌੜਾ ਹੈ, ਬਾਗੀ ਹੈ। ਉਹਦੇ ਤੇ ਭਰੋਸਾ ਨਹੀਂ ਸੀ ਕੀਤਾ ਜਾ ਸਕਦਾ ਤੇ ਖੁੱਲਿਆ ਬੰਦ ਕੀਤਾ ਦਰਵਾਜ਼ਾ, ਤੂੰ ਮੇਰੇ ਕੋਲੋਂ ਖੁਲਵਾਇਆ ਵੀ ਜਾ ਦਰਵਾਜ਼ਾ ਖੋਲ ਕੇ ਆ। ਭਾਵੇਂ ਉਹਨੇ ਆਪਣੇ ਘਰ ਵੱਲ ਵੇਖਿਆ ਨਹੀਂ, ਪਰ ਤੇਰੀ ਤਾਂ ਪੂਰੀ ਰਜ਼ਾਮੰਦੀ ਸੀ ਨਾ ਵੀ ਉਹ ਸਾਡੇ ਘਰ ਆ ਜਾਏ, ਤੂੰ ਉਹਨੂੰ ਜੀ ਆਇਆ ਆਖਿਆ। ਮਾਂ ਅੱਜ ਇੱਕ ਸਜਿਆ ਧਜਿਆ ਸਿਪਾਹੀ ਸਰਕਾਰੀ ਮੁਲਾਜ਼ਮ ਘੋੜੇ ਤੇ ਜਾ ਰਿਹਾ, ਉਹਦੀ ਵਰਦੀ, ਉਹਦਾ ਸਾਰਾ ਕੁਝ ਸਾਬਤ ਕਰਦਾ ਵੀ ਉਹ ਸਰਕਾਰੀ ਮੁਲਾਜ਼ਮ ਹੈ। ਮਾਂ ਉਹ ਪਹਿਲਾਂ ਲੁੱਟ ਕੇ ਚਲਿਆ ਜਾਂਦਾ, ਆਪਾਂ ਕਿਹਨੂੰ ਜਾ ਕੇ ਦੱਸਦੇ ਵੀ ਕੌਣ ਆਇਆ ਸੀ, ਇਹਦਾ ਤੇ ਥਾਂ ਪਤਾ ਵੀ ਥਾਣੇ 'ਚ ਦਰਜ ਹੋਣਾ ਵੀ ਇਹ ਕਿਹੜੀ ਚੌਂਕੀ ਦਾ ਸਿਪਾਹੀ ਹੈ। ਮਾਂ ਤੇਰਾ ਦਿਮਾਗ ਕੰਮ ਕਰਦਾ ਹੈ ਕਿ ਨਹੀਂ ਕਰਦਾ? ਉਸ ਫਕੀਰ ਵਾਸਤੇ ਦਰਵਾਜ਼ੇ ਖਿਲਾ ਰਹੀ ਸਾਂ ਤੇ ਅੱਜ ਉਹਨੂੰ ਵੇਖਦਾ ਤੂੰ ਦਰਵਾਜ਼ਾ ਬੰਦ ਕਰਨ ਦੀ ਮੈਨੂੰ ਨਸੀਹਤ ਜਾਰੀ ਕਰ ਦਿੱਤੀ। ਮੈਨੂੰ ਤਾਂ ਲੱਗਦਾ ਤੇਰੀ ਬੁੱਧੀ ਕੰਮ ਨਹੀਂ ਕਰਦੀ। ਮਾਂ ਨੇ ਆਖਿਆ, ਧੀਏ ਇਸ ਗੱਲ ਨੂੰ ਤੂੰ ਨਹੀਂ ਸਮਝਦੀ, ਆ ਤੈਨੂੰ ਮੈਂ ਦੱਸ। ਮਾਂ ਨੇ ਉਹਨੂੰ ਕੋਲ ਮੰਜੇ ਤੇ ਬਿਠਾਇਆ, ਕਹਿਣ ਲੱਗੀ, ਉਹ ਜਿਹੜਾ ਪਹਿਲਾਂ ਜਾ ਰਿਹਾ ਸੀ ਨਾ, ਉਹਨੂੰ ਖਾਲਸਾ ਕਹਿੰਦੇ ਨੇ, ਉਹਨੂੰ ਸਿੱਖ ਕਹਿੰਦੇ ਨੇ। ਉਹਦੇ ਤੂੰ ਤਨ ਦਾ ਵੇਸ ਤੇ ਉਹਦੀ ਹਾਲਾਤ ਵੇਖ ਕੇ ਤੂੰ ਸਮਝਦੀ ਹੋਏਗੀ ਉਹ ਕੰਗਾਲ ਨਹੀਂ। ਉਹਦੀ ਸ਼ਾਨ ਤੇ ਬਾਦਸ਼ਾਹਾਂ ਨੂੰ ਮਾਤ ਪਾਉਂਦੀ ਹੈ। ਤੂੰ ਉਹਦੇ ਕੱਪੜਿਆਂ ਵੱਲ ਨਾ ਵੇਖ, ਤੂੰ ਉਹਦੇ ਵੇਸ ਵੱਲ ਨਾ ਵੇਖ। ਹਾਂ, ਉਹਦੀ ਕਿਰਪਾਨ ਉੱਤੇ ਮਿਆਨ ਨਹੀਂ ਸੀ, ਪਰ ਉਹਨੂੰ ਕਿਰਪਾਨ ਮਿਆਨ 'ਚ ਪਾਉਣ ਦੀ ਲੋੜ ਹੀ ਨਹੀਂ ਪੈਂਦੀ। ਤੂੰ ਉਹਦੇ ਹਾਲਾਤ ਵੱਲ ਵੇਖ ਕੇ ਸਮਝਦੀ ਉਹ ਫਕੀਰ ਹੈ, ਉਹ ਕੰਗਾਲ ਹੈ, ਉਹ ਲੁੱਟ ਕੇ ਖਾ ਜਾਏਗਾ, ਉਹ ਭੁੱਖਾ ਹੋਵੇਗਾ, ਕਿਸੇ ਕੋਲੋਂ ਖੋਹ ਲਵੇਗਾ, ਉਹਦੇ ਤਨ ਦੇ ਕੱਪੜੇ ਪੂਰੇ ਨਹੀਂ ਹੋਏ, ਕਿਸੇ ਦੀ ਇੱਜ਼ਤ ਨਾਲ ਲੁੱਟ ਲਵੇ। ਨਹੀਂ ਧੀਏ, ਉਹ ਤਾਂ ਰੱਬ ਦਾ ਬੰਦਾ ਹੈ, ਉਹ ਤਾਂ ਰੱਬ ਵਰਗਾ ਹੈ। ਜਦੋਂ ਉਹ ਗਲੀ 'ਚ ਲੰਘ ਰਿਹਾ ਸੀ ਨਾ, ਮੈਨੂੰ ਦਿਖਾਈ ਦੇ ਗਿਆ ਦੂਰੋਂ ਆਉਂਦਾ। ਮੈਂ ਇਸ ਕਰਕੇ ਦਰਵਾਜ਼ਾ ਖੁਲਾਇਆ ਸੀ ਵੀ ਕਿੰਨੇ ਵੱਡੇ ਭਾਗ ਹੋਣ ਜੇ ਇਹ ਰੱਬ ਦਾ ਬੰਦਾ, ਗੁਰੂ ਦਾ ਸਿੱਖ ਮੇਰੇ ਘਰ 'ਚ ਫੇਰਾ ਪਾ ਜਾਏ। ਜੇ ਇਹਨੂੰ ਭੁੱਖ ਲੱਗੀ ਹੋਵੇ, ਮੈਂ ਆਪਣੇ ਹੱਥੀਂ ਰੋਟੀ ਤਿਆਰ ਕਰਕੇ ਇਹਨੂੰ ਛਕਾਉਂਦੀ, ਮੈਂ ਇਹਨੂੰ ਕੋਈ ਰੇਜਾ ਦੇਂਦੀ ਕਿ ਇਹਦੇ ਨਾਲ ਰੱਬ ਦੇ ਬੰਦਿਆ, ਗੁਰੂ ਦੇ ਸਿੱਖਾ, ਤੂੰ ਆਪਣਾ ਤਨ ਕੱਜ ਲੈ। ਤੇ ਧੀ ਨੇ ਆਖਿਆ, ਮਾਂ ਉਹਦੇ ਤੇ ਇੰਨਾ ਭਰੋਸਾ, ਆ ਸਰਕਾਰੀ ਮੁਲਾਜ਼ਮ ਤੇ ਕੋਈ ਭਰੋਸਾ ਨਹੀਂ। ਤੇ ਮਾਂ ਕਹਿਣ ਲੱਗੀ, ਧੀਏ ਇਹ ਤਾਂ ਲੁੱਟ ਖਾਣੀ ਜਮਾਤ ਹੈ, ਤਕੜੇ ਦਾ 27-20-100 ਹੁੰਦਾ। ਇਹਨਾਂ ਦੀ ਨਜ਼ਰ ਸਾਡਾ ਰੂਪ ਚੜ ਜਾਏ ਤੇ ਲੁੱਟ ਲੈਂਦੇ ਨੇ, ਇਹਨਾਂ ਦੀ ਨਜ਼ਰ ਸਾਡੀ ਕਿਰਤ ਚੜ ਜਾਏ ਤੇ ਬਰਬਾਦ ਕਰ ਦਿੰਦੇ ਨੇ। ਇਹ ਤਾਂ ਸਾਮਰਾਜ ਲੁੱਟੂਆਂ ਦਾ ਹੈ। ਧੀਏ ਉਹ ਜਿਹੜਾ ਜਾ ਰਿਹਾ ਸੀ ਨਾ, ਉਹ ਤਾਂ ਰੱਬ ਸੀ, ਰੱਬ ਦਾ ਬੰਦਾ ਸੀ। ਉਹਦੇ ਤੇ ਇੰਨਾ ਭਰੋਸਾ ਕੀਤਾ ਜਾ ਸਕਦਾ ਹੈ, ਉਹਦੇ ਕਿਰਦਾਰ ਵਿੱਚ ਜ਼ਰਤੀ ਭਰ ਖਰਾਬੀ ਨਹੀਂ, ਉਹਨੂੰ ਦੌਲਤ ਦੀ ਭੁੱਖ ਨਹੀਂ, ਉਹ ਰੋਟੀ ਦਾ ਮੰਜ਼ਾਰਾ ਹੈ, ਉਹਦਾ ਤਨ ਦੇ ਕੱਪੜੇ ਤੂੰ ਵੇਖੇ ਨੇ, ਲੀਰੋ ਲੀਰ ਨੇ। ਜੇ ਉਹ ਚਾਹੁੰਦਾ ਸਾਡੇ ਵਰਗੇ ਕਿੰਨੇ ਗਰੀਬਾਂ ਨੂੰ ਲੁੱਟ ਲੈਂਦਾ। ਇਹਨਾਂ ਕੁੰਡਿਆਂ ਨੂੰ ਤੋੜਦਿਆਂ ਉਹਨੂੰ ਸਮਾਂ ਨਹੀਂ ਸੀ ਲੱਗਣਾ, ਦਰਵਾਜ਼ੇ ਖੁਲਾਉਂਦਿਆਂ ਉਹਨੂੰ ਵਕਤ ਨਹੀਂ ਸੀ ਲੱਗਣਾ, ਪਰ ਉਹ ਇੰਨਾ ਧਰਮੀ ਹੈ, ਉਹ ਦੂਜੇ ਦੀ ਔਰਤ ਨੂੰ ਆਪਣੀ ਮਾਂ, ਆਪਣੀ ਭੈਣ ਕਰਕੇ ਜਾਣਦਾ ਹੈ। ਪੁੱਛਿਆ ਧੀ ਨੇ, ਮਾਂ ਬੰਦਾ ਢਿੱਡੋਂ ਭੁੱਖਾ ਹੋਵੇ, ਤਨ ਤੋਂ ਨੰਗਾ ਹੋਵੇ, ਸਿਰ ਤੇ ਛੱਤ ਨਾ ਹੋਵੇ, ਸਰੀਰ ਦੇ ਸਾਧਨ ਨਾ ਹੋਣ, ਤੇ ਮਾਂ ਦੂਜਿਆਂ ਕੋਲੋਂ ਖੋ ਕੇ ਖਾ ਜਾਂਦਾ ਹੈ, ਇਹਨੂੰ ਕੋਈ ਫਰਕ ਨਹੀਂ ਪੈਂਦਾ? ਇਹਨੂੰ ਕਿਹੜੀ ਚੀਜ਼ ਨੇ ਰੋਕ ਕੇ ਰੱਖਿਆ ਵੀ ਇਹ ਬਦੀ ਨਹੀਂ ਕਰਦਾ, ਬੁਰੀ ਹਾਲਤ ਵਿੱਚ ਵੀ ਇਹ ਚੋਰੀ ਨਹੀਂ ਕਰਦਾ?
ये जारी नहीं करता, ये किरदार ते दाग नहीं लगता, ऐसी की गल है ये? मां दसन लगी, कह लगी असल च ये दुनिया लई नहीं जींदा, ये दुनिया लई नहीं जींदा, ये अपने गुरु लई जींदा है। इन्हें जिन्ना भी जीना है इस धरती ते, इन्हें अपने गुरु वास्ते जीना है, ते जिस दिन मरेगा अपने गुरु के प्यार विच मरेगा। ये इहदी खासियत है। असी लोग जिउंदे आ खाशां वास्ते, इन्हें परिवार में रहिंदे आ, घर में रहिंदे, इन्हें गुरु वास्ते जीना जिन्ना चिर जीना है। इस वास्ते पाटे कपड़े भी इनू रेशम लगते ने, इनू छोलियां दी मोठा आपां पा देंदे ना, उहनूं भी इन्हें बदाम आख, पुराने सिंह जिहड़े सन छोलियां नूं बदाम आखदे सन, बदाम आख। ये गुरु दे प्यार है, इनू कहंदे ने प्रीत। गुरु दा वचन इस कदर जीवन विच वसिया कि गुरु के सिख ने गुरु दी सिੱਖੀ दी खासियत नूं मनो नहीं भुलाया। भावें दुनिया दी तंगियां ते दुख वेखे, विपदा वेखियां, मुश्किलां वेखियां, मुसीबतां दे पहाड़ उहदे सिर ते टुटदे रहे। इनू कहंदे ने गुरु दे प्यार विच जीना। इत्थे ते सिर मेरे वर्गा भी बहुत मार लैंदा, पर जदों कमाई दे विचों, जीवन दे विचों, बेगम हालातां चों गुरु दे सिदक दी तस्वीर विखाउण दा वेला आउंदा है, उदों डोल जांदा है। ख्याल करना, इत्थे धर्म स्टैंड करदा है। ये वो अवस्था है जितों जाके धर्मी जीवन की तस्वीर संसार के लोग वेखते हैं। धर्मी जीवन की तस्वीर आखिया धीए ये तो साडा रखवाला है। ये जदों इस पिंड में आ जाता है, दिल नूं धरवास आउंदा भी साडा पिंड सेफ है, साडे पिंड की सुरक्षा हो रही है। अंग्रेज़ों के जमाने किसी निहंग सिंह ने, हुण तां असीं भंग पी पी के अद्धे मूँह ही कमले होए पे हैं। निहंग सिंह ने ट्रेन च बह जाना तो टीटी ने टिकट ना पुछण आउणा, दूसरे यात्रियों ने आखना तुसीं उहनूं टिकट क्यों नहीं पूछी? कहण लग्या शुक्र करो ये तुहाडे डब्बे च बैठा है, जिन्ना चिर ये बैठा है ना, ये सारे डब्बे च किसी की लुट खो नहीं हो सकती, ये सारे डब्बे च किसी की लुट खो नहीं करना। अज तो असीं उवें ही चढ़ के कोई हजूर साहब नूं तुरिया फिरदा है, कोई पटने नूं तुरिया फिरदा है, टिकट लैनी कोई नहीं, नशे कीते हो जे बुरे हाल ने साडे। उस वेले अंग्रेज चैकर ये कहंदा शुक्र करो ये बैठा है। इत्थे पुलिस भी हुंदी ना, रेलवे पुलिस, उहदे नालों भी ज्यादा भरोसा करो इस बंदे दे उत्ते, जिन्ना चिर इह बैठा किसी की इज्जत नूं खतरा नहीं पैण देवेगा, जिन्ना चिर इह बैठा किसी की लुट नहीं होवेगी इस डब्बे, तुसीं सेफ हो, तुसीं सुरक्षित हो। गुरु के सिखो, अज सानूं वेख के कोई अपने आप को सुरक्षित समझदा? सोचिए जरा, क्योंकि साडे अंदर सिदक टुट गया, चूर चूर हो गया साडा सिदक। सानू जो खुराकां दित्तियां जा रही ने धर्म के नाम से, जो विरसा दृढ़ाया जा रहा धर्म के नाम से, उन्हें तो माफ करना। कदे इस घटना नूं सामने रख के सोचियो, जिहड़े तुहानूं सभ्याचार का पाठ पढ़ाउण वाले, आ टपूसियां मारन वाले आउंदे, तुहाडे वल हत्थ कर करके तुहाडीआं धीआं नूं, तुहाडीआं बच्चियां नूं, तुहाडीआं मावां नूं जिहो जिहे व्यंग कसदे ने। जे साडे च जरा जिन्नी हया ते शर्म होवे, माफ करना, असीं कन्नां च रूंग ले लईए, जरा जिन्नी, पर है नहीं। बाबे नानक ने आख्या जिथे शर्म ते धर्म दो चीज़ां बंदे दे जीवन चों खंभ ला के उड़ जाण, उत्थे झूठ प्रधान हुंदा है ते कूड़ श्रोमणी हुंदा। अज कूड़ भर गया साडे जीवन च। वो किहदियां बच्चियां दी गल करदे ने? किसी गोरे नूं समझ आउंदी है कि ये किहड़ी नौजवान लड़की दी गल करदा? वो जिन्हां नूं समझ आउंदी है उन्हां नूं कह रहे हो, जिन्हां नूं समझ आउंदी है ना उन्हां दियां बच्चियां नूं कह रहे हो, होर किसी नूं नहीं कह रहा। कोई थोड़ा बहुत अपने अंदर गैरत पैदा करो। ये जमातां सानू पैदा करके दित्तियां जा रही ने, ये सानू सुनाउण वास्ते, साडियां पीढ़ियां नूं बर्बाद करन वास्ते, कि साडे सिख नौजवान बच्चे मोड़ां ते खलो जाण, लंघदी होई धी ते भैण नूं व्यंग करन। अज असीं ये हालात गुरु नानक की धरती की पैदा कर दित्ती है कि अज कल्ली बच्ची नूं कोई दुकान ते खंड लैण वास्ते मां नहीं भेजदी, फिक्की चाह पी लैंदी है, आखदी है धीए जिन्ना चिर तेरा बाप नहीं आउंदा उन्ना चिर खंड लैण वास्ते नहीं जाएगा कोई, तू घर बह जा। ये हालात है साडे, किन पैदा कीते? ज्यों ज्यों असीं अपनी असीं इहनूं विरसा समझ लिया। साडा विरसा तां रावी दियां छंभां तो शुरू हुंदा है चमकौर दी गढ़ी तक, तो लोहगढ़ के किले जिते बाबा बंदा सिंह बहादुर ने बैठ के खालसा राज के सिक्के चला गए। ये साडी विरासत ये है। कदे बच्चों नूं चमकौर की धरती ते लैके जाइए, साडे बच्चों नूं गुरदास मान का नाम तो आउंदा, भाई गुरदास का नाम आउंदा, किसी नूं आउंदा ना? ये तो पता है कि जंड के थले मिर्जा वड्डिया गया,
कदे कोई मां कदे बाप दिल ते पत्थर रख के दस्यो कि क्यों वड्डिया गया, की करतूत कीती सी उहने। ਜਿਹੜਾ ਲਛਮਣ ਸਿੰਘ ਜੰਡ ਨਾਲ ਬੰਨ ਕੇ ਸਾੜਿਆ ਸੀ ਨਨਕਾਣਾ ਸਾਹਿਬ, ਕਦੇ ਉਹਦੀ ਵੀ ਕਹਾਣੀ ਬੱਚੇ ਨੂੰ ਸੁਣਾ ਦਿਓ ਕਿ ਤੁਹਾਡਾ ਵੀ ਇੱਕ ਬਜ਼ੁਰਗ ਜੰਡ ਨਾਲ ਪੁੱਠਾ ਬੰਨ ਕੇ ਸਾੜਿਆ ਗਿਆ ਸੀ, ਪਰ ਉਹ ਕਿਰਦਾਰ ਦਾ ਮਾੜਾ ਨਹੀਂ ਸੀ। ਉਹ ਆਪਣੇ ਗੁਰੂ ਦਾ ਸਿਦਕ ਨਿਭਾਉਂਦਾ, ਆਪਣੇ ਗੁਰੂ ਧਾਮ ਦੀ ਰਾਖੀ ਕਰਦਾ, ਆਪਣੇ ਗੁਰੂ ਦੀ ਮਰਿਆਦਾ ਦੇ ਲਈ ਕੁਰਬਾਨ ਹੋ ਗਿਆ। ਕਦੇ ਉਸ ਜੰਡ ਦੀ ਕਹਾਣੀ ਵੀ ਸੁਣਾ ਦਿਆ ਕਰੋ। ਨਹੀਂ, ਕਿਉਂਕਿ ਸਾਨੂੰ ਅੱਜ ਸੱਭਿਆਚਾਰ ਦੇ ਨਾਂ ਤੇ ਸਾਡਾ ਬੇੜਾ ਗਰਕ ਕਰਨ ਵਾਸਤੇ ਤੇ ਸਾਡੀਆਂ ਇੱਜ਼ਤਾਂ ਨੂੰ ਸ਼ਰੇਆਮ ਦੂਜੀਆਂ ਕੌਮਾਂ ਦੇ ਸਾਹਮਣੇ ਨਿਲਾਮ ਕਰਨ ਵਾਸਤੇ ਤੇ ਮਾਫ ਕਰਨਾ, ਸਾਡੀਆਂ ਬੱਚੀਆਂ ਦੇ ਇੱਕ ਇੱਕ ਅੰਗ ਦੀ ਗਿਣਤੀ ਕਰਕੇ ਸਾਨੂੰ ਬੇਸ਼ਰਮ ਬਣਾਉਣ ਵਾਸਤੇ ਇਹ ਸਾਰਾ ਕੁਝ ਸਾਡੇ ਸਾਹਮਣੇ ਰੱਖਿਆ ਜਾ ਰਿਹਾ। ਅਸੀਂ ਖੁਸ਼ੀ ਨਾਲ ਕਬੂਲ ਕਰ ਰਹੇ, ਜੀ ਆਇਆਂ ਆਖਰ। ਸਾਡੀ ਸੋਚ ਕਿੱਥੇ ਖਲੋਤੀ ਹੋਈ ਹੈ? ਅਸੀਂ ਕਿਹੋ ਜਿਹਾ, ਜੋ ਗੁਰੂ ਸਾਹਿਬ ਨੇ ਸਾਨੂੰ ਸਭਿਅਤਾ ਦਿੱਤੀ, ਵਿਰਸਾ ਦਿੱਤਾ, ਕਿਸ ਕਦਰ ਸਾਨੂੰ ਆਰੀ ਫੇੜ ਕੇ ਉਹਦੇ ਨਾਲ ਤੋੜਿਆ ਜਾ ਰਿਹਾ, ਕਿਸ ਕਦਰ ਸਾਨੂੰ ਤੋੜਿਆ। ਜਰਾ ਸੋਚ ਕੇ ਵੇਖੀਏ, ਸਾਡਾ ਵਿਰਸਾ ਤਾਂ, ਸਾਡਾ ਸੱਭਿਆਚਾਰ ਤਾਂ ਵੰਡ ਛਕਣਾ ਹੈ, ਸਾਡਾ ਸੱਭਿਆਚਾਰ ਮਿੱਠਾ ਬੋਲਣਾ ਹੈ, ਸਾਡਾ ਸੱਭਿਆਚਾਰ ਮਜ਼ਲੂਮ ਦੀ ਰਾਖੀ ਕਰਨਾ ਹੈ। ਇਹ ਸਾਡਾ ਸੱਭਿਆਚਾਰ ਹੈ, ਆ ਸੱਭਿਆਚਾਰ ਨਹੀਂ। ਆਉਂਦੇ ਨੇ ਪੰਜਾਬ ਦੇ ਵਿੱਚ ਮਿਊਜ਼ੀਕਲ ਗਰੁੱਪ ਬਣੇ ਨੇ ਘਰ ਘਰ ਵਿੱਚ, ਉਹ ਜਦੋਂ ਆਉਂਦੇ ਨਾ ਗਾਉਣ ਵਾਸਤੇ, ਕਈ ਵਿਆਹਾਂ ਤੇ ਜਾਣ ਦਾ ਮੌਕਾ, ਜਦੋਂ ਤਾਂ ਅਸੀਂ ਗੱਡੀ ਵੇਖ ਲਈ ਉਤੋਂ ਫਿਰ ਵਾਪਸ ਆ ਜਾਈਦਾ। ਜਿਹੜਾ ਸ਼ਗਨ ਵਿਹਾਰ ਕਰਨਾ ਹੋਵੇ ਨਾ, ਪੈਸੇ ਚਾਰ ਦਿੱਤੇ, ਚੰਗਾ ਜੀ ਰੋਟੀ ਘਰ ਜਾ ਖਾਵਾਂਗੇ, ਹੁਣ ਤੁਹਾਡਾ ਸੱਭਿਆਚਾਰ ਸ਼ੁਰੂ ਹੋਣ ਵਾਲਾ। ਉਹ ਫਿਰ ਬਜ਼ੁਰਗ ਪਹਿਲਾਂ ਆ ਕੇ ਅੱਗੇ ਜਾ ਕੇ ਬਹਿ ਜਾਂਦੇ, ਸਭ ਤੋਂ ਅਗਲੀਆਂ ਕੁਰਸੀਆਂ ਦੇ ਉੱਤੇ ਨਾ, ਵੀ ਸੱਭਿਆਚਾਰ ਦੀ ਗੱਲ ਹੋ ਰਹੀ ਹੈ ਤੇ ਆਪਾਂ ਪੁਰਾਣੇ ਬੰਦੇ ਆ। ਜੇ ਆਪਾਂ ਸੱਭਿਆਚਾਰ ਨਾਲ ਸਾਂਝ ਨਾ ਪਾਈ ਤੇ ਨਵੀਂ ਪੀੜ੍ਹੀ ਨੂੰ ਕਿਵੇਂ ਪਤਾ ਲੱਗੇ ਕਿ ਸਾਡਾ ਬਾਪੂ ਕਿੰਨਾ ਸੱਭਿਆਚਾਰਕ ਸੀ। ਅਗਲੀਆਂ ਕੁਰਸੀਆਂ ਤੇ ਜਾ ਬੈਠਦੇ ਨੇ, ਕਈ ਵਾਰ ਤਾਂ ਨਾਲ ਮਾਈਆਂ ਵੀ ਬੈਠੀਆਂ ਹੁੰਦੀਆਂ ਨੇ। ਮੈਂ ਵੀ ਤਾਂ ਹੁਣ ਪੁਰਾਣੇ ਸੱਭਿਆਚਾਰ ਦੀ ਰਖਵਾਲੀ ਆ, ਪੰਜਾਬ ਦੀ ਜੰਮੀ ਧੀ, ਪੰਜਾਂ ਦਰਿਆਵਾਂ ਦਾ ਪਾਣੀ ਮੇਰੇ ਵੀ ਤੁਹਾਡਾ ਨੂੰ ਲੱਗਾ, ਮੈਂ ਕਿਵੇਂ ਪਿੱਛੇ ਰਹਿ ਜਾਵਾਂ? ਉਹ ਵੀ ਬਹਿ ਜਾਂਦੇ। ਲੋ ਜੀ, ਸ਼ੁਰੂ ਹੋ ਗਿਆ ਮਿਊਜ਼ੀਕਲ ਗਰੁੱਪ ਦਾ ਸੱਭਿਆਚਾਰ। ਪਹਿਲਾ ਗੀਤ ਉਹਨਾਂ ਨੇ ਗੁਰੂ ਨਾਨਕ ਸਾਹਿਬ 10ਵੇਂ ਪਾਤਸ਼ਾਹ ਜਾਂ ਬਾਬਾ ਬੰਦਾ ਸਿੰਘ ਜਾਂ ਕਿਸੇ ਵੀ ਸਿੱਖ ਸੂਰਬੀਰ ਦਾ ਗਾਇਆ। ਬੜਾ ਚੰਗਾ ਲੱਗਿਆ ਕਿ ਲੋ ਕੋਈ ਚੰਗੀ ਗੱਲ ਵੀ ਵਿਆਹ ਤੇ ਹੋਣ ਲੱਗੀ ਹੈ। ਬਸ 2 ਮਿੰਟ ਦੀ ਬ੍ਰੇਕ ਹੋਈ, ਬੋਲਣ ਵਾਲੇ ਨੇ ਅਨਾਉਂਸ ਕਰਨਾ ਸ਼ੁਰੂ ਕੀਤਾ, ਵਧਾਈਆਂ ਦਾ ਤਾਂਤਾ ਲੱਗ ਗਿਆ, ਪੈਸਿਆਂ ਦੇ ਢੇਰ ਲੱਗੇ। ਉਹਨੇ ਚਿਰ ਨੂੰ ਜਿਹੜੇ ਧਾਰਮਿਕ ਗੀਤ ਗਾ ਕੇ ਗਏ ਸਨ, ਉਹਨਾਂ ਨੇ ਆਪਣਾ ਪਹਿਰਾਵਾ ਬਦਲ ਲਿਆ। ਅੱਧਿਆਂ ਦੇ ਮੂੰਹ ਖੁੱਲੇ ਰਹਿ ਗਏ ਕਿ ਇਹ ਧਾਰਮਿਕ ਗੀਤ ਗਾਉਣ ਵਾਲੇ ਕੀ ਬਣ ਕੇ ਆਏ। ਹੁਣ ਅਗਲਾ ਪੜਾਅ ਸ਼ੁਰੂ ਹੋ ਗਿਆ। ਜਿਨ੍ਹਾਂ ਨੂੰ ਤਾਂ ਪਤਾ ਹੁੰਦਾ ਉਹਦਾ ਢੀਠ ਹੋ ਕੇ ਬੈਠੇ ਰਹਿੰਦੇ ਨੇ, ਤੇ ਜਿਹੜੇ ਨਵੇਂ ਫਸੇ ਹੁੰਦੇ ਨੇ ਅਜੇ ਇਸ ਚੁੰਗਲ ਦੇ ਵਿੱਚ, ਪਹਿਲੀ ਸੀਟ ਤੇ ਬੈਠੇ ਹੁੰਦੇ, ਉਹ ਫਿਰ ਰਾਹ ਲੱਭਦੇ ਨੇ ਵੀ ਕਿੱਧਰ ਦੀ ਨਿਕਲੀ ਹੈ, ਕਿਹੜੇ ਪਾਸਿਓਂ ਦੀ ਨਿਕਲੀ ਹੈ। ਫਿਰ ਉਹ ਕੁਝ ਹੁੰਦਾ ਹੈ, ਉਹ ਕੁਝ ਵਾਪਰਦਾ ਹੈ। ਉੱਥੇ ਵੇਲਾਂ ਦੇ ਰਹੇ ਨੇ, ਪੋਤਰੀ ਦੀ ਉਮਰ ਦੀ ਬੱਚੀ ਅੱਧ ਨੰਗੇ ਸਰੀਰ ਦੇ ਵਿੱਚ ਨੱਚ ਰਹੀ ਹੈ ਤੇ ਸਾਡੇ ਬਾਪੂ ਉੱਥੇ ਪੈਸੇ ਦਿੰਦੇ ਨੇ, ਸਾਡੀਆਂ ਮਾਈਆਂ ਉੱਥੇ ਵੇਲਾਂ ਦਿੰਦੀਆਂ, ਪੈਸੇ ਉਹਨਾਂ ਦੇ ਸਿਰ ਤੋਂ ਵਾਰ-ਵਾਰ ਕੇ। ਦੱਸੋ ਜੀ, ਕਿੱਥੋਂ ਲੱਭੋਗੇ ਧਰਮ? ਸ਼ਰਮ ਨੂੰ ਕਿੱਥੋਂ ਲੱਭੋ? ਹਿਆ ਨੂੰ ਕਿੱਥੋਂ? ਬਾਪੂ ਜੇ ਇਹਦੀ ਜਗ੍ਹਾ ਤੇ ਤੇਰੀ ਪੋਤਰੀ ਨੱਚਦੀ ਹੁੰਦੀ, ਤੂੰ ਉਦੋਂ ਵੀ ਵੇਲਾ ਐਵੇਂ ਹੀ ਕਰਦਾ? ਉਦੋਂ ਵੀ ਜੇ ਤੈਨੂੰ ਇੰਨਾ ਹੀ ਸ਼ੌਂਕ ਹੈ ਪੈਸੇ ਵਾਰਨ ਦਾ, ਜਾ ਇਸ ਬੱਚੀ ਦੇ ਘਰੇ, ਇਹਦੀ ਮਾਂ ਨੂੰ ਪੁੱਛ ਕੇ ਆਈ ਵੀ ਭੈਣਾ ਕਿਹੜੀ ਮਜਬੂਰੀ 'ਚ ਸਟੇਜ ਦੇ ਉੱਤੇ ਇਹਨੂੰ ਥੋੜੇ ਕੱਪੜਿਆਂ 'ਚ ਨਚਾ ਰਹੀ ਹੈ। ਉਹ ਮਾਂ ਤੈਨੂੰ ਵਿਥਿਆ ਦੱਸਦੀ, ਇਹਦਾ ਪਿਓ ਚੜ੍ਹਾਈ ਕਰ ਗਿਆ, ਸਾਨੂੰ ਸੰਭਾਲਣ ਵਾਲਾ ਕੋਈ ਨਹੀਂ, ਜ਼ਮੀਨ ਮੇਰੇ ਦਿਓਰਾਂ ਨੇ ਮੰਨ ਲਈ ਹੈ, ਇਹਨੂੰ ਮੈਂ ਕਿਵੇਂ ਪਾਲਾਂ? ਮੈਂ ਤਾਂ ਆਪ ਬਿਮਾਰ ਆ, ਇਹ ਵਿਚਾਰੀ ਪਤਾ ਨਹੀਂ ਕਿੱਥੋਂ ਖੱਟ ਕੇ ਕਮਾ ਕੇ ਲਿਆਉਂਦੀ ਹੈ, ਫੇਰ ਮੇਰਾ ਘਰ ਭਰਦਾ ਹੈ, ਫੇਰ ਅਸੀਂ ਰੋਟੀ ਖਾਂਦੀਆਂ ਮਾਵਾਂ ਧੀਵਾਂ, ਤੇ ਫਿਰ ਉੱਥੇ ਜਾ ਕੇ ਪੈਸੇ ਦੇਣੋਂ ਨਾ ਉਸ ਬੱਚੀ ਨੂੰ ਸਟੇਜ ਤੇ ਨੱਚਣਾ ਪੈਂਦਾ। ਇਹ ਤੇਰੇ ਪੰਜਾਬ ਦੀ ਧੀ ਹੈ, ਇਹ ਤੇਰੇ ਖਾਲਸਾ ਪੰਥ ਦਾ ਹਿੱਸਾ ਹੈ। ਖਾਲਸਾ ਜੀ, ਜਿਨ੍ਹਾਂ ਤੋਂ ਤੂੰ ਸਿਰਵਾਰ ਨੇ ਕਰਕੇ ਆਪਣੇ ਆਪ ਨੂੰ ਸਰਦਾਰ ਅਖਵਾਉਣਾ, ਕਿਉਂਕਿ ਸੋਚ ਨੂੰ ਤਾਲੇ ਲੱਗੇ ਨੇ ਨਾ। ਕਿੰਨੀਆਂ ਗੱਲਾਂ ਕੌਣ ਸੋਚੇ ਜੀ? ਅਸੀਂ ਤਾਂ ਬਾਬਿਆਂ ਨੂੰ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਦੇ ਸਕਦੇ ਹਾਂ, ਪਰ ਆਪਣੀ ਇੱਜ਼ਤ ਨੂੰ ਨੰਗੀ ਹੋਣ ਤੋਂ ਬਚਾਉਣ ਲਈ ਇੱਕ ਪੈਸਾ ਖਰਚ ਨਹੀਂ ਕਰ ਸਕਦੇ। ਇਹ ਸਾਡੀ ਅੱਜ ਦੀ ਸੋਚ ਹੈ। ਮਰਿਆਂ ਜਠੇਰਿਆਂ ਦੀਆਂ ਬੜੀਆਂ ਤੁਸੀਂ ਵੇਖੋ, ਦੁਆਬੇ 'ਚ ਜਾ ਕੇ, ਮਾਝੇ 'ਚ ਜਾ ਕੇ, ਮਾਲ ਕੁਝ ਉਧਰਦਿਆਂ ਨੇ ਪੈਸੇ ਲਾਏ, ਕੁਝ ਤੁਸੀਂ NRI ਵੀਰਾਂ ਨੇ ਲਾਏ, ਕਿਉਂਕਿ ਉਸੇ ਬਾਬੇ ਦੀ ਸੁਖਣਾ ਦੇ ਤਾਂ ਆਪਾਂ ਬਾਹਰ ਆਏ ਸਾਂ, ਵੀਜ਼ਾ ਲੱਗਾ ਸੀ। ਉਹ ਤੇ ਸੰਗ ਮਰ ਉਹ ਮਰਿਆਂ ਦੀ ਪੂਜਾ ਕਰਨ ਵਾਲਿਓ, ਜਿਉਂਦਿਆਂ ਨੂੰ ਤਾਂ ਸੰਭਾਲੋ। ਕੱਲ ਉਹ ਮਰ ਗਏ ਤੇ ਫਿਰ ਉਹਨਾਂ ਦੀ ਪੂਜਾ ਕਰੋਗੇ, ਜਿਉਂਦਿਆਂ ਨੂੰ ਸੰਭਾਲੋ। ਇਹ ਜੇ ਪਿਆਰ ਹੋਵੇ ਜੀਵਨ ਅੰਦਰ ਗੁਰੂ ਦਾ, ਕਿ ਸਾਨੂੰ ਕਿਸੇ ਕੋਲੋਂ ਪਾਠ ਪੜ੍ਹਨ ਦੀ ਲੋੜ ਹੈ ਚੰਗਿਆਈ ਦਾ, ਨਹੀਂ।
हजूर ने आख्या मैं तो मोड़ महंगी लई जी सटै, ये विरसा ये विरासत ये गुरु का प्यार ये रब दे गुण ये मैनू एवें नहीं मिल गए, खैरात विच नहीं दिते किसी ने, तोहफे विच नहीं सी दे गया कोई, इनू कमाउण ते मेरे बजुर्गां ने 600 साल लाया, इनू चमकौर के मैदानां च कमा के विखाउणा पिया, इनू लाहौर के नखास चौंक विच दुनिया के सामने दसना पिया भी आ मेरा विरसा है। इनू आरियां दी छां हेठ बह के इहदियां शहादतां गवाहियां करनियां पईयां भी ये मेरा विरसा है। ये वास्ते तो किन्नियां शहादतां किन्नियां कुर्बानियां किन्नियां घालनावां होईयां। खालसा जी ये कोई सस्ता सौदा सी जिहड़ा तुहानूं मुफ्त च मिल गया, डॉलरां च मिल गया, रुपईयां च मिल गया? नहीं, इन्हां कमाउण ते साडे बजुर्गां ने अपना एक एक साह लेखे लाया, परिवार कुर्बान कीते, दुनिया के सुख आराम ते चैन नूं लत मारी, दुनिया दीयां बादशाहियां नूं पैर दीयां ठोकरां मार के ठुकराया। इस विरासत नूं तुहाडे तक पहुंचाउण वास्ते उन्हां नूं बड़े जफर जालने पए ने, पर जे उन्हां नूं अज पता लग जाए भी जिन्हां तक असीं छड्ड के गए हां वो तां इस उन्हां दी तां हालत ही बड़ी माड़ी है। मेरा ख्याल है जिहड़े सारी जिंदगी नहीं सन रोए अज धुब्बां मार के रो पैण, ये कमाल की बात है। 600 साल की साडी घालना असीं उन्हां दे हत्थ दित्ती है जिन्हां ने मिट्टी च दब के टोआ पुट के नप छड्डी ते उत्ते बह गए ने भी इहदी हवा असीं बाहर नहीं निकल देनी। माफ करना सतगुरु दे प्यार वालिओ, ये गल्लां दुखदाई तां हुंदियां ने, पर जे असीं करांगे नहीं तो सानूं समझ नहीं आएगी भी साडा फर्ज की है अपनी गुरमत धर्म कौम गुरु नानक दे विरसे दे प्रति। असीं गुरु नानक नूं माड़ा वाड़ा ही विखाया अज तक, असीं गुरु गोबिंद सिंह साहब महाराज नाल ये कहानियां ही जोड़न की कोशिश की है। उन्होंने वर दे दिता, उन्होंने शराब दे, जो होर कुछ बाकी दिता उन्होंने, उहदी असीं गल करन लई राजी नहीं हो रहे क्योंकि सानूं डर है। असीं अपनी कमी की गल किवें करीए, अपनी कमजोर हाँ दूजियां दी दसो, उहदे बारे आपां 3500 कमियां की गल कर, साडी कमी की गल ना करो। पंडित नूं गालां कढो, काजी नूं कढो, बड़ी खुशी की गल है, पर सानूं ना आखिओ भी असीं गलती करदे हां। हजूर ने आख्या, कहन लगे ये प्रीत मैं किवें पाड़ी अपने मन अंदर, चित सिमरन करो हिरदे तो दी याद वसा के, नैन अवलोकनो मैं इन्हां अखां दे नाल ओदी तस्वीर सारे जहान विचों वेखदा, श्रवण बाणी सुजासपूर रखूं, इन्हां कन्नां दे नाल मैं कोशिश करदा कि ओदी वडियाई ओदी सिफत दी गल मेरे कंन च पै जाए, कन्नां नूं भरी रखदा मैं ओदी सिफत नाल, सोहणे जस दे नाल। मन सो मधुकर करो, भवरा आउंदा है ना फुल दे उत्ते सुगंधी लैण लई, कहण लगे मन नूं भवरा बनाया, मन सो मधुकर करो चरण हिरदे धरो, ओदे गुणां नूं मैं अपने हिरदे च वसा के रखदा, मन नूं भवरा बनाया, मन नूं आखे भी तेरी इक्को ही खुराक है, हुण होर खुराक दी मंग ना करी, कन्नी बुझे दे रहा किती वगे पाउण। फरीद साहब कहंदे फरीदा ये तन भौंकना, तन कुत्ता है भौंकदा है, आ भी चाहिदा ओ भी चाहिदा ओ भी चाहिदा, चसके भोगणे चाहुंदा है। नित नित दुखी है कौन, मैं एक विचार की, फरीद साहब कहते भी कौन दुखी हो गए इन्हां गल्लां लई, इन्नी फजूल की गल है, तन तां भौंकी जांदा है। कहण लगे कन्नी बुझे दे, आपां कन्नां च मूंह लै लिया, आपां कोई गल नहीं सुणनी। मन जिहो जे मर्जी ख्याल पैदा करे, वो ख्यालां वास्ते बुरे राह ते नहीं तुरना, किती वगे पाउण, जिन्नी मर्जी हनेरी आए आपां नूं परवाह नहीं। हुण चस्कियां पिछे बुराइयां पिछे नहीं भजना, विकार भोगण नहीं भजना। कौन दुखी करे अपने जीवन में, तो दुख का राह है। गुरुदेव जी आखते ने मन सो मधुकर करो चरण हिरदय तरो, रसन अमृत राम नाम पाखो। अमृत रूपी सर्वव्यापक वाहिगुरु जी का नाम मैं अपनी रसना तो कहना। मेरे बोलों च झूठ नहीं, मेरे बोलों च ईर्खा चुगली नहीं, निंदा नहीं, मेरे बोलों च सत है, मेरे बोलों च रस है, मिठास है। रसन अमृत राम नाम पाखो। अखीरले बंद विच दाता जी कहते हैं, साध संगत बिना भाव नहीं उपजै। कहने लगे गुरु की संगत तो बिना मन च प्यार भावना भाईचारक सांझ पैदा नहीं हो सकती। भाव बिन भगत नहीं होए तेरी। कहने लगे संगत दे विच पैदा होए प्यार तो बिना वाहिगुरु तेरी इबादत तेरी बंदगी नहीं हो सकती, तेरा नाम नहीं लिया जा सकता। कि चीचियां लैके वाहिगुरु नहीं कहा जा सकता, प्यार नाल ही कहा जा सकता है। जे रूह तो निकल आवे तो समझो एक बार ही क्या काफी है। रूह तो निकल आए, आत्मा इन्नी समर्पित हो के कह देवे ना एक बार रब,
ਤਾਂ ਜਾਓ ਆ ਜਿੰਨੇ ਸਾਲ 20 ਸਾਲ ਘੂਰਿਆਂ 'ਚ ਬਹਿਣ ਦੀਆਂ ਗੱਲਾਂ ਕਰਦੇ ਨੇ ਨਾ, ਸੱਪਾਂ ਵਾਂਗ ਖੁੱਡਾਂ ਬਣਾ ਕੇ, ਇਹਨਾਂ ਨਾਲੋਂ ਕਿਤੇ ਜ਼ਿਆਦਾ ਉੱਚੇ ਜੀਵਨ ਦੇ ਮਾਲਕ ਹੋਵੋਗੇ। ਇੱਕ ਵਾਰ ਤੁਸੀਂ ਸ਼ਬਦ ਸੁਣਿਆ, ਭਾਈ ਸਾਹਿਬ ਪੜ੍ਹ ਰਹੇ, ਕਿਨਕਾ ਏਕ, ਪੰਡਾਂ ਬੰਨਣ ਦੀ ਲੋੜ ਨਹੀਂ, ਕਹਿੰਦੇ ਪਚਾਉਣਾ ਸਿੱਖ ਕਿ ਕਿਨਕਾ ਹੀ ਵਾਧੂ ਹੈ। ਰੋਟੀਆਂ ਦੀ ਪੰਡ ਬੰਨ ਲਵੇ ਪ੍ਰਸ਼ਾਦਿਆਂ ਦੀ, ਰੋਟੀਆਂ ਦੀ ਪੰਡ ਬੰਨ ਲਵੇ ਪ੍ਰਸ਼ਾਦਿਆਂ ਦੀ, ਪਾਚਨ ਕਿਰਿਆ ਕਮਜ਼ੋਰ ਹੋਵੇ ਕੀ ਕਰੇਗਾ? ਅੱਧੀ ਰੋਟੀ ਵੀ ਜੇ ਤੇ ਤੇਰੀ ਪਾਚਨ ਕਿਰਿਆ ਠੀਕ ਹੈ ਨਾ, ਤੂੰ ਪਚਾ ਸਕਦਾ ਤੇਰਾ ਸਰੀਰ, ਤੇ ਅੱਧੀ ਰੋਟੀ ਵੀ ਤੇਰੇ ਅੰਦਰ ਖੂਨ ਪੈਦਾ ਕਰ ਸਕਦੀ ਹੈ। ਪੰਡਾ ਨਾ ਬਨ, ਪਚਾਉਣ ਦੀ ਜਾਚ ਸਿੱਖ। ਦਾਤਾਰ ਜੀ ਬਖਸ਼ਿਸ਼ ਕਰਦੇ ਆ, ਕਹਿੰਦੇ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਕਹਿ ਰਵਿਦਾਸ। ਭਗਤ ਰਵਿਦਾਸ ਜੀ ਆਖਦੇ ਇੱਕ ਬੇਨਤੀ ਹਰ ਸਿਓ, ਇੱਕੋ ਹੀ ਬੇਨਤੀ ਹੈ, ਅਰਦਾਸ ਹੈ ਕਿ ਪੈਜ ਰੱਖੋ ਰਾਜਾ ਰਾਮ ਮੇਰੀ। ਕਹਿਣ ਲੱਗੇ ਹੇ ਵਾਹਿਗੁਰੂ, ਹੇ ਦਾਤਾਰ, ਮੇਰੀ ਇੱਜ਼ਤ ਦਾ ਮਾਲਕ ਤੂੰ ਹੈ, ਤੇ ਇੱਜ਼ਤ ਵਾਸਤੇ ਗੁਹਾਰ ਤੇਰੇ ਚਰਨਾਂ 'ਚ ਹੈ। ਮੇਰਾ ਪਿਆਰ ਜਿਹੜਾ ਮੇਰੇ ਹਿਰਦੇ 'ਚ ਹੈ ਤੇਰੇ ਪ੍ਰਤੀ, ਉਹ ਘਟ ਨਾ ਜਾਏ, ਮੇਰੇ ਅੰਦਰ ਦਾ ਆਦਰ ਤੇਰੇ ਪ੍ਰਤੀ ਘਟ ਨਾ ਜਾਏ। ਆਓ ਸਤਿਗੁਰੂ ਜੀ ਦੀ ਪਾਵਨ ਪੰਕਤੀਆਂ ਨੂੰ ਪੜ੍ਹੀਏ, ਖਾਸ ਤੌਰ ਤੇ ਕਿਉਂਕਿ ਅਗਲੇ ਐਤਵਾਰ ਤੋਂ ਪਹਿਲਾਂ ਰੱਖੜੀ ਆ ਜਾਣੀ ਹੈ, ਤੇ ਮੈਨੂੰ ਪਤਾ ਹੈ ਕਈਆਂ ਨੇ ਰੱਖੜੀਆਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਨੂੰ ਵੀ ਬੰਨ੍ਹ ਜਾਣੀਆਂ ਨੇ, ਕਿਉਂਕਿ ਸਾਨੂੰ ਹੁੰਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਵੀ ਧਿਆਨ ਰੱਖਿਆ ਜਾਏ। ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਬੰਨ੍ਹਣੀ ਹੈ? ਕਿ ਜਿਵੇਂ ਮੈਂ ਆਪਣੇ ਭਰਾ ਨੂੰ ਬੱਧੀ ਹੈ ਵੀ ਭਰਾਵਾ ਮੇਰੀ ਰੱਖਿਆ ਕਰੀ, ਗੁਰੂ ਨੂੰ ਵੀ ਚੇਤੇ ਕਰਾਉਣ ਆਉਂਦੇ ਵੀ ਮਹਾਰਾਜ ਰੱਖੜੀ ਆਈ ਹੈ, ਬੰਨ ਚੱਲੇ ਆ, ਧਿਆਨ ਰੱਖਿਓ, ਮੇਰੀ ਰੱਖਿਆ ਕਰਿਓ, ਮੇਰਾ ਧਿਆਨ ਜ਼ਰੂਰ ਰੱਖਿਓ। ਤੇ ਜਿਨ੍ਹਾਂ ਨਹੀਂ ਬੰਨਣੀਆਂ ਉਹਨਾਂ ਦਾ ਗੁਰੂ ਧਿਆਨ ਰੱਖੇਗਾ। ਉਹ ਫਿਰ ਮਗਰੋਂ ਕਈ ਵਾਰ ਜੇ ਭਾਈ ਸਾਹਿਬ ਇੱਕ ਜਗ੍ਹਾ ਤੇ ਐਸਾ ਹੋਇਆ, ਭਾਈ ਸਾਹਿਬ ਨੇ ਖੋਲ ਦਿੱਤੀ, ਬੀਬੀਆਂ ਲੜ ਪਈਆਂ ਜੀ ਆ ਕੇ, ਸਾਡੀਆਂ ਰੱਖੜੀਆਂ ਤੂੰ ਖੋਲੀਆਂ, ਤੂੰ ਵੱਡਾ ਗਿਆਨੀ, ਸਾਡੇ ਨਾਲੋਂ ਤੇਰੇ 'ਚ ਜ਼ਿਆਦੀ ਸ਼ਰਧ ਹੈ। ਉਹ ਕਹਿਣ ਲੱਗਿਆ ਵੀ ਚੰਗੀਆਂ ਨਹੀਂ ਲੱਗਦੀਆਂ। ਇੱਥੇ ਵੀ ਕੋਈ ਬੰਨਣ ਦੀ ਲੋੜ ਹੈ, ਤੇ ਤਾਂ ਗੁਰੂ ਦਾ ਪਿਆਰ, ਗੁਰੂ ਕੋਲ ਅਰਦਾਸ ਕਰਨ ਆਉਂਦੇ ਹੋ ਤੇ ਗੁਰੂ ਨੂੰ ਚੇਤੇ ਨਾ ਕਰਵਾਓ, ਗੁਰੂ ਭੁੱਲਦਾ ਨਹੀਂ। ਪਰ ਅਸੀਂ ਮਨ ਦੇ ਵਿੱਚ ਰੰਗੇ। ਆਓ ਸਤਿਗੁਰੂ ਦੀਆਂ ਪਾਵਨ ਪੰਕਤੀਆਂ ਨੂੰ ਗਾਇਨ ਕਰੀਏ, ਫਤਿਹ ਸਾਂਝੀ ਕਰਦੇ ਹਾਂ। राखा एक हमारा स्वामी, राखा एक हमारा स्वामी, संगत जी मैनू लगता है कई बुल जे घुटते ने, थोड़ा जिहा खुल के बोलो। ये कोई आपां इहो जी गल नहीं कर रहा भी दूजे नूं सुन जाएगी तो लड़ पाएगा। ये अपने वास्ते आपां पढ़दियां ने, थोड़ा उच्ची बोलोगे तो संगत का माहौल चंगा बन जाएगा। पुराने जमाने अज भी पिंडां च हुंदा है, बीबियां जदों विआहां ते घोड़ियां गाउंदियां सन उच्ची उच्ची सुर विच। ते हुण साडे भाई भी जदों गायक लगा हुंदा है ना, आप भी नाल गायक बन जांदे ने बहुते, उच्ची उच्ची उन्हां नूं गीत पूरे पूरे याद ने। सो आओ, ये तो रब दा गीत है, बड़े प्यार नाल गाओ। राखा एक हमारा स्वामी, राखा एक हमारा स्वामी, सगड़ कटा का अंतर जामी, सगड़ कटा का अंतर जामी। पंक्ति तुसा सुनी भी है ते आप अपनी जबान तो पढ़ी भी है कि साडा राखा कौन है? एक स्वामी मालक वाहिगुरू। एक उदाहरण दे के मैं खिमा दे जाचक होना है, क्योंकि महसूस मैनू भी हो रहा है तो तुहानू भी हो रहा है भी अज खनी जिद नाल लगा है, बहुता समा उत्ते ले जाता है। बेनती यह है, जेकर भैन ब्याही हुई है 7 समुंदर पार, भरा अपने घर विच है, भरा नूं फोन आउंदा भी तेरी भैन नूं खतरा है, उधर पत्नी नूं भी खतरा है, भरा किहड़ी जिम्मेवारी पहला निभाएगा? सोचो तुसीं, भरा सब तो पहला किहदी इज्जत नूं बचाए? जिहड़ा कोल है कि जिहड़ा 7 समुंदर पार है, उत्थे ते जांदियां समा लगना। जिहदी कोल जिंदगी नूं खतरा है, इज्जत नूं खतरा है, पत नूं खतरा है, पहला उहनूं बचाएगा कि 7 समुंदर पार जाएगा। ते फिर जिहदे नाल उहने अपनी भैन ब्याही, वो की करदा है? ਉਹਦੇ ਤੇ ਵੀ ਤਾਂ ਭਰੋਸਾ ਕਰੋ ਨਾ ਵੀ ਉਹ ਮੇਰੀ ਬਾਤ ਬਚਾ ਸਕਦਾ। 20 ਸਾਲ ਹੋ ਗਏ ਭੈਣ ਨੂੰ ਵਿਆਹਿਆ, ਭੈਣ ਨੂੰ ਅਜੇ ਵੀ ਆਪਣੇ ਪਤੀ ਤੇ ਭਰੋਸਾ ਨਹੀਂ ਵੀ ਇਹ ਮੇਰੀ ਇੱਜ਼ਤ ਬਚਾ ਸਕਦਾ। ਫਿਰ ਇਸ ਨਿਕੰਮੇ ਨਾਲ ਵਿਆਹ ਹੀ ਕਾਹਤੋਂ ਕਰਾਉਣਾ ਸੀ? ਮਾਫ ਕਰਨਾ, ਫਿਰ ਪੇਕੇ ਘਰ ਹੀ ਚੰਗੇ ਸੌਂ ਤੇ ਭਰਾ ਰਾਖੀ ਕਰਦਾ। ਫਿਰ ਇਹਦੇ ਨਾਲ 20 ਸਾਲ ਹੋ ਗਏ, ਇਹਦੀਆਂ ਬੁੱਤੀਆਂ ਕਰਨ ਦੀ ਕੀ ਲੋੜ ਹੈ? ਥੋੜਾ ਪਤੀਆਂ ਤੇ ਵੀ ਭਰੋਸਾ ਕਰੋ ਭੈਣੋ,
ਭਰਾਵਾਂ ਨੂੰ ਹੱਥ ਜੋੜ ਕੇ ਆਖੋ, ਭਰਾਵਾ ਮੇਰੇ ਦਿਲ 'ਚ ਤੇਰੇ ਲਈ ਇੰਨਾ ਪਿਆਰ ਹੈ, ਕੋਈ ਧਾਗਾ ਉਸ ਪਿਆਰ ਨੂੰ ਪ੍ਰਗਟ ਨਹੀਂ ਕਰ ਸਕਦਾ। ਜਦੋਂ ਤੂੰ ਆਏ ਮੈਂ ਘੁੱਟ ਕੇ ਤੈਨੂੰ ਸੀਨੇ ਨਾਲ ਲਾਵਾਂ, ਤੈਨੂੰ ਦੁਆਵਾਂ ਦੇਵਾਂ। ਮੇਰੇ ਪਿਆਰ ਦਾ ਇਹ ਸਭ ਤੋਂ ਵੱਡਾ ਸਬੂਤ ਹੈ। ਧਾਗਿਆਂ ਦੇ ਉੱਤੇ ਹੀ ਨਾ ਰਹਿ ਜਾਈਂ, ਕਿਉਂਕਿ ਮੇਰਾ ਪਤੀ ਮੇਰੀ ਇੱਜ਼ਤ ਦੀ ਰਾਖੀ ਵਾਸਤੇ ਹੈ, ਜਿਹਨੂੰ ਸਾਰੇ ਪਰਿਵਾਰ ਨੇ, ਜਿਹਨੂੰ ਸਾਰੇ ਸ਼ਰੀਕੇ ਭਾਈਚਾਰੇ ਨੇ, ਸਾਰੀ ਸੰਗਤ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਨੰਦ ਕਾਰੇ ਦੀ ਪ੍ਰਵਾਨਗੀ ਦੇ ਕੇ ਜਿਹੜਾ ਸਾਡੀ ਸਾਂਝ, ਸਾਡਾ ਰਿਸ਼ਤਾ ਬਣਾਇਆ ਹੈ, ਉਹ ਮੇਰੀ ਰਾਖੀ ਕਰ ਸਕਦਾ। ਹਾਂ, ਕਿਤੇ ਲੋੜ ਪੈ ਗਈ ਤੇ ਮੈਂ ਤੈਨੂੰ ਆਵਾਜ਼ ਜ਼ਰੂਰ ਮਾਰਾਂ ਕਿ ਫਿਰ ਧਾਗਾ ਨਾ ਵੇਖੀ, ਮੇਰੀ ਆਵਾਜ਼ ਤੇ ਆ ਜਾ। ਸੋ ਸਤਿਗੁਰੂ ਦੇ ਪਿਆਰ ਵਾਲਿਓ, ਹੋਸ਼ ਕਰਤਾ ਪੁਰਖ ਵਾਹਿਗੁਰੂ ਦੀ ਰੱਖਿਆ ਦੀ ਛਤਰੀ ਹੇਠਾਂ ਹੀ ਉਹਦੇ ਪਿਆਰ ਵਿੱਚ ਜੀਵੀਏ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ। ਐਸੀ ਬੇਨਤੀ ਹੈ, ਸਭਨਾਂ ਦਾ ਧੰਨਵਾਦ। ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।